ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਫੀਮੇਲਸ ਹੁੰਦੇ ਆ ਉਹਨਾਂ ਦੇ 2-3 ਸਟੇਜਸ ਤੇ ਹਾਰਮੋਨਸ ਚੇਂਜ ਹੁੰਦੇ ਆ, ਅਪ ਡਾਊਨ ਹੁੰਦੇ ਆ। ਹਾਰਮੋਨਲ ਚੇਂਜਸ ਦੇ ਨਾਲ ਆਪਣੇ ਗਮਸ ਦੇ ਵਿੱਚ ਸਵੈਲਿੰਗ ਆਣੀ ਨਾਰਮਲ ਹੈ। ਕਈ ਲੇਡੀਜ਼ ਨੂੰ ਤਾਂ ਬਹੁਤ ਪ੍ਰੋਬਲਮ ਵੀ ਹੁੰਦੀ ਤਾਂ ਵੀ ਉਹ ਦੰਦ ਦਾ ਟ੍ਰੀਟਮੈਂਟ ਨਹੀਂ ਕਰਾਉਂਦੇ, ਐਜ਼ ਅ ਰਿਜ਼ਲਟ ਦਵਾਈ ਖਾਂਦੇ ਜਿਹਦਾ ਸਾਈਡ ਇਫੈਕਟ ਬੱਚੇ ਤੇ ਹੁੰਦਾ। ਉਹ ਟੀਥਿੰਗ ਸਟੇਜ ਤੇ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਕੀ ਨਹੀਂ ਹੋਣੀਆਂ ਚਾਹੀਦੀਆਂ? ਆਰਟੀਫਿਸ਼ਲ ਟੀਥਰਸ ਤੋਂ ਅੱਛਾ ਹੈ ਕਿ ਜਿਸ ਤਰ੍ਹਾਂ ਕੈਰਟ ਹੋ ਗਈ, ਖੀਰਾ ਹੋ ਗਿਆ, ਮੂਲੀ ਹੋ ਗਈ, ਸੀਜ਼ਨ ਦਾ ਕੋਈ ਵੀ ਹਾਰਡ ਫਰੂਟ ਜਾਂ ਵੈਜੀਟੇਬਲ ਜਿਹੜੇ ਅਸੀਂ ਲੋਕ ਕੰਜ਼ਿਊਮ ਕਰਦੇ ਹਾਂ, ਅੱਛੀ ਤਰ੍ਹਾਂ ਵਾਸ਼ ਕਰਕੇ ਪੀਲ ਕਰਕੇ ਉਹਨਾਂ ਨੂੰ ਫੜਾ ਦਿੱਤੀ ਜਾਏ, ਬਟ ਅੰਡਰ ਆਬਜ਼ਰਵੇਸ਼ਨ। ਟੂਥਪੇਸਟ ਕਦੋਂ ਸ਼ੁਰੂ ਕਰ ਸਕਦੇ ਹਾਂ ਤੇ ਬ੍ਰਸ਼ ਕਿਹੜੀ ਉਮਰ 'ਚ ਜਾ ਕੇ ਅਸੀਂ ਬੱਚੇ ਨੂੰ ਸ਼ੁਰੂ ਕਰ ਸਕਦੇ ਹਾਂ? ਤੁਸੀਂ ਇੱਕ ਮਲਮਲ ਦੇ ਕੱਪੜੇ ਦੇ ਉੱਤੇ ਜਾਂ ਗੌਜ ਜਿਹੜਾ ਪੱਟੀ ਆਪਾਂ ਜਿਹਨੂੰ ਬੋਲਦੇ ਉਹਦਾ ਇੰਨਾ ਪੀਸ ਲੈ ਕੇ ਕਲੀਨ ਉਹਨੂੰ ਮੋਇਸਟ ਕਰਕੇ ਆਪਣੇ ਹੱਥ ਦੇ ਨਾਲ ਉਹ ਟੂਥ ਕਲੀਨ ਕਰਨਾ ਹੈ। ਜਦੋਂ ਤੁਸੀਂ ਬੱਚੇ ਨੂੰ ਗਰੂਲੀ ਕਰਨ ਲਈ ਟ੍ਰੇਨ ਕਰ ਲੋਗੇ, ਦੈਟਸ ਦ ਰਾਈਟ ਟਾਈਮ ਫॉर ਪੇਸਟ। ਬਹੁਤ ਸਾਰੇ ਲੋਕਾਂ ਨੂੰ ਮੈਂ ਇਹ ਵੀ ਕਹਿੰਦੇ ਸੁਣਿਆ ਕਿ 3 ਮਿੰਟ ਤੋਂ ਜ਼ਿਆਦਾ ਬ੍ਰਸ਼ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਤੁਹਾਡੇ ਦੰਦ ਘਸਣੇ ਸ਼ੁਰੂ ਹੋ ਜਾਂਦੇ ਨੇ। ਮਾਰਨਿੰਗ ਦਾ ਜਿਹੜਾ ਬ੍ਰਸ਼ ਹੈ ਦੈਟ ਸ਼ੁੱਡ ਆਲਵੇਜ਼ ਬੀ ਬ੍ਰੇਕਫਾਸਟ ਤੋਂ ਬਾਅਦ। ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਟੂਥਪੇਸਟ ਆ ਰਹੇ ਨੇਗੇ, ਤਾਂ ਉਹਦੀ ਚੋਇਸ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਆਹ ਟੂਥਪੇਸਟ ਆ ਜਿਹੜਾ ਸਾਡੇ ਦੰਦਾਂ ਦੇ ਲਈ ਵਧੀਆ ਜਾਂ ਆ ਨਹੀਂ ਵਧੀਆ? ਕਈ ਪੇਸ਼ੈਂਟਸ ਆਉਂਦੇ ਹੀ ਨਹੀਂ ਸੈਕਿੰਡ ਸਿਟਿੰਗ ਲਈ ਕਿ ਇਹ ਤਾਂ ਖਾਲੀ ਹੋ ਗਏ ਜੀ, ਦੰਦ ਤੋੜਤੇ, ਡੱਬ ਖੜੱਬੇ ਹੋ ਗਏ। ਇਹ ਸਭ ਬੇਫਜ਼ੂਲ ਦੀਆਂ ਚੀਜ਼ਾਂ ਨੇ। ਕਹਿੰਦੇ ਨੇ ਕਿ ਜਿਹੜੇ ਡੈਂਟਿਸਟ ਹੈਂਡ ਟੂਲਸ ਦੇ ਨਾਲ ਤੁਹਾਡੇ ਦੰਦ ਸਾਫ਼ ਕਰਦੇ ਨੇ ਵੀ ਉਹ ਜ਼ਿਆਦਾ ਵਧੀਆ ਹੁੰਦੇ ਨੇ, ਜਿਹੜੀਆਂ ਮਸ਼ੀਨ ਟੂਲਸ ਦੇ ਨਾਲ ਕਰਦੇ ਨੇ ਵੀ ਉਹ ਤੁਹਾਡੇ ਦੰਦਾਂ ਨੂੰ ਨੁਕਸਾਨ ਕਰਦੇ ਨੇਗੇ। ਅਗਰ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਖੜੇ ਹੋ ਕੇ ਦੇਖੋਗੇ, ਵਾਹਿਗੁਰੂ ਜੀ ਨੇ ਪਿਆਰ ਨਾਲ ਫਿਕਸ ਕੀਤਾ ਹੋਇਆ, ਦੇਰ ਇਜ਼ ਓਨਲੀ ਵਨ ਵਾਈਟ ਕਲਰ। ਅਗਰ ਆਪਾਂ ਸਮਾਈਲ ਕਰਦੇ ਹਾਂ ਤਾਂ ਮੇਰਾ ਆਈ ਕਲਰ ਮੇਰੇ ਟੂਥ ਕਲਰ ਨਾਲ ਮੈਚ ਕਰਦਾ ਹੈ। ਜੇ ਮੈਂ ਇਹਦੇ 'ਚ ਕੁਝ ਡਿਸਕ੍ਰਿਪੈਂਸੀ ਲਿਆਉਂਦੀ ਹਾਂ ਉਹ ਨੋਟਿਸੇਬਲ ਹੋ ਜਾਂਦੀ ਹੈ। ਟੂਥਪੇਸਟ ਤਾਂ ਹੈਗੇ ਨੇ, ਤਾਂ ਮਾਰਕੀਟ 'ਚ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਮਾਊਥ ਫਰੈਸ਼ਨਰ ਵੀ ਨੇਗੇ ਜੀ, ਤਾਂ ਉਹ ਜਿਵੇਂ ਕਹਿੰਦੇ ਨੇ। ਗੁੱਡ ਕੁਐਸਚਨ ਜੀ। ਪੁਰਾਣੇ ਲੋਕ ਨਿੰਮ ਦੀ ਦਾਤਨ ਕਰਦੇ ਸੀ, ਹਾਰਡ ਫੂਡ ਖਾਂਦੇ ਸੀ, ਸੈਲਫ ਕਲੀਨਜ਼ਿੰਗ ਹੋਈ ਜਾਂਦੀ ਸੀ, ਉਹਦੇ ਨਾਲ ਉਹਨਾਂ ਦੇ ਜੌਜ਼ ਔਰ ਗਮਸ ਦੋਨੋਂ ਮਜ਼ਬੂਤ ਰਹਿੰਦੇ ਸੀ। ਸੌਫਟ ਦਾਤਨ ਤੋਂ ਸਟਾਰਟ ਕਰੋ, ਉਹ ਯੂਜ਼ ਕਰੋ। ਡਿਫਰੈਂਟ ਨਿੰਮ ਦੀ ਦਾਤਨ ਕੈਵਿਟੀਜ਼ ਨੂੰ ਰੋਕਦੀ ਹੈ, ਕਿੱਕਰ ਦੀ ਦਾਤਨ ਕਈ ਡਿਜ਼ੀਜ਼ਸ ਨੂੰ ਵੀ ਫਾਈਟ ਕਰਦੀ ਹੈ। 30 ਜਾਂ 40 ਦੀ ਉਮਰ ਤੋਂ ਬਾਅਦ ਜਾ ਕੇ ਉਹਦੇ ਦੰਦਾਂ ਨੂੰ ਕੀੜਾ ਲੱਗਣਾ ਵੀ ਸ਼ੁਰੂ ਹੋ ਗਿਆ, ਕੈਵਿਟੀ ਹੋ ਗਈ ਆ ਤੇ ਉਹਦੇ ਮੂੰਹ 'ਚੋਂ ਸਮੈਲ ਵੀ ਆਉਂਦੀ ਆ। ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਦਿਨ 'ਚ 2 ਵਾਰ ਬ੍ਰਸ਼ ਕਰਦੇ ਹਾਂ। ਫਟਕੜੀ ਇੱਕ ਐਲਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਯੂਜ਼ ਕਰਨ ਨਾਲ ਜਿਹੜਾ ਉਹ ਐਸਟ੍ਰਿੰਜੈਂਟ ਦਾ ਕੰਮ ਕਰਦੀ ਹੈ, ਆਫਟਰ ਟ੍ਰੀਟਮੈਂਟ ਇਹ ਕੀਤਾ ਜਾਏ ਤਾਂ ਗਮਸ ਥੋੜੇ ਜਿਹੇ ਸ਼ਾਈਨੀ, ਹਾਰਡ ਔਰ ਸੁੱਕੜ ਜਾਂਦੇ। ਬਹੁਤ ਸਾਰੇ ਬੱਚਿਆਂ ਨੂੰ ਮਿਲਕ ਕਿਊਰੀ ਵੀ ਹੁੰਦੀ ਆ, ਉਹਦੇ ਨਾਲ ਵੀ ਦੰਦਾਂ ਨੂੰ ਕਰੇੜਾ ਲੱਗ ਜਾਣਾ, ਮਤਲਬ ਕਾਲੇ ਹੋ ਜਾਣੇ, ਕੈਵਿਟੀ ਹੋਣੀ ਸ਼ੁਰੂ ਹੋ ਜਾਣੀ ਬਹੁਤ ਛੋਟੀ ਉਮਰ 'ਚ। ਪ੍ਰਾਇਮਰੀਲੀ ਇਸ ਦੀ ਬੋਟਲ ਫੀਡਿੰਗ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। ਅਕਸਰ ਅਸੀਂ ਸਿਹਤ ਨਾਲ ਜੁੜੀਆਂ ਹੋਈਆਂ ਇੰਟਰਵਿਊਜ਼ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਹਾਂ, ਪਰ ਉਹਨਾਂ ਇੰਟਰਵਿਊਜ਼ ਦੇ ਵਿੱਚ ਅਸੀਂ ਹਮੇਸ਼ਾ ਦੰਦਾਂ ਦੀ ਸਿਹਤ ਸੰਭਾਲ 'ਤੇ ਗੱਲ ਕਰਨੀ ਮਿਸ ਕਰ ਜਾਂਦੇ ਹਾਂ। ਸੋ ਅੱਜ ਦੀ ਇਹ ਖਾਸ ਇੰਟਰਵਿਊ ਸਿਰਫ ਦੰਦਾਂ ਦੀ ਸਿਹਤ ਸੰਭਾਲ 'ਤੇ ਹੋਊਗੀ ਕਿ ਦੰਦਾਂ ਦੀ ਅਸੀਂ ਸੰਭਾਲ ਕਿਵੇਂ ਕਰ ਸਕਦੇ ਹਾਂ, ਕੁਦਰਤੀ ਤਰੀਕੇ ਕਿਹੜੇ ਨੇ, ਜਾਂ ਦੰਦਾਂ ਦੀਆਂ ਕੁਝ ਜਿਹੜੀਆਂ ਕਾਮਨ ਮੁਸ਼ਕਿਲਾਂ ਨੇ ਸਾਨੂੰ ਸਾਰਿਆਂ ਨੂੰ ਹੀ ਆਉਂਦੀਆਂ ਨੇ, ਉਹ ਕਿਉਂ ਆਉਂਦੀਆਂ ਨੇ ਤੇ ਉਹਨਾਂ ਦਾ ਕੀ ਇਲਾਜ ਹੋ ਸਕਦਾ। ਇਹਦੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਡੈਂਟਲ ਸਰਜਨ ਡਾਕਟਰ ਮਨਦੀਪ ਕੌਰ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ ਤੁਸੀਂ? ਠੀਕ ਹੋ? ਹਾਂਜੀ। ਬੀ ਸੋਸ਼ਲ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਜਿਵੇਂ ਆਪਾਂ ਕਹਿੰਦੇ ਹਾਂ ਕਿ ਹਮੇਸ਼ਾ ਅਸੀਂ ਸਰੀਰ ਦੀ ਤੰਦਰੁਸਤੀ ਦੀ ਗੱਲ ਕਰਦੇ ਹਾਂ, ਪਰ ਦੰਦਾਂ ਦੀ ਤੰਦਰੁਸਤੀ ਨੂੰ ਅਸੀਂ ਹਮੇਸ਼ਾ ਹੀ ਅਣਦੇਖਿਆ ਕਰ ਦਿੰਦੇ ਹਾਂ ਤੇ ਦੰਦ ਵੀ ਤੰਦਰੁਸਤ ਹੋਣੇ ਚਾਹੀਦੇ ਨੇ, ਇਹਦੇ 'ਤੇ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ, ਹੈ ਨਾ। ਸਾਨੂੰ ਲੱਗਦਾ ਕਿ ਮੈਂ 2 ਟਾਈਮ ਬ੍ਰਸ਼ ਕਰ ਰਿਹਾ ਜਾਂ ਮੈਂ 1 ਟਾਈਮ ਬ੍ਰਸ਼ ਕਰ ਰਿਹਾ ਤੇ ਮੈਂ ਕੁਛ ਇੱਦਾਂ ਦਾ ਖਾ ਨਹੀਂ ਰਿਹਾ ਜਿਹਦੇ ਨਾਲ ਮੇਰੇ ਦੰਦਾਂ ਨੂੰ ਨੁਕਸਾਨ ਹੋਵੇ, ਇਹਦਾ ਮਤਲਬ ਮੈਂ ਆਪਣੇ ਦੰਦਾਂ ਦਾ ਬਹੁਤ ਧਿਆਨ ਰੱਖ ਰਿਹਾ ਨਾ। ਹਾਂਜੀ। ਬੇਸਿਕ ਸਵਾਲ ਜਿਵੇਂ ਅਸੀਂ ਬਾਹਰਲਿਆਂ ਨੂੰ ਸੁਣਦੇ ਹੁੰਦੇ ਹਾਂ, ਬਾਹਰਲੇ ਮੁਲਕਾਂ 'ਚ ਰਹਿੰਦੇ ਲੋਕਾਂ ਨੂੰ, ਕਿ ਅਸੀਂ ਹਰ 6 ਮਹੀਨੇ ਬਾਅਦ ਆਪਣੇ ਡੈਂਟਿਸਟ ਕੋਲੇ ਜਾਂਦੇ ਹੀ ਜਾਂਦੇ ਹਾਂ ਜੀ। ਇੱਧਰ ਆਪਣੇ ਪੰਜਾਬ 'ਚ ਖਾਸ ਤੌਰ 'ਤੇ ਅਸੀਂ ਉਹ ਚੀਜ਼ਾਂ ਨੂੰ ਮਿਸ ਕਰ ਜਾਂਦੇ ਹਾਂ। ਸਾਨੂੰ ਲੱਗਦਾ ਨਹੀਂ ਕਿ ਡੈਂਟਿਸਟ ਕੋਲੇ ਜਾਣਾ ਜ਼ਰੂਰੀ ਹੈ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਸਾਨੂੰ ਰੂਟੀਨ ਚੈੱਕਅਪ ਦੇ ਲਈ ਡੈਂਟਿਸਟ ਕੋਲੇ ਸਾਲ 'ਚ ਕਿੰਨੀ ਵਾਰੀ ਆਉਣਾ ਚਾਹੀਦਾ, ਜਾਂ ਫਿਰ ਕਿੰਨੇ ਟਾਈਮ ਬਾਅਦ ਸਾਨੂੰ ਵੈਸੇ ਬਿਨਾਂ ਕਿਸੇ ਦਿੱਕਤ ਤੋਂ ਵੀ ਡੈਂਟਿਸਟ ਕੋਲੇ ਜਾਣਾ ਚਾਹੀਦਾ? ਇਸ ਤਰ੍ਹਾਂ ਹੁੰਦਾ ਹੈ, ਜਦੋਂ ਬੱਚੇ ਦਾ ਪਹਿਲਾ ਦੰਦ ਆਏ ਉਦੋਂ ਤੋਂ ਲੈ ਕੇ ਜਿੰਨੀ ਸਾਡੀ ਏਜ ਹੈਗੀ ਆ ਉਹਦੇ ਵਿੱਚ 6 ਮਹੀਨਿਆਂ 'ਚ ਇੱਕ ਵਾਰੀ ਅਸੀਂ ਹੈਲੋ ਵਿਜ਼ਿਟ ਬੋਲਦੇ ਹਾਂ ਉਹਨੂੰ,
ਬੱਚਿਆਂ ਲਈ ਇਸ ਲਈ ਜ਼ਰੂਰੀ ਕਿ ਉਹਨਾਂ ਦੀ ਜਾਣ ਪਛਾਣ ਹੋ ਜਾਂਦੀ ਹੈ, ਬਿਨਾਂ ਕਿਸੇ ਪ੍ਰੋਬਲਮ ਦੇ ਦੋਸਤੀ ਹੋਈ ਹੋਏਗੀ ਤੇ ਕਦੀ ਉਹਨਾਂ ਨੂੰ ਲੋੜ ਪਏ ਕੁਝ ਕੰਮ ਕਰਨਾ ਹੈ, ਕਿੱਥੇ ਇੰਟਰਵੀਨ ਕਰਨਾ ਹੈ, ਕਿੱਥੇ ਬੱਚਿਆਂ ਦਾ ਟ੍ਰੀਟਮੈਂਟ ਜ਼ਰੂਰੀ ਹੈਗਾ, ਉਹ ਪੈਰੈਂਟਸ ਜਾਂ ਬੱਚੇ ਨੂੰ ਨਹੀਂ ਪਤਾ ਚੱਲਦਾ। ਇਸ ਵਾਸਤੇ ਉਹਨਾਂ ਦਾ ਰੂਟੀਨ ਚੈੱਕਅਪ ਵਾਸਤੇ ਉਹਨਾਂ ਨੂੰ ਗਰੋਇੰਗ ਏਜ ਦੇ ਵਿੱਚ ਇਹ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸੋ ਪੈਰੈਂਟ ਐਂਡ ਬੱਚੇ ਦੋਨੋਂ ਨੂੰ ਹੀ ਥੋੜੀ ਹੈਲਪ ਹੋ ਜਾਂਦੀ ਹੈ, ਕੀ ਚੀਜ਼ ਖਾਣੀ ਹੈ, ਕੀ ਦੇਣੀ ਹੈ, ਉੱਦਾਂ। ਪਲੱਸ ਜਦੋਂ ਅਸੀਂ ਐਜ਼ ਅ ਐਡਲਟ ਹਾਂ, ਜੇ ਅਸੀਂ ਚਾਈਲਡਹੁੱਡ ਵਿੱਚ ਹੀ ਰੂਟੀਨ 'ਚ ਜਾ ਰਹੇ ਹਾਂ, ਸਾਡਾ ਇੱਕੋ ਨੇਮ ਬਣਿਆ ਹੁੰਦਾ ਹੈ। ਜਿੱਦਾਂ ਅਸੀਂ ਆਈ ਚੈੱਕਅਪ ਲਈ ਐਵਰੀ ਗਰੋਇੰਗ ਸਟੇਜ ਤੇ ਜਦੋਂ ਡਾਕਟਰਸ ਦੱਸਦੇ ਨੇ ਕਿ ਜਦੋਂ ਗਰੋਥ ਸਪਰਟ ਆਏ ਉਦੋਂ ਆਈ ਚੈੱਕਅਪ ਲਈ ਜਾਣਾ ਚਾਹੀਦਾ ਹੈ, ਸਕੂਲਾਂ 'ਚ ਵੀ ਹੁੰਦੇ ਆ। ਅੱਜ ਕੱਲ੍ਹ ਅਸੀਂ ਇਹ ਮੁਹਿੰਮ ਤਾਂ ਚਲਾਈ ਹੈ ਕਿ ਹਰ ਸਕੂਲ ਦੇ ਵਿੱਚ ਇਹ ਅਵੇਅਰਨੈਸ ਕਰਾਈ ਜਾਏ ਕਿ ਰਾਈਟ ਫਰੋਮ ਪਲੇ ਗਰੁੱਪ ਟਿਲ ਪੂਰਾ ਸਟਾਫ ਅਸੀਂ ਸਾਰਾ ਚੈੱਕ ਕਰਕੇ ਸਾਰਿਆਂ ਨੂੰ ਕੱਲੀ ਚੀਜ਼ ਸਮਝਾ ਕੇ ਆਈ ਦੀ ਹੈ, ਇਸੇ ਵਾਸਤੇ ਕਿ ਇਹ ਮੈਸੇਜ ਉਹਨਾਂ ਦੇ ਪੈਰੈਂਟਸ ਤੱਕ ਪਹੁੰਚੇ ਕਿ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੋਣ ਤੱਕ ਇਹ ਮਿਸ ਨਹੀਂ ਕਰਨਾ ਹੈਲੋ ਵਿਜ਼ਿਟ। That is once in 6 months you have to visit your dentist. And ਜਿੱਥੋਂ ਤੱਕ ਹੁਣ ਦੀ ਗੱਲ ਹੈ, ਅੱਜ ਕੱਲ੍ਹ ਦੇ ਬੱਚੇ they are aware। ਸਿਰਫ ਇੱਕ ਹਿੱਚ ਹੈਗੀ ਹੈ, ਫਸਟ ਜਿਹੜੀ ਵਿਜ਼ਿਟ ਹੁੰਦੀ ਹੈ ਨਾ ਡੈਂਟਲ ਡਾਕਟਰ ਦੀ, ਉਹ ਹੁੰਦੇ ਤਾਂ ਡਾਕਟਰਸ ਹੀ ਹੈ ਨਾ, ਤਾਂ ਬੱਚਿਆਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਕੀ ਕਰਨਗੇ, ਉਹਨਾਂ ਕੋਲ ਬੜੇ ਸਾਰੇ ਔਜ਼ਾਰ ਹੁੰਦੇ ਨੇ, ਕੀ ਚੀਜ਼ਾਂ ਨੇ, ਉਸ ਤੋਂ ਉਹਨਾਂ ਨੂੰ ਇੱਕ ਫੋਬੀਆ ਹੁੰਦਾ। ਸੋ ਹੁਣ ਅਸੀਂ ਇਨਕਰੇਜ ਕਰ ਰਹੇ ਹਾਂ ਕਿ ਸਕੂਲਸ ਵਾਲਿਆਂ ਨੂੰ ਵੀ ਰਿਕੁਐਸਟ ਕਰ ਰਹੇ ਹਾਂ ਕਿ ਇੱਕ ਵਾਰੀ ਇੱਥੇ ਲਿਆ ਕੇ ਸੈਟਅਪ ਦੇ ਵਿੱਚ ਬੱਚਿਆਂ ਨੂੰ ਦਿਖਾਇਆ ਜਾਏ ਇਨ ਸਮਾਲ ਗਰੁੱਪਸ ਕਿ ਦਿਸ ਇਜ਼ ਹਾਊ ਅ ਡੈਂਟਿਸਟ ਵਰਕ ਐਂਡ ਇਟ ਡਜ਼ ਨਾਟ ਬੋਦਰ। ਐਂਡ ਤੁਸੀਂ ਅਗਰ ਅਵੇਅਰ ਹੋ ਕਿ YouTube ਤੇ ਛੋਟੇ ਕਾਰਟੂਨਸ ਵੀ ਆਏ ਨੇ ਜਿਹੜੇ ਬੱਚਿਆਂ ਨੂੰ ਹੈਲਪ ਕਰਦੇ ਆ, ਜਿਸ ਤਰ੍ਹਾਂ ਪੈਪਾ ਪਿਗ ਗੋਜ਼ ਟੂ ਅ ਡੈਂਟਿਸਟ ਕਰਕੇ, ਉਹ ਜ਼ਰੂਰ ਦਿਖਾਣੇ ਚਾਹੀਦੇ, ਉਹਦੇ ਨਾਲ ਉਹਨਾਂ ਦਾ ਫੋਬੀਆ ਨਿਕਲ ਜਾਂਦਾ ਹੈ। ਸੈਕੰਡਲੀ, ਅਗਰ ਅਸੀਂ ਐਜ਼ ਅ ਅਡਲਟ ਰੂਟੀਨ 'ਚ ਜਾਂਦੇ ਹਾਂ ਤਾਂ ਪਲੀਜ਼ ਬ੍ਰਿੰਗ ਯੋਰ ਚਾਈਲਡ ਅਲੋਂਗ। ਉਸ ਤੋਂ ਪਹਿਲੇ ਆਪਣੇ ਡੈਂਟਿਸਟ ਨੂੰ ਦੱਸ ਦਿਓ ਕਿ ਮੈਂ ਆਪਣੇ ਬੱਚੇ ਨੂੰ ਇੰਟਰੋਡਕਸ਼ਨ ਵਾਸਤੇ ਲੈ ਕੇ ਆ ਰਹੀ ਹਾਂ ਆਪਣੇ ਨਾਲ, ਤਾਂ ਕਿ ਅਸੀਂ ਉਹ ਬੱਚੇ ਨੂੰ ਵੀ ਕੰਫਰਟੇਬਲ ਕਰ ਦਿੰਦੇ ਹਾਂ। ਪੈਰੈਂਟ ਦਾ ਟ੍ਰੀਟਮੈਂਟ ਕਰਦੇ ਹੋਏ ਉਹ ਦੇਖਦੇ ਨੇ, ਉਹਨਾਂ ਦਾ ਉਹ ਫੋਬੀਆ ਨਿਕਲ ਜਾਂਦਾ। ਸੋ ਇਟ ਇਜ਼ ਵੈਰੀ ਈਜ਼ੀ ਫॉर ਅ ਚਾਈਲਡ ਟੂ ਐਸਕੇਲੇਟ ਇਨਟੂ ਅ ਡੈਂਟਲ ਆਫਿਸ ਵਿਚ ਸ਼ੁੱਡ ਬੀ ਐਜ਼ अर्ਲੀ ਐਜ਼ ਦ ਫਰਸਟ ਟੂਥ erupts in a child's mouth। ਉਹ ਤੋਂ ਵੀ ਪਹਿਲੇ ਜਦੋਂ ਮਮ ਪ੍ਰੈਗਨੈਂਟ ਹੁੰਦੇ ਨੇ, ਉਦੋਂ ਉਹਨਾਂ ਨੂੰ ਆਪਣੀ ਸਿਹਤ ਦੇ ਨਾਲ ਦੰਦਾਂ ਦਾ ਡਬਲ ਧਿਆਨ ਰੱਖਣਾ ਪੈਂਦਾ ਹੈ। ਜੋ ਖਾ ਰਹੇ ਨੇ, ਜੋ ਯੂਜ਼ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ ਨੇ। ਇਹਦੇ ਤੇ ਮੈਂ ਚਾਹੁੰਦੀ ਹਾਂ ਕਿ ਥੋੜ੍ਹਾ ਜਿਹਾ, ਕਿਉਂਕਿ ਮੈਂ ਕੁਐਸਚਨ ਰੱਖਿਆ ਨਹੀਂ, ਇਹ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀਗੇ ਉਦੋਂ ਇਹ ਚੀਜ਼ਾਂ ਤੁਸੀਂ ਵਿੱਚ ਇਨਕਲੂਡ ਕੀਤੀਆਂ ਨੇ, ਮੈਂ ਚਾਹੁੰਦੀ ਇਹਦੇ ਤੇ ਵੀ ਤੁਸੀਂ ਥੋੜ੍ਹਾ ਜਿਹਾ। ਸੀ ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਫੀਮੇਲਸ ਹੁੰਦੇ ਆ ਉਹਨਾਂ ਦੇ 2-3 ਸਟੇਜਸ ਤੇ ਹਾਰਮੋਨਸ ਚੇਂਜ ਹੁੰਦੇ ਆ, ਅਪ ਡਾਊਨ ਹੁੰਦੇ ਆ। ਹਾਰਮੋਨਲ ਚੇਂਜਸ ਦੇ ਨਾਲ ਆਪਣੇ ਗਮਸ ਦੇ ਵਿੱਚ ਸਵੈਲਿੰਗ ਆਣੀ ਨਾਰਮਲ ਹੈਗੀ ਹੈ। ਤਾਂ ਜਦੋਂ ਗਮਸ ਵਿੱਚ ਸਵੈਲਿੰਗ ਆਉਂਦੀ ਹੈ ਉਦੋਂ ਉਹ ਅੱਛੀ ਤਰ੍ਹਾਂ ਕਲੀਨ ਨਹੀਂ ਰਹਿ ਪਾਉਂਦੇ। ਉਸ ਟਾਈਮ ਪੀਰੀਅਡ ਦੇ ਵਿੱਚ ਅਗਰ ਕੋਈ ਲੇਡੀ ਆਪਣਾ ਧਿਆਨ ਨਹੀਂ ਰੱਖਦੇ ਜਾਂ ਉਹ ਸਵੋਲਨ ਗਮਸ ਨੂੰ ਅਸੀਂ ਟ੍ਰੀਟਮੈਂਟ ਨਹੀਂ ਦਿੰਦੇ, ਉਹਦੇ ਵਿੱਚ ਜਿਹੜੀ ਇਨਫੈਕਸ਼ਨ ਹੈ ਉਹ ਥਰੂ ਦੀ ਪਲੇਸੈਂਟਾ ਔਰ ਸਮਹਾਉ ਬੇਬੀ ਤੱਕ ਪਹੁੰਚ ਸਕਦੀ ਹੈ। ਵਨ ਥਿੰਗ। ਅਨਦਰ ਥਿੰਗ ਇਜ਼ ਉਹਦੇ ਨਾਲ ਕਈ ਪ੍ਰੈਗਨੈਂਸੀ ਕੰਪਲਿਕੇਸ਼ਨਸ ਆ ਸਕਦੀਆਂ। ਐਂਡ ਦੀ ਥਰਡ ਥਿੰਗ ਇਜ਼ ਅਗਰ ਤੁਹਾਡਾ ਹਾਈਜੀਨ ਅੱਛਾ ਨਹੀਂ ਹੋਏਗਾ, ਤੁਹਾਡੀ ਆਪਣੀ ਹੈਲਥ ਵੀ ਉਨੀ ਬੈਟਰ ਨਹੀਂ ਰਹਿੰਦੀ। ਯੂ ਆਰ ਮੋਰ ਪ੍ਰੋਨ ਟੂ ਇਨਫੈਕਸ਼ਨਸ। ਸੋ ਉਸ ਟਾਈਮ ਤੇ ਡੈਂਟਿਸਟ ਕੋਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਵਨਸ ਯੂ ਨੋ ਯੂ ਪ੍ਰੈਗਨੈਂਟ, ਦੈਨ 3rd ਮੰਥ ਵਿੱਚ ਫਿਰ ਸੈਕੰਡ ਟ੍ਰਾਈਮੈਸਟਰ 'ਚ ਐਂਡ ਦੈਨ 3rd ਟ੍ਰਾਈਮੈਸਟਰ 'ਚ। ਸੈਕੰਡ ਟੂ ਜਦੋਂ 3rd ਟ੍ਰਾਈਮੈਸਟਰ ਜਾਂਦੇ ਆ ਉਦੋਂ ਇੱਕ ਹਾਰਮੋਨਲ ਚੇਂਜ ਆਉਂਦਾ ਹੈ। 3rd ਟ੍ਰਾਈਮੈਸਟਰ ਦੇ ਐਂਡ ਤੇ ਬਿਫੋਰ ਡਿਲੀਵਰੀ ਵੀ ਅਸੀਂ ਪ੍ਰਮੋਟ ਕਰੀਦਾ ਐਂਡ ਆਫਟਰ ਬੇਬੀ ਵੀ ਅਗੇਨ ਹਾਰਮੋਨਲ ਚੇਂਜ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਲੇਡੀ ਇਜ਼ ਕੰਫਰਟੇਬਲ, ਦੈਨ ਆਲਸੋ ਵੀ ਟੈਲ them ਕਿ ਇੱਕ ਵਾਰੀ ਆ ਕੇ ਅਗਰ ਤੁਹਾਨੂੰ ਕੋਈ ਗਮਸ ਵਿੱਚ ਪ੍ਰੋਬਲਮ ਹੈ, ਕੋਈ ਬਲੀਡਿੰਗ ਗਮਸ ਬੜੀ ਕਾਮਨ ਕੰਪਲਿਕੇਸ਼ਨ ਹੈ ਪ੍ਰੈਗਨੈਂਸੀ ਦੇ ਵਿੱਚ। ਕੁਝ ਆਉਂਦੇ ਨੇ, ਕੁਝ ਇਹ ਡਰ ਕੇ ਆਉਂਦੇ ਆ ਕਿ ਡਾਕਟਰ ਕੋਲ ਨਹੀਂ ਜਾਣਾ ਹੁੰਦਾ, ਇੱਦਾਂ ਦਾ ਟ੍ਰੀਟਮੈਂਟ, ਡੈਂਡਾ ਦਾ ਟ੍ਰੀਟਮੈਂਟ ਅਸੀਂ ਸਪੈਸ਼ਲੀ ਪ੍ਰੈਗਨੈਂਸੀ 'ਚ ਨਹੀਂ ਲੈਣਾ। ਇਸ ਤਰ੍ਹਾਂ ਦਾ ਕੋਈ ਸਿਨੈਰੀਓ ਨਹੀਂ ਹੈਗਾ, ਕਿਤੇ ਕੰਟਰਾਇੰਡੀਕੇਸ਼ਨ ਨਹੀਂ ਹੈ। ਯੂ ਕੈਨ ਈਵਨ ਆਸਕ ਯੋਰ ਗਾਇਨੋਕੋਲੋਜਿਸਟ ਕਿ ਅਸੀਂ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ। ਕਈ ਲੇਡੀਜ਼ ਨੂੰ ਤਾਂ ਬਹੁਤ ਪ੍ਰੋਬਲਮ ਵੀ ਹੁੰਦੀ ਤਾਂ ਵੀ ਉਹ ਦੰਦ ਦਾ ਟ੍ਰੀਟਮੈਂਟ ਨਹੀਂ ਕਰਾਉਂਦੇ। ਐਜ਼ ਅ ਰਿਜ਼ਲਟ ਦਵਾਈ ਖਾਂਦੇ ਜਿਹਦਾ ਸਾਈਡ ਇਫੈਕਟ ਬੱਚੇ ਤੇ ਹੁੰਦਾ। ਸੋ ਈਵਨ ਇਨ ਦੈਟ ਸਟੇਜ ਇਟ ਇਜ਼ ਵੈਰੀ ਇੰਪੋਰਟੈਂਟ ਕਿ ਸਕੇਲਿੰਗ, ਬ੍ਰਸ਼ਿੰਗ ਜਾਂ ਬੇਸਿਕ ਜਿਹੜੀਆਂ ਗਾਈਡਲਾਈਨਸ ਹੈ ਉਹ ਆਪਣੇ ਡੈਂਟਿਸਟ ਕੋਲ ਆ ਕੇ ਜ਼ਰੂਰ ਲੈ ਲੈਣਾ। ਦੈਟ ਇਜ਼ ਅ ਗ੍ਰੇਟ ਹੈਲਪ। ਬਿਲਕੁਲ। ਇੱਕ ਚੀਜ਼ ਜਿਵੇਂ ਮੈਂ ਆਪਣੀ ਬੇਟੀ ਦਾ ਰੈਫਰੈਂਸ ਦੇ ਕੇ ਕਰ ਰਹੀ ਸੀ ਕਿ ਉਹਨੂੰ ਕੈਵਿਟੀ ਹੈ, ਹਾਲਾਂਕਿ ਉਹਨੂੰ ਅਸੀਂ ਚਾਕਲੇਟ 3 ਸਾਲ ਤੱਕ ਇੰਟਰੋਡਿਊਸ ਹੀ ਨਹੀਂ ਕੀਤਾ ਜਾਂ ਉਹਨੂੰ ਦੁੱਧ 'ਚ ਮਿੱਠਾ ਵੀ ਨਹੀਂ ਦਿੱਤਾ, ਤਾਂ ਉੱਥੇ ਤੁਸੀਂ ਕਿਹਾ ਕਿ ਜਦੋਂ ਬਹੁਤ ਛੋਟੇ ਬੱਚੇ ਨੂੰ ਆਪਾਂ ਕਿਸ ਕਰਦੇ ਹਾਂ ਜਾਂ ਉਹਨੂੰ ਚੁੰਮਦੇ ਹਾਂ, ਪਿਆਰ ਕਰਦੇ ਹਾਂ, ਜਦੋਂ ਛੋਟਾ ਬੇਬੀ ਹੁੰਦਾ ਨਾ ਉਦੋਂ ਕੀ ਹੁੰਦਾ, ਉਹ ਐਡੋਰੇਬਲ ਜਿਹਾ ਹੁੰਦਾ।
ਤੁਸੀਂ ਰੈਜ਼ਿਸਟ ਹੀ ਨਹੀਂ ਕਰ ਸਕਦੇ। ਡਾਕਟਰਸ ਬੋਲਦੇ ਆ ਪੈਰ ਤੇ ਕਿਸ ਕਰੋ, ਫੇਸ ਤੇ ਨਹੀਂ ਕਰੋ, ਹੱਥ ਤੇ ਕਰ ਲਓ। ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਅਡਲਟਸ ਦੇ ਓਰਲ ਕੈਵਿਟੀ 'ਚ ਬੈਕਟੀਰੀਆਜ਼ ਹੈ ਜਾਂ ਜਿਹੜੇ ਸਾਡੇ ਹੱਥਾਂ ਤੇ ਬੈਕਟੀਰੀਆਜ਼ ਹੈਗੇ ਨੇ, ਉਹ ਅਸੀਂ ਇੱਕ ਛੋਟੇ ਜਿਹੇ ਬੱਚੇ ਜਿਹਦਾ ਇਮਿਊਨ ਸਿਸਟਮ ਡਿਵੈਲਪ ਨਹੀਂ ਹੁੰਦਾ ਉਹਨੂੰ ਇੰਟਰੋਡਿਊਸ ਕਰ ਦਿੰਦੇ ਹਾਂ, ਸਪੈਸ਼ਲੀ ਮਮ ਜਾਂ ਡੈਡ। ਜਦੋਂ ਆਪਾਂ ਕਿਸ ਕਰਦੇ ਹਾਂ ਉਹ ਬੈਕਟੀਰੀਆਜ਼ ਟ੍ਰਾਂਸਫਰ ਹੋ ਜਾਂਦੇ ਆ। ਸੋ ਵੁੱਡ ਬੀ ਜਿਹੜੇ ਪੈਰੈਂਟਸ ਹੈ ਉਹਨਾਂ ਨੂੰ ਜ਼ਰੂਰ ਆਪਣੀ ਸਕੇਲਿੰਗ, ਆਪਣਾ ਹਾਈਜੀਨ ਮੇਨਟੇਨ ਕਰਕੇ ਰੱਖਣਾ ਹੈ। ਸੈਕੰਡਲੀ, ਜਦੋਂ ਬੇਬੀ ਹੁੰਦਾ ਹੈ ਆਪਾਂ ਬਹੁਤ ਕਲੋਜ਼ ਉਹਦੇ ਲਿਪਸ ਤੇ ਜਾਂ ਮੂੰਹ ਤੇ ਕਿਸ ਨਾ ਕਰੀਏ ਤੇ ਉਹ ਬੈਟਰ ਰਹਿੰਦਾ ਹੈ। ਔਰ ਜਿਸ ਤਰ੍ਹਾਂ ਬੇਬੀ ਵੱਡਾ ਹੁੰਦਾ ਹੈ ਉਹ ਤੁਹਾਨੂੰ ਜਿਸ ਤਰ੍ਹਾਂ ਦੇਖੇਗਾ ਕਿ ਤੁਹਾਡਾ ਰੂਟੀਨ ਕੀ ਹੈ ਉਹਨੇ ਉਹੀ ਫੋਲੋ ਕਰਨਾ ਹੈ। ਤੁਸੀਂ ਉਹਨੂੰ ਕਹੋਗੇ ਕਿ ਬੇਟਾ ਇਦਾਂ ਕਰਨਾ ਹੈ ਤਾਂ ਉਹ ਨਹੀਂ ਕਰਨਗੇ। ਜਦੋਂ ਬੋਲਣ ਦੀ ਸਟੇਜ ਵਿੱਚ ਆਣਗੇ ਉਦੋਂ ਦੱਸਣਗੇ ਕਿ ਯੂ ਡੋਂਟ ਡੂ ਦਿਸ। ਜਦ ਤੱਕ ਬੋਲ ਨਹੀਂ ਪਾਉਂਦੇ ਉਹ ਆਬਜ਼ਰਵੈਂਟ ਹੁੰਦੇ ਆ। ਬਿਲਕੁਲ। ਉਦੋਂ ਉਸ ਸਟੇਜ ਵਿੱਚ ਜੇ ਤੁਸੀਂ ਬ੍ਰਸ਼ ਕਰ ਰਹੇ ਹੋ ਖਾਣਾ ਖਾਣ ਤੋਂ ਬਾਅਦ, ਤੁਸੀਂ ਹੈਂਡ ਵਾਸ਼ ਕਰ ਰਹੇ ਹੋ, ਕਰੇਗਾ। ਜੇ ਤੁਸੀਂ ਨਹੀਂ ਕਰ ਰਹੇ ਹੋ ਨਹੀਂ ਕਰੇਗਾ। ਸਿਮਿਲਰਲੀ ਇਫ ਹੀ ਡਜ਼ਨਟ ਸੀ ਯੂ ਕਿ ਤੁਸੀਂ ਡਾਕਟਰ ਕੋਲ ਜਾ ਰਹੇ ਹੋ ਤਾਂ ਉਹ ਛੋਟਾ ਬੱਚਾ ਜਾਂ ਬੱਚੀ ਜਾਨ ਚ ਇਤਰਾਜ਼ ਕਰੇਗਾ ਕਿ ਮੈਂ ਨਹੀਂ ਜਾਣਾ, ਤੁਸੀਂ ਤਾਂ ਦਿਖਾਏ ਨਹੀਂ ਕਦੀ ਆਪਣੇ ਟੀਥ, ਬਿਲਕੁਲ, ਮੈਨੂੰ ਕਿਉਂ ਲੈ ਕੇ ਜਾ ਰਹੇ ਹੋ। ਸੋ ਇਟ ਇਜ਼ ਓਨਸ ਇਜ਼ ਔਨ ਅਸ। ਜੇ ਅਸੀਂ ਆਪਣੇ ਆਪ ਨੂੰ ਸੈਲਫ ਇੰਪਰੋਵਾਈਜ਼ ਕਰੀਏ, ਆਪਣੇ ਪੈਰੈਂਟਸ ਨੂੰ ਕਨਵਿੰਸ ਕਰੀਏ ਕਿ ਨੋ ਦੇयर ਇਜ਼ ਨੋ ਪ੍ਰੋਬਲਮ, ਇੱਕ ਵਾਰੀ ਜਾ ਕੇ ਪਤਾ ਚੱਲ ਜਾਂਦਾ ਹੈ ਕਿ ਮੈਨੂੰ ਇਹ ਪ੍ਰੋਬਲਮ ਹੈ, ਦੈਨ ਕੋਈ ਵੀ ਡੈਂਟਿਸਟ ਇਸ ਤਰ੍ਹਾਂ ਨਹੀਂ ਕਰਦਾ ਕਿ ਤੁਸੀਂ ਬੈਠੇ ਹੋ ਤੇ ਤੁਹਾਡਾ ਰਾਈਟ ਲੈਫਟ ਕੁਝ ਕਰਨਾ ਸ਼ੁਰੂ ਕਰ ਦੇਣਗੇ। ਵੀ ਆਰ ਆਲਸੋ ਅਵੇਅਰ ਕਿ ਪਰਸਨ ਜਿਹੜਾ ਪਹਿਲੀ ਵਾਰੀ ਆ ਰਿਹਾ ਹੈ ਉਹਨੂੰ ਫੋਬੀਆ ਹੈ, ਉਹਨੂੰ ਇਹ ਗੱਲ ਸਮਝਾਣੀ ਪੈਂਦੀ ਹੈ ਕਿ ਇਹ ਪ੍ਰੋਬਲਮਸ ਹੈਗੀਆਂ ਨੇ ਜੀ, ਇਹਦਾ ਇਸ ਤਰ੍ਹਾਂ ਟ੍ਰੀਟਮੈਂਟ ਹੋਏਗਾ, ਇੰਨਾ ਖਰਚਾ ਆਏਗਾ ਔਰ ਨਹੀਂ ਕਰਾਓਗੇ ਤਾਂ ਇਹ ਸਾਈਡ ਇਫੈਕਟ ਹੈ। ਬਿਲਕੁਲ। तो फोर्स नहीं किया जाता है। सो एक बारी आके पता करना, पता होना बहुत जरूरी है कि मैनू ये तकलीफ है। फिर चाहे तो तुसी नैट के थ्रू उन्होंने रिकलैक्ट कर सकते हो, देख सकते हो कि डॉक्टर ने जो दसिया इत्थे हैगा, कोई क्वेरीज है तो फोन करके पूछ सकते हो। डोंट गेट योरसेल्फ ट्रीटेड जब तक तुहाडी अपनी तसल्ली नहीं होंदी, तुसी पूरा श्योर नहीं हो जाते। एक डॉक्टर तो सैटिस्फैक्शन नहीं है, किते होर चले जाओ, पर कराओ जरूर चैकअप एंड ट्रीटमेंट। ਇਹ ਵੀ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹੀ ਡਾਕਟਰ ਕੋਲੇ ਜਾ ਰਹੇ ਹੋ, ਹਨਾ। ਕਈ ਵਾਰ ਤੁਸੀਂ ਇੱਕ ਡਾਕਟਰ ਕੋਲੇ ਜਾਂਦੇ ਹੋ ਵੀ ਕੈਪਿੰਗ ਕਰਾਉਣੀ ਸੀਗੀ ਤਾਂ ਉਹਨਾਂ ਨੇ ਜਿਹੜੇ ਤੁਹਾਡੇ 2 ਹੈਲਦੀ ਟੀਥ ਸੀਗੇ ਉਹ ਵੀ ਨਾਲ ਖਰਾਬ ਕਰ ਦਿੱਤੇ ਨੇ ਕੈਪਿੰਗ ਕਰਨ ਦੇ ਲਈ। ਫਿਰ ਤੁਸੀਂ ਨੈਕਸਟ ਡਾਕਟਰ ਕੋਲੇ ਜਾਂਦੇ ਹੋ, ਕਹਿੰਦੇ ਨੇ ਕਿ ਇਹ ਤਾਂ ਤੁਸੀਂ ਗਲਤ ਕਰਵਾਇਆ ਹੈ, ਹਨਾ। ਸੋ ਉਹ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਿ 2 ਡਾਕਟਰਸ ਦਾ ਲਾਈਨ ਆਫ ਟ੍ਰੀਟਮੈਂਟ ਸਿਮਿਲਰ ਨਹੀਂ ਹੋਏਗਾ, ਹੈ ਨਾ। ਇੱਕ ਤੁਹਾਡਾ ਮਾਈਂਡਸੈਟ ਕਿਸੇ ਹੋਰ ਲਾਈਨ ਤੇ ਚੱਲ ਸਕਦਾ ਹੈ, ਮੇਰਾ ਕਿਸੇ ਹੋਰ ਤੇ। ਟ੍ਰੀਟਮੈਂਟ ਦੋਨੋਂ ਠੀਕ ਹੈ। ਗੱਲ ਹੁੰਦੀ ਹੈ ਕਿ ਮਿਸਿੰਗ ਟੂਥ ਨੂੰ ਰਿਪਲੇਸ ਕਰਨਾ ਹੈ। ਜੇ ਦੰਦ ਨਿਕਲਿਆ ਉਹ ਲੱਗਣਾ ਹੈ, ਨਿਕਲਣਾ ਨਹੀਂ ਚਾਹੀਦਾ। ਦੈਟ ਇਜ਼ ਮਾਈ ਪੁਆਇੰਟ। ਜੇ ਅਸੀਂ ਰੂਟੀਨ 'ਚ ਜਾਂਦੇ ਹਾਂ ਚੈੱਕਅਪ ਵਾਸਤੇ, ਛੋਟੀ ਜੀ ਪ੍ਰੋਬਲਮ ਕਿਉਰ ਹੋ ਜਾਂਦੀ ਹੈ, ਦੰਦ ਕੱਢਣ ਦੀ ਨੌਬਤ ਨਹੀਂ ਆਉਂਦੀ। ਡੈਂਟਿਸਟ ਕੋਲ ਜਾਣਾ ਕਿਉਂ ਹੈ 6 ਮਹੀਨਿਆਂ ਬਾਅਦ? ਸਾਡੇ ਕੋਲ 32 ਦੰਦ ਹੈ, 32 ਚੋਂ 4 ਚਲੇ ਗਏ, ਕੰਮ ਚੱਲਦਾ ਰਹੇਗਾ? ਨਹੀਂ। Our little finger can't perform what our thumb can. Similarly, front teeth ਉਹ ਨਹੀਂ ਕਰ ਸਕਦੇ ਜਿਹੜੇ ਪਿਛਲੇ ਕਰਦੇ ਆ। ਕੋਈ ਵੀ ਦੰਦ ਕੱਢਣਾ ਹੁੰਦਾ ਜਾਂ ਲੋੜ ਨਹੀਂ ਹੁੰਦੀ ਤਾਂ ਸਾਨੂੰ ਦੇਣਾ ਨਹੀਂ ਸੀ ਵਾਹਿਗੁਰੂ ਜੀ ਨੇ। So every tooth has a role, right? So we have to keep and understand the importance of each single tooth. ਪਹਿਲੇ ਤਾਂ ਜਿਹੜੇ ਆਪਦੇ teeth ਹੈ ਸਿਵਾਏ ਇੱਕ wisdom tooth ਤੇ, ਜਿਹਨੂੰ ਅਸੀਂ ਕਹੀਦਾ ਕਿ ਜੇ ਉਹ ਤੰਗ ਕਰ ਰਿਹਾ ਤੇ ਅਸੀਂ ਕੱਢ ਸਕਦੇ ਹਾਂ, ਦੈਟ ਇਜ਼ ਅ ਵੇਸਟ ਟੂਥ। ਉਹ ਚਬਾਨ 'ਚ ਪਾਰਟਿਸਿਪੇਟ ਨਹੀਂ ਕਰਦਾ। ਬਾਕੀ ਦੰਦਾਂ 'ਚ ਕੋਈ ਵੀ ਦੰਦ ਕੱਢਣ ਦੀ ਨੌਬਤ ਤੱਕ ਨਹੀਂ ਜਾਣਾ ਚਾਹੀਦਾ। ਜਿਹੜੀ ਸਾਡੀ ਜੀਭ ਹੈ, ਜਿਸ ਤਰ੍ਹਾਂ ਅਜਵਾਇਨ ਦੇ ਨਿੱਕੇ ਜਿੰਨੇ ਕਣ ਨੂੰ ਵੀ ਬਾਰ-ਬਾਰ ਪੋਕ ਕਰਕੇ ਦੱਸਦੀ ਹੈ ਕਿ ਇੱਥੇ ਕੁਝ ਫਸਿਆ, ਇਹਨੂੰ ਕੱਢ ਦਿਓ। ਲੇਕਿਨ ਜਦੋਂ ਕੈਵਿਟੀ ਹੋ ਜਾਂਦੀ ਹੈ ਸਾਡੀ ਜੀਭ ਜਾਂਦੀ ਹੈ, ਰੋਜ਼ਾਨਾ ਜਾਂਦੀ ਹੈ, ਕਲੀਨ ਕਰਦੀ ਹੈ ਉਹ ਜਗ੍ਹਾ, ਸਾਨੂੰ ਪਤਾ ਚੱਲਦਾ ਹੈ ਕਿ ਇੱਥੇ ਕੁਝ ਫਸਦਾ ਹੈ, ਅਸੀਂ ਬੋਦਰ ਨਹੀਂ ਕਰਦੇ। ਉਹੀ ਜਗ੍ਹਾ ਜਿਹੜੀ ਹੈ ਉਹ ਰਾਈਟ ਫਰਮ ਅਜਵਾਇਨ ਦੇ ਦਾਣੇ ਤੋਂ ਮਟਰ ਦੇ ਦਾਣੇ ਜਿੰਨੀ ਵੱਡੀ ਹੋ ਜਾਂਦੀ ਹੈ। ਅਸੀਂ ਜਾਣਦੇ ਉਦੋਂ ਜਦੋਂ ਪੇਨ ਹੁੰਦੀ ਹੈ। ਜਦੋਂ ਪੇਨ ਹੁੰਦੀ ਹੈ ਜਿਹੜੀ ਦੰਦ ਦੀ ਇਨਰਮੋਸਟ ਲੇਅਰ ਹੁੰਦੀ ਹੈ ਜਿੱਥੇ ਨਰਵਸ ਜਾਂ ਵੈਸਲਸ ਹੈ ਉੱਥੇ ਤੱਕ ਉਹ ਡੈਮੇਜ ਹੋ ਚੁੱਕੀ ਹੁੰਦੀ ਹੈ। ਸੋ ਇੱਕ ਗੱਲ ਹੀ ਗਲਤ ਹੈ ਕਿ ਦਰਦ ਹੋਏਗੀ ਤਾਂ ਡਾਕਟਰ ਕੋਲ ਜਾਣਾ ਹੈ। ਬਿਲਕੁਲ। ਅਸੀਂ ਦੂਸਰੇ ਡਾਕਟਰ ਨਹੀਂ ਆ। ਵੀ ਆਰ ਹੇਅਰ ਟੂ ਹੈਲਪ ਯੂ, ਨਾਟ ਟੂ ਟ੍ਰੀਟ ਯੋਰ ਟੀਥ ਬਟ ਟੂ ਕੰਜ਼ਰਵ ਦੈਮ। ਜੇ ਆਪਾਂ ਆਪਣੇ ਦੰਦ ਦੀ ਬਣਾਵਟ, ਉਹਦੀ ਸਟਰੈਂਥ ਨੂੰ ਬਰਕਰਾਰ ਨਹੀਂ ਰੱਖਾਂਗੇ ਫਿਰ ਅਸੀਂ ਪ੍ਰੋਬਲਮ 'ਚ ਪਹੁੰਚ ਜਾਂਦੇ ਹਾਂ। ਫਿਰ ਤਾਂ ਅਸੀਂ ਜਾਂਦੇ ਹੀ ਹੈ ਨਾ। ਜੇ ਦੰਦ ਕੱਢਿਆ ਗਿਆ, ਦੇਖੋ 2 ਦੰਦਾਂ ਦੀ ਸਪੋਰਟ ਨਾਲ ਵੀ ਦੰਦ ਲੱਗ ਸਕਦਾ ਹੈ ਔਰ ਇੱਕ ਸਕਰੂ ਦੀ ਹੈਲਪ ਨਾਲ ਵੀ ਦੰਦ ਲੱਗ ਸਕਦਾ ਹੈ, ਇੱਕ ਡੈਂਚਰ ਦੀ ਹੈਲਪ ਨਾਲ ਵੀ ਲੱਗ ਸਕਦਾ ਹੈ, ਇੱਕ ਇਸ ਤਰ੍ਹਾਂ ਆਰਟੀਫਿਸ਼ੀਅਲੀ ਉਹਨੂੰ ਬਣਾਇਆ ਵੀ ਜਾ ਸਕਦਾ ਹੈ ਜੇ ਉਹਦਾ ਬੇਸ ਕੁਝ ਰਫ ਜਿਹਾ ਹੈਗਾ। ਸੋ ਇਟ ਆਲ ਡਿਪੈਂਡਸ ਅਪਨ ਦੀ ਸਰਕਮਸਟੈਂਸਿਸ, ਦੀ ਇਕਨੋਮਿਕ ਹੈਲਥ ਆਫ ਦੀ ਪਰਸਨ ਕਿ ਕਿੰਨਾ ਕੁ ਅਫੋਰਡ ਕਰ ਸਕਦੇ ਨੇ ਤੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਚਾਹੀਦਾ ਹੈ। ਟ੍ਰੀਟਮੈਂਟ ਰਿਪਲੇਸਮੈਂਟ ਦੀ ਤੁਸੀਂ ਗੱਲ ਕੀਤੀ, ਉਹਦੇ 'ਚ
ਕਾਸਟ ਵਾਈਜ਼ ਬਹੁਤ ਵੇਰੀਏਸ਼ਨ ਹੈਗੀ ਹੈ। ਕਈ ਪੇਸ਼ੈਂਟਸ ਨਹੀਂ ਕਰਾ ਸਕਦੇ, ਡਾਕਟਰ ਨੂੰ ਲੱਗਦਾ ਹੈ ਕਿ ਇਹਨਾਂ ਦੀ ਇਕਨੋਮਿਕ ਇੰਨਾ ਹੀ ਅਲਾਉ ਕਰੇਗੀ ਤਾਂ ਉਸ ਤਰ੍ਹਾਂ ਦਾ ਟ੍ਰੀਟਮੈਂਟ ਦੇ ਸਕਦੇ ਆ, ਬਟ ਆਲ ਦਿਸ ਇਜ਼ ਨਾਟ ਡਨ ਐਟ ਵੰਸ। ਜੇ ਡਾਕਟਰ ਨੇ ਨਹੀਂ ਐਕਸਪਲੇਨ ਕੀਤਾ, ਯੂ ਸ਼ੁਡ ਆਸਕ ਕਿ ਇਸ ਤੋਂ ਉੱਪਰ ਜਾਂ ਥੱਲੇ ਕੋਈ ਹੋਰ ਟ੍ਰੀਟਮੈਂਟ ਹੈ, ਮੇਰੇ ਲਈ ਕੀ ਚੀਜ਼ ਜ਼ਿਆਦਾ ਅੱਛੀ ਹੈ ਔਰ ਕਿਸ ਬੇਸਿਸ ਤੇ ਤੁਸੀਂ ਇਹ ਡਿਸਾਈਡ ਕਰ ਰਹੇ ਹੋ। ਸੋ ਇੱਕ ਹੁੰਦਾ ਕੰਸਲਟੇਸ਼ਨ। ਅਸੀਂ ਕਈ ਵਾਰੀ ਡਾਕਟਰ ਨੂੰ ਕਹਿੰਦੇ ਆ ਵੀ ਤੁਹਾਨੂੰ ਪੈਸੇ ਗੱਲਬਾਤ ਦੇ ਕੀ ਪੈਸੇ ਦੇਣੇ ਆ, ਉਹ ਪੈਸੇ ਗੱਲਬਾਤ ਦੇ ਨਹੀਂ ਹੁੰਦੇ, ਉਹ ਤੁਹਾਡੀ ਮੈਂਟਲ ਸੈਟਿਸਫੈਕਸ਼ਨ ਦੇ ਹੁੰਦੇ ਆ। ਤੁਹਾਨੂੰ ਇਹ ਜਾਣਨਾ ਵੀ ਜ਼ਰੂਰੀ ਹੈ ਔਰ ਡਾਕਟਰ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਕੀ ਚੀਜ਼ ਹੈ, ਕਿਉਂ ਟ੍ਰੀਟਮੈਂਟ ਚਾਹੀਦਾ ਹੈ ਨਾ। ਉਹ ਸਮਝਣ ਵਾਸਤੇ ਇਫ ਯੂ ਪੇ ਦੈਟ ਕੰਸਲਟੇਸ਼ਨ ਫੀ, ਟਾਈਮ ਲੈ ਕੇ ਜਾਓ ਤੇ ਉਹਨਾਂ ਨਾਲ ਬੈਠ ਕੇ ਪੂਰੀ ਗੱਲ ਸਮਝ ਕੇ ਆਓ, ਦੈਨ ਯੂ ਮੇਕ ਅਪ ਯੋਰ ਮਾਈਂਡ। ਫਿਰ ਇਹ ਪ੍ਰੋਬਲਮਸ ਕਿ ਇੱਕ ਠੀਕ ਹੋਇਆ ਨਹੀਂ ਹੋਇਆ, ਇਹ ਤੁਹਾਡੇ ਉਲਝਣ ਰਹਿੰਦੀ ਨਹੀਂ ਮਾਈਂਡ 'ਚ। ਬਿਲਕੁਲ। ਤੇ ਹੁਣ ਅਸੀਂ ਗੱਲ ਕਰਦੇ ਹਾਂ, ਜਦੋਂ ਆਪਾਂ ਕਹਿੰਦੇ ਕਿ ਜਦੋਂ ਬੱਚੇ ਦੇ ਦੰਦ ਨਿਕਲਣੇ ਸ਼ੁਰੂ ਹੁੰਦੇ ਉਹਨੂੰ ਅਸੀਂ ਟੀਥਿੰਗ ਸਟੇਜ ਕਹਿ ਦਿੰਦੇ ਹਾਂ, ਹੈ ਨਾ। ਤਾਂ ਉੱਥੇ ਬਹੁਤ ਸਾਰੇ ਜਿਵੇਂ ਟੀਥਰ ਵਗੈਰਾ ਆਪਾਂ ਬੱਚੇ ਨੂੰ ਲਿਆ ਕੇ ਦਿੰਦੇ ਹਾਂ ਤਾਂ ਕਿ ਉਹ ਚੱਬਦਾ ਰਵੇ, ਜਾਂ ਕਈ ਬੱਚੇ ਨੇ ਉਹ ਹੱਥ ਮੂੰਹ 'ਚ ਰੱਖਦੇ ਨੇ ਜਦੋਂ ਉਹਨਾਂ ਦੇ ਦੰਦ ਨਿਕਲਣ ਵਾਲੇ ਹੁੰਦੇ ਨੇਗੇ, ਜਾਂ ਜਿਵੇਂ ਮੈਂ ਕਿਹਾ ਆਪਾਂ ਟੀਥਰ ਵਗੈਰਾ ਉਹਨਾਂ ਨੂੰ ਲਿਆ ਕੇ ਦੇ ਦਿੰਦੇ ਹਾਂ, ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਵੇਂ ਕੋਈ ਹਾਰਡ ਸਟਿਕ ਕੋਈ ਇੱਦਾਂ ਦੀ ਹੋ ਗਈ, ਹੈ ਨਾ, ਸਨੈਕ ਸਟਿਕ ਕੋਈ ਹਾਰਡ ਜਿਹੜੀ ਹੁੰਦੀ ਹੈ ਉਹ ਆਪਾਂ ਲਿਆ ਕੇ ਦੇ ਦਿੰਦੇ ਹਾਂ ਤਾਂ ਕਿ ਉਹ ਚੱਬਦਾ ਰਵੇ ਤੇ ਉਹਦੇ ਗਮਸ ਨੂੰ ਦਿੱਕਤ ਨਾ ਹੋਵੇ। ਤੇ ਉਹਦੇ ਲਈ ਤੁਸੀਂ ਮੈਨੂੰ ਦੱਸੋ, ਜਾਂ ਕਈ ਵਾਰੀ ਆਪਾਂ ਬੱਚਿਆਂ ਨੂੰ ਕਿਹੜੀਆਂ ਛੋਟੇ ਮੈਨੂੰ ਨਾਂ ਭੁੱਲ ਗਏ, ਕੈਲਸ਼ੀਅਮ ਦੀਆਂ ਗੋਲੀਆਂ ਵੀ ਹੁੰਦੀਆਂ ਨੇ ਜਦੋਂ ਬੱਚੇ ਦੰਦ ਕੱਢਣੇ ਸ਼ੁਰੂ ਕਰਦੇ ਨੇ, ਉਹ ਵੀ ਉਹ ਵੀ ਅਸੀਂ ਦਿੰਦੇ ਹਾਂ। ਤਾਂ ਉਹ ਟੀਥਿੰਗ ਸਟੇਜ ਤੇ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਕੀ ਨਹੀਂ ਹੋਣੀਆਂ ਚਾਹੀਦੀਆਂ? ਇਸ ਟਾਈਮ 4 to 6 ਮੰਥਸ ਤੱਕ ਇਹ ਵੇਰੀ ਕਰਦਾ ਹੈ ਕਿ ਜਦੋਂ ਫਸਟ ਦੰਦ ਮੂੰਹ 'ਚ ਰਪਟ ਹੁੰਦਾ, ਉਹ ਤੋਂ ਵੀ ਪਹਿਲੇ ਜਿਹੜੇ ਬਿਲਕੁਲ ਸੌਫਟ ਜੇ ਉਹਨਾਂ ਦੇ ਗਮਸ ਹੁੰਦੇ ਨੇ ਨਾ ਮੂੰਹ 'ਚ, ਮੰਮਾ ਨੂੰ ਪਤਾ ਹੁੰਦਾ ਕਿ ਕਦੀ ਨਾ ਕਦੀ ਅਸੀਂ ਮੂੰਹ 'ਚ ਜ਼ਰੂਰ ਹੱਥ ਪਾ ਕੇ ਸਾਫ਼ ਕਰੀਦਾ ਹੈ ਜਾਂ ਉੱਦਾਂ ਵੀ, ਤਾਂ ਉਹ ਜਿਹੜੇ ਸੌਫਟ ਗਮਸ ਹੁੰਦੇ ਆ ਉਹ ਹੌਲੀ ਹੌਲੀ ਕਰਕੇ ਬਣਨੇ ਸ਼ੁਰੂ ਹੁੰਦੇ ਆ, ਹਾਰਡ ਹੋ ਜਾਂਦੇ ਆ। ਜਦੋਂ ਹਾਰਡ ਹੁੰਦੇ ਆ ਉਦੋਂ ਬੱਚੇ ਨੂੰ ਇਰੀਟੇਸ਼ਨ ਹੁੰਦੀ ਆ। ਫਸਟ ਸਾਈਨ ਇਜ਼ ਕਿ ਬੱਚਾ ਫਿੰਗਰ, ਕਦੀ ਮੰਮੀ ਦਾ ਹੱਥ, ਕਦੀ ਆਪਣਾ ਹੱਥ, ਕੋਈ ਨਾ ਕੋਈ ਚੀਜ਼ ਮੂੰਹ 'ਚ ਪਾਣੀ ਸ਼ੁਰੂ ਕਰ ਦਿੰਦਾ। ਉਸ ਸਟੇਜ ਤੋਂ ਹੀ ਮੰਮਾ ਨੂੰ ਚਾਹੀਦਾ ਹੈ ਕਿ ਚਾਹੇ ਥੋੜੀ ਜਿਹੀ ਕੋਈ ਵੀ ਜਿੱਦਾਂ ਸਲਿਪਰੀ ਮੀਡੀਅਮ, ਬੀਟ ਹਨੀ ਜਾਂ ਇੱਕ ਡ੍ਰੌਪ ਤੋਂ ਵੀ ਥੋੜੀ ਜੀ ਦੇਸੀ ਘਿਓ ਹੋ ਸਕਦਾ ਹੈ, ਹਨੀ ਹੋ ਸਕਦੀ ਹੈ, ਉਹ ਲੈ ਕੇ ਆਪਣੇ ਫਿੰਗਰ ਤੇ ਲਗਾ ਕੇ ਵੈਰੀ ਜੈਂਟਲੀ ਗੋਲ ਮੋਸ਼ਨ ਦੇ ਵਿੱਚ ਉਹ ਮਸੂੜਿਆਂ ਦੀ ਮਾਲਿਸ਼ ਕਰਨਾ ਸ਼ੁਰੂ ਕਰ ਦੇਣ। ਉਹਦੇ ਨਾਲ ਬੱਚਿਆਂ ਦੀ ਇਰੀਟੇਸ਼ਨ ਘਟ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਬਿਲਕੁਲ ਟੂਥ ਇਰਪਟ ਕਰਨ ਵਾਲਾ ਹੁੰਦਾ, ਇਸ ਪ੍ਰੋਸੈਸ ਨੂੰ ਅਰਾਊਂਡ 2 ਮੰਥਸ ਲੱਗ ਜਾਂਦੇ ਆ। 4 ਮਹੀਨੇ 'ਚ ਬੱਚੇ ਦੀ ਇਰੀਟੇਸ਼ਨ ਸ਼ੁਰੂ ਹੁੰਦੀ ਹੈ, 6 ਮਹੀਨੇ 'ਚ 8 ਮਹੀਨੇ 'ਚ ਦੰਦ ਇਰਪਟ ਕਰਦਾ ਹੈ। ਉਦੋਂ ਤੱਕ ਉਹਨਾਂ ਨੂੰ ਫਿਰ ਅਸੀਂ ਟੀਦਰਸ ਜਾਂ ਕੁਝ ਇੰਟਰੋਡਿਊਸ ਕਰਦੇ ਹਾਂ। ਬਟ ਅਗਰ ਟੀਦਰ ਯੂਜ਼ ਕਰਨੇ ਆ ਤਾਂ ਉਹਨਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ ਨੀਟ ਐਂਡ ਕਲੀਨ ਕਰਕੇ, ਨਾਰਮਲੀ ਬੱਚੇ ਨੂੰ ਜ਼ਿਆਦਾ ਇਰੀਟੇਸ਼ਨ ਹੋਏ ਤਾਂ ਫਰੀਜ਼ ਕਰਨ ਲਈ ਕਹੀਦਾ। ਬਟ ਆਰਟੀਫਿਸ਼ੀਅਲ ਟੀਦਰਸ ਤੋਂ ਅੱਛਾ ਹੈ ਕਿ ਜਿਸ ਤਰ੍ਹਾਂ ਕੈਰਟ ਹੋ ਗਈ, ਖੀਰਾ ਹੋ ਗਿਆ, ਮੂਲੀ ਹੋ ਗਈ, ਸੀਜ਼ਨ ਦਾ ਕੋਈ ਵੀ ਹਾਰਡ ਫਰੂਟ ਜਾਂ ਵੈਜੀਟੇਬਲ ਜਿਹੜੇ ਅਸੀਂ ਲੋਕ ਕੰਜ਼ਿਊਮ ਕਰਦੇ ਹਾਂ, ਅੱਛੀ ਤਰ੍ਹਾਂ ਵਾਸ਼ ਕਰਕੇ ਪੀਲ ਕਰਕੇ ਉਹਨਾਂ ਨੂੰ ਫੜਾ ਦਿੱਤੀ ਜਾਏ, ਬਟ ਅੰਡਰ ਆਬਜ਼ਰਵੇਸ਼ਨ। ਕਈ ਵਾਰੀ ਇਦਾਂ ਹੁੰਦਾ ਕਿ ਉਹਨਾਂ ਦੇ ਫੱਦ ਇੰਨੇ ਹਾਰਡ ਹੋ ਜਾਂਦੇ ਆ ਗਮਸ ਕਿ ਉਹਦੇ ਨਾਲ ਹੀ ਉਹ ਬ੍ਰੇਕ ਕਰਕੇ ਚੋਕ ਕਰ ਦਿੰਦੇ ਆ, ਇਸ ਲਈ ਕਈ ਮਨਾ ਕਰਦੇ ਆ। ਸੋ ਕੈਰਟ ਅਗਰ ਦੇ ਰਹੇ ਆ ਤਾਂ ਪਤਲਾ ਹਿੱਸਾ ਛੱਡ ਕੇ ਮੀਡੀਅਮ ਜੀ ਵਿਡਥ ਵਾਲੀ ਜਾਂ ਮੋਟੀ ਵਿਡਥ ਵਾਲੀ ਉੱਦਾਂ ਉਹ ਚੀਜ਼ਾਂ ਸਾਨੂੰ ਗਵਰਨ ਕਰਕੇ ਦੇ ਸਕਦੇ ਆ। ਤੇ ਇਸ ਤੋਂ ਇਲਾਵਾ ਜਿਵੇਂ ਹੁਣ ਬੱਚਾ ਵੱਡਾ ਹੋ ਗਿਆ ਤਾਂ ਬ੍ਰਸ਼ ਆਪਾਂ ਕਦੋਂ ਸ਼ੁਰੂ ਕਰ ਸਕਦੇ ਹਾਂ, ਤੇ ਬ੍ਰਸ਼ ਦੇ ਨਾਲ ਟੁੱਥਪੇਸਟ ਅਸੀਂ ਉਹਨਾਂ ਨੂੰ ਕਦੋਂ ਤੋਂ ਦੇਣਾ ਸ਼ੁਰੂ ਕਰ ਸਕਦੇ ਹਾਂ? ਜਿਵੇਂ ਅਡਲਟਸ ਦੇ ਲਈ ਅਲੱਗ ਪੇਸਟ ਆਉਂਦੇ ਆ, ਬੱਚਿਆਂ ਦੇ ਅਲੱਗ ਆਉਂਦੇ ਨੇ, ਪਰ ਫਿਰ ਵੀ ਅਸੀਂ ਟੁੱਥਪੇਸਟ ਕਦੋਂ ਸ਼ੁਰੂ ਕਰ ਸਕਦੇ ਹਾਂ ਤੇ ਬ੍ਰਸ਼ ਕਿਹੜੀ ਉਮਰ 'ਚ ਜਾ ਕੇ ਅਸੀਂ ਬੱਚੇ ਨੂੰ ਸ਼ੁਰੂ ਕਰ ਸਕਦੇ ਹਾਂ? ਰਾਈਟ, 6 to 8 ਮੰਥਸ ਦੇ ਵਿੱਚ ਇੱਕ ਛੋਟਾ ਜਿਹਾ ਤੁਹਾਨੂੰ ਵਾਈਟ ਚੀਜ਼ ਪਰਲ ਵਰਗੀ ਨਜ਼ਰ ਆਏਗੀ। ਦਾਦੀ ਨਾਨੀ ਕਹਿ ਦਿੰਦੇ ਨੇ ਵੀ ਹੁਣ ਨਾਰੀਅਲ ਖਿਲਾ ਦਿਓ ਵੀ ਦੰਦ ਨਿਕਲ ਆਏ ਨੇ। ਨਾਰੀਅਲ ਇਸ ਲਈ ਕਿਉਂਕਿ ਉਹ ਰਫੇਜ ਹੁੰਦੀ ਹੈ ਨਾ, ਵੱਡਿਆਂ ਨੂੰ ਖਿਲਾਉਂਦੇ ਆ। ਰਫੇਜ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੰਦ ਕਲੀਨ ਕਰਦੀ ਹੈ। ਅਸੀਂ ਬੱਚੇ ਨੂੰ ਜਦੋਂ ਉਹ ਛੋਟੀ ਜਿਹੀ ਟਿਪ ਦੇਖਣੀ ਆ ਵਾਈਟ ਇਨ ਦ ਗਮਸ, ਉਸ ਟਾਈਮ ਤੋਂ ਲੈ ਕੇ ਉਹਦਾ ਟਿਪ ਰਪਟ ਹੋਣ ਤੱਕ ਬੱਚਾ ਇਜ਼ ਵੈਰੀ ਸਮਾਲ, ਬਿਲੋ 1 ਈਅਰ। ਜਦੋਂ ਇੰਨੇ ਛੋਟੇ ਬੱਚੇ ਨੂੰ ਨਾ ਤੁਸੀਂ ਬ੍ਰਸ਼ ਕਰ ਸਕਦੇ ਹੋ ਬਿਕਾਜ਼ ਗਮਸ ਵੀ ਸੈਂਸਿਟਿਵ ਹੁੰਦੇ ਆ, ਤੁਸੀਂ ਇੱਕ ਮਲਮਲ ਦੇ ਕੱਪੜੇ ਦੇ ਉੱਤੇ ਜਾਂ ਗੌਜ ਜਿਹੜਾ ਪੱਟੀ ਆਪਾਂ ਜਿਹਨੂੰ ਬੋਲਦੇ, ਉਹਦਾ ਇੰਨਾ ਪੀਸ ਲੈ ਕੇ ਕਲੀਨ ਉਹਨੂੰ ਮੋਇਸਟ ਕਰਕੇ ਆਪਣੇ ਹੱਥ ਦੇ ਨਾਲ ਉਹ ਟੂਥ ਕਲੀਨ ਕਰਨਾ ਹੈ। ਐਵਰੀ ਟਾਈਮ ਯੂ ਆਰ ਫੀਡਿੰਗ ਦ ਬੇਬੀ ਯੂ ਹੈਵ ਟੂ ਕੀਪ ਦੈਟ ਟੂਥ ਕਲੀਨ। ਨਾਲ ਆਉਣ ਵਾਲੀ ਏਜ ਵਿੱਚ 8 ਮੰਥਸ to 1 ਈਅਰ, 1.5 ਸਾਲ ਤੱਕ ਬੱਚੇ ਦੀ ਡੈਂਟੇਸ਼ਨ ਕੰਪਲੀਟ ਹੁੰਦੀ ਹੈ। ਜਦੋਂ ਡੈਂਟੇਸ਼ਨ ਕੰਪਲੀਟ ਹੁੰਦੀ ਹੈ, ਅਸੀਂ ਜਦੋਂ ਬੱਚਾ ਬੈਠਣਾ ਸ਼ੁਰੂ ਹੋ ਜਾਂਦਾ ਹੈ ਜਾਂ ਪਾਣੀ ਪੀਣਾ ਆਪਣੇ ਆਪ, ਹੱਥ 'ਚ ਕੋਈ ਚੀਜ਼ ਫੜਨੀ ਸ਼ੁਰੂ ਹੋ ਜਾਂਦਾ ਹੈ, ਉਦੋਂ ਤੋਂ ਹੀ ਬੱਚੇ ਨੂੰ ਹੈਂਡ ਵਾਸ਼ਿੰਗ ਸਿਖਾਈ ਦੀ ਹੈ, ਮੂੰਹ ਸਾਫ਼ ਕਰਨਾ ਸਿਖਾਈਦਾ। ਸੇਮ ਵੈਰੀ ਟਾਈਮ ਅਸੀਂ ਐਨਕਰੇਜ ਕਰਨਾ ਹੈ ਬੱਚੇ ਨੂੰ ਕਿ ਕਰੂਲੀ ਕਿੱਦਾਂ ਕਰਨੀ ਹੈ। ਜਦੋਂ ਤੁਸੀਂ ਬੱਚੇ ਨੂੰ ਕਰੂਲੀ ਕਰਨ ਲਈ ਟ੍ਰੇਨ ਕਰ ਲੋਗੇ, ਦੈਟਸ ਦ ਰਾਈਟ ਟਾਈਮ ਫॉर ਪੇਸਟ।
ਪੇਸਟ ਤੋਂ ਪਹਿਲੇ ਮਸਲਿਨ ਦੇ ਕੱਪੜੇ ਤੋਂ ਅਸੀਂ ਫਿੰਗਰ ਬ੍ਰਸ਼ ਤੇ ਆਉਂਦੇ ਆ। ਮੰਮਾ ਦੇ ਹੱਥ ਵਿੱਚ ਰਿੰਗ ਬ੍ਰਸ਼ਸ ਆਉਂਦੇ ਆ, ਰਿੰਗ ਦੀ ਤਰ੍ਹਾਂ ਬਣੇ ਹੁੰਦੇ ਆ, ਬ੍ਰਿਸਲਸ ਹੁੰਦੇ ਆ। ਆਪਣੇ ਹੱਥ ਨਾਲ ਚੈੱਕ ਕਰਨਾ ਹੈ, ਗਰਮ ਪਾਣੀ 'ਚ ਉਹਨੂੰ ਡਿਪ ਕਰਨਾ ਤਾਂ ਕਿ ਉਹਦਾ ਜਿਹੜਾ ਟੈਕਸਚਰ ਹੈ ਬਹੁਤ ਸੌਫਟ ਹੋ ਜਾਏ। ਬਹੁਤ ਸੌਫਟਲੀ ਅੰਦਰੋਂ ਬਾਹਰੋਂ ਚਾਰੋਂ ਪਾਸੇ ਰਾਉਂਡ ਸਰਕਲਸ ਦੇ ਵਿੱਚ ਘੁਮਾਉਂਦੇ ਹੋਏ ਬੱਚੇ ਦਾ ਟੀਥ ਕਲੀਨ ਕਰ ਲੈਣਾ ਜੀ। ਅਗਰ ਬੱਚਾ ਤੁਹਾਨੂੰ ਨਹੀਂ ਅਲਾਉ ਕਰਦਾ, ਇੱਕ ਫਿੰਗਰ 'ਚ ਉਹਦੇ ਰਿੰਗ ਪਾਣਾ, ਇੱਕ 'ਚ ਆਪਣੇ ਪਾਣਾ ਤੇ ਉਹਨੂੰ ਕਹਿਣਾ ਤੂੰ ਮੇਰੇ ਘਰ, ਮੈਂ ਤੇਰੇ ਘਰ ਆਉਂਗਾ। ਸੋ ਐਦਾਂ ਕਰਕੇ ਅਸੀਂ ਬੱਚੇ ਨੂੰ ਇਨਕਲਕੇਟ ਕਰਨਾ ਹੈ। ਹੌਲੀ ਹੌਲੀ ਸਲੋ ਇੰਟਰੋਡਕਸ਼ਨ ਹੁੰਦੀ ਹੈ। ਦੈਨ ਵੈਰੀ ਸੌਫਟ ਬ੍ਰਸ਼ਸ ਜੌਨਸਨ ਦੇ ਆਉਂਦੇ ਆ, ਹੋਰ ਵੀ ਬਹੁਤ ਸਾਰੀ ਕੰਪਨੀਜ਼ ਹੈ, ਚੀਕੂ ਹੈ। ਹਰ ਛੋਟੀ ਬੱਚੇ ਦੀ ਕੱਪੜੇ ਬਣਾਉਣ ਵਾਲੀ ਕੰਪਨੀ ਬ੍ਰਸ਼ਸ ਵੀ ਬਣਾਉਂਦੀ ਹੈ। ਯੂ ਹੈਵ ਟੂ see the texture of the brush. Use a very soft sensitive brush. ਉਦੋਂ ਤੋਂ ਲੈ ਕੇ ਮੰਮਾ ਨੇ ਕਰਨਾ ਹੈ ਬ੍ਰਸ਼ ਜਾਂ ਪਾਪਾ ਨੇ ਕਰਨਾ ਹੈ ਬ੍ਰਸ਼। ਅਨਗਾਈਡਡ ਨਹੀਂ ਦੇਣਾ ਜੀ। ਫਸਟ ਜਦੋਂ ਕਰੂਲੀ ਕਰਾਣੀ ਸਿਖਾ ਦਿੱਤੀ, ਉਹਨੂੰ ਹੱਥ 'ਚ ਬ੍ਰਸ਼ਿੰਗ ਪਕੜਾ ਕੇ ਸਰਕਲਸ ਡੈਮੋਨਸਟ੍ਰੇਟ ਕਰਕੇ ਜਦੋਂ ਆਪ ਕਰਨ ਜੋਗਾ ਹੋਏ, ਕੋਲ ਖੜੇ ਹੋ ਕੇ ਵਨ ਟਾਈਮ ਬੇਬੀ ਨੇ ਕਰਨਾ, ਵਨ ਟਾਈਮ ਤੁਸੀਂ ਕਰਨਾ। ਮਤਲਬ ਪੇਸਟ, ਹਾਂ ਪੇਸਟ ਅਸੀਂ ਉਹਨੂੰ ਉਨੀ ਦੇਰ ਤੱਕ ਨਹੀਂ ਦੇਣਾ ਜਿੰਨੀ ਦੇਰ ਤੱਕ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨੂੰ ਮੈਂ ਅੰਦਰ ਨਹੀਂ ਲੰਘਾ ਸਕਦਾ, ਇਹਨੂੰ ਮੈਂ ਬਾਹਰ ਕੱਢਣਾ ਆ। ਔਰ ਪੇਸਟ ਦੀ ਕੁਆਂਟੀਟੀ ਇਜ਼ ਐਜ਼ ਸਮਾਲ ਜਿੰਨਾ ਅਨਾਰਦਾਨੇ ਦਾ ਦਾਣਾ। ਜਸਟ ਟੂ ਟੈਲ them ਕਿ ਅਸੀਂ ਪੇਸਟ ਯੂਜ਼ ਕਰਦੇ ਹਾਂ ਤੇ ਤੁਹਾਡੇ ਲਈ ਇਹ ਹੈਗੇ। ਤੇ ਬਹੁਤ ਸਾਰੇ ਬੱਚਿਆਂ ਨੂੰ ਮਿਲਕ ਕਿਉਰੀ ਵੀ ਹੁੰਦੀ ਆ, ਉਹਦੇ ਨਾਲ ਵੀ ਦੰਦਾਂ ਨੂੰ ਕਰੇੜਾ ਲੱਗ ਜਾਣਾ, ਮਤਲਬ ਕਾਲੇ ਹੋ ਜਾਣੇ, ਕੈਵਿਟੀ ਹੋਣੀ ਸ਼ੁਰੂ ਹੋ ਜਾਣੀ ਬਹੁਤ ਛੋਟੀ ਉਮਰ 'ਚ। ਜਿਵੇਂ ਪ੍ਰਾਇਮਰੀਲੀ ਇਸ ਦੀ ਬੋਟਲ ਫੀਡਿੰਗ ਹਾਂ ਅਸੀਂ ਵਰਕਿੰਗ ਹੋਣ ਕਰਕੇ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰ ਦਈਦੀ ਹੈ, ਬਟ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਬਹੁਤ ਲਿਟਲ ਜਦੋਂ ਇਨਫੈਂਟ ਹੈਗਾ, ਵੈਨੇਵਰ ਯੂ ਹੈਵ ਟੂ ਜੁਆਇਨ, ਤਾਂ ਤੁਸੀਂ ਉਹਨੂੰ ਕਟੋਰੀ ਜਾਂ ਚਮਚ ਦੀ ਹੈਲਪ ਨਾਲ ਬੱਚੇ ਨੂੰ ਫੀਡ ਕਰਾਓ ਜਾਂ ਜੋ ਵੀ ਹੈਲਪ ਤੁਹਾਡੇ ਕੋਲ ਘਰ ਹੈਗੇ ਉਹਨਾਂ ਨੂੰ ਟ੍ਰੇਨ ਕਰੋ। ਹੌਲੀ ਹੌਲੀ ਕਟੋਰੀ ਤੋਂ ਸਿਪ ਕਰਨ ਦੀ ਆਦਤ ਪਾਣੀ ਹੈ, ਫਿਰ ਸਿਪਰ ਤੇ ਲੈ ਆਣਾ ਹੈ, ਫਿਰ ਗਲਾਸਸ, ਟੰਬਲਰਸ ਡਿਫਰੈਂਟ ਕਲਰ ਦੇ ਇੰਟਰੋਡਿਊਸ ਕਰਨੇ ਆ ਤਾਂ ਕਿ ਬੱਚੇ ਨੂੰ ਬੋਟਲ ਦੀ ਰਿਕੁਆਇਰਮੈਂਟ ਮਿਨੀਮਮ ਹੋ ਜਾਏ। ਆਲਦੋ ਜਿਹੜੀ ਅੱਜ ਕੱਲ੍ਹ ਲੇਟੈਸਟ ਟੈਕਨੀਕ ਹੈ ਉਹਦੇ 'ਚ ਕਹਿੰਦੇ ਆ ਕਿ ਕੇਰੀਜ਼ ਨਹੀਂ ਹੁੰਦੀਆਂ, ਫਿਰ ਵੀ ਕਿਸੇ ਮਜਬੂਰੀ ਬਸ ਅਗਰ ਤੁਸੀਂ ਲਗਾ ਰਹੇ ਹੋ ਫੀਡਰ, ਜਿੱਦਾਂ ਫੀਡਰ ਦੀ ਕਲੀਨਿਨੈਸ ਦਾ ਧਿਆਨ ਰੱਖਣਾ, ਉਹਦਾ ਬੱਚੇ ਦੇ ਟੁੱਥ ਦੀ ਵੀ। ਐਵਰੀ ਫੀਡ ਤੋਂ ਬਾਅਦ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਉਹ ਮਸਲਨ ਦੇ ਕੱਪੜੇ ਦੇ ਨਾਲ ਬੇਬੀ ਦੇ ਟੀਥ ਕਲੀਨ ਕਰੋ। ਉਹ ਪੋਸੀਬਲ ਨਹੀਂ ਹੁੰਦਾ ਬਿਕਾਜ਼ ਨਾਰਮਲੀ ਸੌਂਦੇ ਬੱਚਾ ਦੁੱਧ ਪੀਂਦੇ ਸੋ ਜਾਂਦੇ ਆ, ਤੇ ਜੇ ਨਹੀਂ ਕਰ ਪਾਓਗੇ, ਜੇ ਕਰੂਲੀ ਕਰ ਸਕਦੇ ਆ ਬੱਚੇ, ਫਿਰ ਉਹ ਕਲੀਨ ਹੋ ਜਾਂਦਾ ਮਿਲਕ, ਪਰ ਜਦ ਤੱਕ ਉਹ ਮਿਲਕ ਰਹਿੰਦਾ ਹੈ ਉਹ ਕਲੀਨ ਨਹੀਂ ਹੁੰਦਾ। ਸੈਕੰਡਲੀ ਕਈ ਵਾਰੀ ਅਸੀਂ ਬੱਚੇ ਨੂੰ ਮਿੱਠਾ ਦਿੰਦੇ ਆ ਦੁੱਧ ਦੇ ਵਿੱਚ ਪਾ ਕੇ, ਉਹ ਤਾਂ ਬਿਲਕੁਲ ਨਹੀਂ ਦੇਣਾ ਹੈ। ਪੈਡੀਟ੍ਰੀਸ਼ੀਅਨ ਉਦੋਂ ਕਹਿੰਦੇ ਨੇ ਜਦੋਂ ਉਹਨਾਂ ਨੂੰ ਕਨਸਟੀਪੇਸ਼ਨ ਹੁੰਦੀ ਹੈ। ਇਨ ਦੈਟ ਸਿਨੈਰੀਓ ਤੁਹਾਨੂੰ ਯੂ ਹੈਵ ਟੂ ਮੇਕ ਸ਼ੋਰ ਯੂ ਆਰ ਕਲੀਨਿੰਗ ਦ ਟੀਥ, ਵਾਈਪ ਕਰਕੇ ਕਲੀਨ ਕਰਕੇ ਜਿਹੜੀ ਵੀ ਸਟੇਜ ਹੈ ਬੱਚੇ ਦੀ, ਫਿਰ ਇਹਨੂੰ ਸੁਲਾਣਾ। ਬਿਲਕੁਲ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਦਿੱਕਤ ਆ ਰਹੀ ਹੈ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਜਿਹੜੇ ਮਿੱਠਾ ਵੀ ਨਹੀਂ ਖਾਂਦੇ, ਚਾਕਲੇਟ ਵਗੈਰਾ ਵੀ ਨਹੀਂ ਖਾਂਦੇ। ਮੈਂ ਆਪਣੀ ਬੇਟੀ ਦੀ ਐਕਸਪੀਰੀਅੰਸ ਦੱਸ ਸਕਦੀ ਹਾਂ, ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਬਾਅਦ ਚੋਂ ਦੱਸਿਆ ਕਿ ਇਹਨੂੰ ਮਿਲਕ ਕਿਉਰੀ ਆ, ਇਹਦਾ ਰਾਤ ਦਾ ਦੁੱਧ ਬੰਦ ਕਰ ਦਿਓ, ਕਿਉਂਕਿ ਉਹ ਦੁੱਧ ਜੰਮ ਜਾਂਦਾ ਤੇ ਬੱਚੇ ਦੇ ਦੰਦ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਪਰ ਬੋਟਲ ਸਭ ਤੋਂ ਵੱਡਾ ਰੀਜ਼ਨ ਆ ਬੱਚੇ ਦੇ ਦੰਦ ਕਾਲੇ ਹੋਣ ਦੇ। ਦੁੱਧ ਬੰਦ ਨਹੀਂ ਕਰਨਾ ਜੀ, ਦੁੱਧ ਤੋਂ ਬਾਅਦ ਬ੍ਰਸ਼ਿੰਗ ਇੰਟਰੋਡਿਊਸ ਕਰ ਦਿਓ, ਪ੍ਰੋਬਲਮ ਸੋਲਵ ਹੋ ਜਾਏਗੀ। ਹਾਂ ਬਿਲਕੁਲ, ਬੱਚਿਆਂ ਲਈ ਦੁੱਧ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ। ਨਾਈਟ ਦਾ ਜਿਹੜਾ ਦੁੱਧ, ਗਰਮ ਦੁੱਧ ਅਸੀਂ ਕਹਿੰਦੇ ਆ, ਉਹ ਇਸ ਵਾਸਤੇ ਕਿ ਫਿੱਕਾ ਅਗਰ ਦੁੱਧ ਦਿੰਦੇ ਹੋ ਉਹ ਥੋੜਾ ਜਿਹਾ ਉਹਨਾਂ ਨੂੰ ਟ੍ਰੈਂਕਲਾਈਜ਼ ਕਰ ਦਿੰਦਾ, ਇਟ ਇਨਸਟੀਗੇਟਸ ਦ ਸਲੀਪ। ਅਦਰਵਾਈਜ਼ ਬੱਚੇ ਬਹੁਤ ਹਾਈਪਰ ਐਕਟਿਵ ਹੁੰਦੇ, ਉਹਨਾਂ ਦਾ એનર્ਜੀ ਲੈਵਲਸ ਉਹਨੇ ਕੀ ਮੇਨਟੇਨਡ ਹੁੰਦੇ ਨੇ ਕਿ ਉਹ ਸੋਣਾ ਚਾਹੁੰਦੇ ਹੀ ਨਹੀਂ ਹੈ, ਤਾਂ ਥੋੜਾ ਜਿਹਾ ਕਾਮ ਕਰ ਦਿੰਦਾ। ਬਟ ਕਲੀਨਿੰਗ, ਬ੍ਰਸ਼ਿੰਗ ਉਹ ਸ਼ੁਰੂ ਤੋਂ ਹੀ ਹੈਬਿਟ ਬਣਾਵਾਂਗੇ, ਵੱਡੇ ਹੋਣ ਤੱਕ ਕੋਈ ਹੈਬਿਟ ਰਹਿੰਦੀ ਹੈ। ਨਾਰਮਲੀ ਤੁਸੀਂ ਪੁੱਛੋਗੇ ਤਾਂ ਲੋਕੀ ਕਹਿੰਦੇ ਅਸੀਂ ਰਾਤੀ ਬ੍ਰਸ਼ ਕਰਕੇ ਸੌਂਦੇ ਹਾਂ, ਸਵੇਰ ਦਾ ਬ੍ਰਸ਼ ਅਸੀਂ ਉੱਠਦਿਆਂ ਹੀ ਕਰ ਲੈਂਦੇ ਹਾਂ ਜੀ। ਰਾਤੀ ਸੁੱਤੇ ਪਏ ਤਾਂ ਅਸੀਂ ਕੁਝ ਨਹੀਂ ਖਾਂਦੇ, ਡ੍ਰੀਮਸ ਵਿੱਚ ਵੀ ਕੁਝ ਖਾਓਗੇ ਤੇ ਦੰਦਾਂ ਤੇ ਨਹੀਂ ਲੱਗੇਗਾ। ਸੋ ਇਸ ਲਈ ਮਾਰਨਿੰਗ ਦਾ ਜਿਹੜਾ ਬ੍ਰਸ਼ ਹੈ ਦੈਟ ਸ਼ੁੱਡ ਆਲਵੇਜ਼ ਬੀ ਬ੍ਰੇਕਫਾਸਟ ਤੋਂ ਬਾਅਦ। ਅਸੀਂ 3 ਟਾਈਮਸ ਇੰਟਰੋਡਿਊਸ ਕਰਨ ਲਈ ਕਹੀਦਾ, ਬ੍ਰੇਕਫਾਸਟ ਤੋਂ ਬਾਅਦ, ਲੰਚ ਤੋਂ ਬਾਅਦ, ਡਿਨਰ ਤੋਂ ਬਾਅਦ। ਸੋ ਅਗਰ ਕੋਈ ਵੀ ਕਰਦਾ ਹੈ ਇਸ ਤਰ੍ਹਾਂ ਬ੍ਰਸ਼, ਤਾਂ ਉਹਦਾ ਜਿਹੜਾ ਕੀੜਾ ਲੱਗਣ ਦਾ ਇਨਸਟਿੰਕਟ ਹੈਗਾ ਬਾਕੀਆਂ ਦੇ ਕੰਪੈਰੀਟਿਵਲੀ ਕਾਫੀ ਪਰਸੈਂਟੇਜ ਡਾਊਨ ਹੁੰਦਾ ਹੈ। ਤੇ ਇੱਕ ਬ੍ਰਸ਼ਿੰਗ ਦਾ ਟਾਈਮ ਕੀ ਹੋਣਾ ਚਾਹੀਦਾ? ਬਹੁਤ ਸਾਰੇ ਲੋਕਾਂ ਨੂੰ ਮੈਂ ਇਹ ਵੀ ਕਹਿੰਦੇ ਸੁਣਿਆ ਕਿ 3 ਮਿੰਟ ਤੋਂ ਜ਼ਿਆਦਾ ਬ੍ਰਸ਼ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਤੁਹਾਡੇ ਦੰਦ ਘਸਣੇ ਸ਼ੁਰੂ ਹੋ ਜਾਂਦੇ ਨੇ। ਉਹਦੇ ਬਾਰੇ ਵੀ ਸਾਨੂੰ ਦੱਸੋ। ਬ੍ਰਸ਼ਿੰਗ ਦਾ ਜਿਹੜਾ ਟਾਈਮ ਹੈ ਉਹ 3 ਮਿੰਟਸ ਤੱਕ ਇਨਫ ਹੈਗਾ। ਠੀਕ ਹੈ, ਜਦੋਂ ਆਪਾਂ ਬ੍ਰਸ਼ ਸ਼ੁਰੂ ਕਰਨਾ ਹੈ ਉਹ ਤਰੀਕੇ ਸਾਰ ਆਪਣੇ ਡੈਂਟਿਸਟ ਨੂੰ ਪੁੱਛ ਕੇ ਡਿਵਾਈਡ ਕਰਕੇ ਕੱਲੇ ਦੰਦ ਨੂੰ ਬ੍ਰਸ਼ ਕਰਨਾ ਹੁੰਦਾ ਹੈ।
ਬ੍ਰਸ਼ਿੰਗ ਤੋਂ ਬਾਅਦ ਮਸਾਜਿੰਗ ਕਰਨੀ ਹੈ, ਅੱਛੀ ਤਰ੍ਹਾਂ ਰਿੰਸ ਕਰਨਾ ਹੈ ਤਾਂ ਕਿ ਪੇਸਟ ਦਾ ਕੋਈ ਵੀ ਪਾਰਟੀਕਲ ਕੁਝ ਵੀ ਅੰਦਰ ਨਹੀਂ ਰਹੇ। ਠੀਕ ਹੈ, ਜਿਹੜਾ ਟਾਈਮ ਟੈਨਿਓਰ ਹੈਗਾ ਬ੍ਰਸ਼ਿੰਗ ਦਾ ਉਹ ਡਿਪੈਂਡ ਕਰਦਾ। ਜੇ ਆਪਾਂ ਇੱਕ ਛੋਟੇ ਬੱਚੇ ਨੂੰ 3 ਮਿੰਟ ਲਈ ਸ਼ੀਸ਼ੇ ਅੱਗੇ ਖੜੇ ਰੱਖਾਂਗੇ ਦੈਟ ਇਜ਼ ਨਾਟ ਪੋਸੀਬਲ। ਬੱਚਿਆਂ ਲਈ ਉਹ ਘੱਟ ਹੋਏਗਾ। ਅਸੀਂ ਸਾਰੇ ਦੰਦ ਕਵਰ ਕਰਨੇ ਨੇ ਤਰੀਕੇ ਸਿਰ ਕਿ ਅੰਦਰਲਾ ਹਿੱਸਾ ਬਾਹਰਲਾ ਹਿੱਸਾ ਕਵਰ ਹੋ ਜਾਏ। ਐਡਲਟਸ ਵਾਸਤੇ 3 ਮਿੰਟਸ ਹੁੰਦਾ ਮੈਕਸਿਮਮ ਟਾਈਮ। ਛੋਟੇ ਬੱਚਿਆਂ ਨੂੰ ਅਸੀਂ ਨਹੀਂ ਕਹਿ ਸਕਦੇ ਕਿ 3 ਮਿੰਟ ਲਈ ਤੁਸੀਂ ਬ੍ਰਸ਼ ਫੜ ਕੇ ਖੜੇ ਰਹੋ ਜੀ। ਬਿਲਕੁਲ ਠੀਕ ਹੈ। ਹਾਂਜੀ, ਤੇ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਟੂਥਪੇਸਟ ਆ ਰਹੇ ਨੇਗੇ, ਤਾਂ ਉਹਦੀ ਚੋਇਸ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਆਹ ਟੂਥਪੇਸਟ ਆ ਜਿਹੜਾ ਸਾਡੇ ਦੰਦਾਂ ਦੇ ਲਈ ਵਧੀਆ ਜਾਂ ਆ ਨਹੀਂ ਵਧੀਆ? ਬੇਸਿਕਲੀ ਸਾਨੂੰ ਕਿਸੇ ਵੀ ਪੇਸਟ ਦਾ ਮਟਰ ਦੇ ਦਾਣੇ ਜਿੰਨੀ ਕੁਆਂਟੀਟੀ ਰਿਕੁਆਇਰਡ ਹੁੰਦੀ ਆ ਔਨ ਦ ਬ੍ਰਸ਼। ਜਿਹੜੀ ਟੀਵੀ ਐਡਸ ਵਿੱਚ ਇੱਦਾਂ ਦਿਖਾਉਂਦੇ ਨੇ ਪੂਰਾ ਬ੍ਰਸ਼ ਫਿਲ ਕਰਕੇ, ਸਾਨੂੰ ਨਹੀਂ ਚਾਹੀਦੀ ਉਨੀ ਪੇਸਟ। ਜਿੰਨੀ ਪੇਸਟ ਹੋਏਗੀ ਉਨੀ ਘੱਟ ਅੱਛੀ ਤਰ੍ਹਾਂ ਬ੍ਰਸ਼ ਹੁੰਦਾ ਬਿਕਾਜ਼ ਉਹਦੇ ਵਿੱਚ ਜਿਹੜੀ ਫਰੈਸ਼ਨੈਸ ਹੁੰਦੀ ਹੈ ਉਹਦੇ ਨਾਲ ਲੱਗਦਾ ਹੈ ਕਿ ਇਹ ਫਰੈਸ਼ ਹੋ ਗਿਆ। ਅਸੀਂ ਸਪਿਟ ਜ਼ਿਆਦਾ ਕਰਦੇ ਹਾਂ, ਬ੍ਰਸ਼ ਘੱਟ ਕਰਦੇ ਹਾਂ। ਠੀਕ ਹੈ, ਬ੍ਰਸ਼ ਦੀ ਕੁਆਂਟੀਟੀ ਥੋੜੀ ਰੱਖਣੀ ਹੈਗੀ ਹੈ। ਦੂਸਰੀ ਗੱਲ, ਜਦੋਂ ਬੱਚਾ ਐਡਲਟ ਹੋ ਜਾਂਦਾ 12 ਇਅਰਸ ਟਿਲ ਦੀ ਏਜ, ਸਭ ਨੂੰ ਫਲੋਰੀਡੇਟਡ ਪੇਸਟ ਯੂਜ਼ ਕਰਨੀ ਚਾਹੀਦੀ ਹੈਗੀ ਹੈ। ਅੱਛਾ। ਕਈਆਂ ਦੇ ਦੰਦਾਂ ਦੇ ਵਿੱਚ, ਕਈ ਇਲਾਕੇ ਦੇ ਅਕੋਰਡਿੰਗਲੀ, ਪੰਜਾਬ ਦੇ ਕਈ ਪਿੰਡਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਲੋਕਾਂ ਦੇ ਦੰਦਾਂ ਉੱਤੇ ਵਾਈਟ ਨਿਸ਼ਾਨ ਹੁੰਦੇ ਨੇ। ਉਹਨਾਂ ਦੇ ਪਾਣੀ ਦੇ ਵਿੱਚ ਹੀ ਫਲੋਰਾਈਡ ਦੀ ਕੁਆਂਟੀਟੀ ਜ਼ਿਆਦਾ ਹੁੰਦੀ ਹੈ। ਉਸ ਏਰੀਆ ਦੇ ਲੋਕਾਂ ਨੂੰ ਫਲੋਰੀਡੇਟਡ ਪੇਸਟ ਨਹੀਂ ਚਾਹੀਦੀ ਹੁੰਦੀ। ਇਹ ਤੁਸੀਂ ਆਪਣੇ ਡੈਂਟਿਸਟ ਤੋਂ ਪੁੱਛ ਸਕਦੇ ਹੋ। ਅਦਰਵਾਈਜ਼ IDA ਅਪਰੂਵਡ, ਇੰਡੀਅਨ ਡੈਂਟਲ ਐਸੋਸੀਏਸ਼ਨ ਅਪਰੂਵਡ ਜਾਂ ADA ਅਪਰੂਵਡ, ਅਮਰੀਕਨ ਡੈਂਟਲ ਐਸੋਸੀਏਸ਼ਨ ਅਪਰੂਵਡ ਪੇਸਟ ਦੇ ਪਿੱਛੇ ਇੱਕ ਮਾਰਕਾ ਹੁੰਦਾ ਹੈ ਜੀ। ਦੈਟ ਇਜ਼ ਟਰਾਈਡ, ਟੈਸਟਡ ਐਂਡ ਰਿਸਰਚਡ ਪੇਸਟ। ਕਿਸੇ ਵੀ ਕੰਪਨੀ ਦੇ ਪਿੱਛੇ ਜਿੱਥੇ IDA ਅਪਰੂਵਡ ਲਿਖਿਆ ਹੋਇਆ, ਫਲੋਰੀਡੇਟਡ ਲਿਖਿਆ ਹੋਇਆ ਐਂਡ ਤੁਹਾਨੂੰ ਫਲੋਰੋਸਿਸ ਦੀ ਪ੍ਰੋਬਲਮ ਨਹੀਂ ਹੈ, ਉਹ ਚਿੱਟੀਆਂ ਲਾਈਨਾਂ ਨੂੰ ਅਸੀਂ ਫਲੋਰੋਸਿਸ ਕਹਿੰਦੇ ਹਾਂ ਕਿ ਦੰਦਾਂ 'ਚ ਆਲਰੇਡੀ ਵੀਕਨੈਸ ਆਈ ਹੁੰਦੀ ਹੈ ਜ਼ਿਆਦਾ ਫਲੋਰਾਈਡ ਤੋਂ, ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਫਲੋਰੀਡੇਟਡ ਪੇਸਟ ਯੂਜ਼ ਕਰਨੀ ਹੈ। ਬੱਚਿਆਂ ਦੀ ਜਿਹੜੀ ਕੁਆਂਟੀਟੀ ਹੁੰਦੀ ਹੈ ਫਲੋਰੀਨ ਦੀ, ਰਾਈਟ ਫਰੋਮ 6 ਇਅਰਸ ਟੂ 12 ਇਅਰਸ, ਉਹ 500 to 550 ppm ਆਫ ਫਲੋਰਾਈਡ ਦੀ ਹੁੰਦੀ ਹੈ। ਐਡਲਟਸ ਦੀ 1000 and up ਹੁੰਦੀ ਹੈ। ਸੋ ਫਲੋਰੀਡੇਟਡ ਪੇਸਟ ਇਜ਼ ਵਨ ਥਿੰਗ। ਬੱਚਿਆਂ ਵਾਸਤੇ ਕਿਡਸ ਦੀਆਂ ਪੇਸਟ ਆਉਂਦੀਆਂ, ਬੜੇ ਖੁਸ਼ ਹੋ ਕੇ ਅਸੀਂ ਉਹਨਾਂ ਨੂੰ ਜੈਮਸ ਵਾਂਗਰ ਉਹ ਬ੍ਰਸ਼ 'ਤੇ ਲਾ ਕੇ ਦੇ ਦਈਦੀ ਆ। ਉਹਨਾਂ ਲਈ ਸਿਰਫ ਇੱਕ ਅਨਾਰਦਾਣੇ ਦਾ ਤੁਣਕਾ ਜਿੰਨੀ ਹੀ ਪੇਸਟ ਯੂਜ਼ ਕਰਨੀ ਹੈ। ਬਹੁਤ ਛੋਟੇ ਬੱਚੇ ਲਈ ਉਹ ਵੀ ਯੂਜ਼ ਨਹੀਂ ਹੈ। ਤੇ ਬਹੁਤ ਸਾਰੇ ਲੋਕੀ ਨੇ ਸਕੇਲਿੰਗ ਕਰਾਉਣ ਤੋਂ ਡਰਦੇ ਨੇ, ਦੰਦਾਂ ਦੀ ਕਲੀਨਿੰਗ ਕਰਾਉਣ ਤੋਂ ਡਰਦੇ ਨੇ। ਉਹਨਾਂ ਨੂੰ ਇਹ ਕਿ ਜਦੋਂ ਦੇ ਮੈਂ ਕਲੀਨਿੰਗ ਜਾਂ ਸਕੇਲਿੰਗ ਕਰਾਈ ਆ ਤਾਂ ਮੇਰੇ ਦੰਦਾਂ 'ਚ ਵਿੱਲ ਆਉਣੀ ਵੀ ਸ਼ੁਰੂ ਹੋ ਗਈ ਆ ਅਤੇ ਮੇਰੇ ਦੰਦ ਨੇ ਜਿਹੜੇ ਉਹ ਡੱਬ ਖੜੱਬੇ ਹੋਣੇ ਸ਼ੁਰੂ ਹੋ ਗਏ ਨੇਗੇ। ਤੇ ਇਹ ਮਿਥ ਆ ਜਾਂ ਵਾਕਈ ਹੁੰਦਾ? ਜਾਂ ਫਿਰ ਇੱਕ ਮੈਨੂੰ ਇਹ ਦੱਸੋ ਕਿ ਕਹਿੰਦੇ ਨੇ ਕਿ ਜਿਹੜੇ ਡੈਂਟਿਸਟ ਹੈਂਡ ਟੂਲਸ ਦੇ ਨਾਲ ਤੁਹਾਡੇ ਦੰਦ ਸਾਫ਼ ਕਰਦੇ ਨੇ ਵੀ ਉਹ ਜ਼ਿਆਦਾ ਵਧੀਆ ਹੁੰਦੇ ਨੇ, ਜਿਹੜੀਆਂ ਮਸ਼ੀਨ ਟੂਲਸ ਦੇ ਨਾਲ ਕਰਦੇ ਨੇ ਵੀ ਉਹ ਤੁਹਾਡੇ ਦੰਦਾਂ ਨੂੰ ਨੁਕਸਾਨ ਕਰਦੇ ਨੇਗੇ। ਇਹਦੇ ਬਾਰੇ ਵੀ ਇਸ ਤਰ੍ਹਾਂ ਹੈ ਕਿ ਟੈਕਨੋਲੋਜੀ ਦੀ ਇੰਪਰੂਵਮੈਂਟ ਦੇ ਨਾਲ ਇਹ ਜਿਹੜਾ ਮਸ਼ੀਨਰੀ ਦਾ ਕੰਪੋਨੈਂਟ ਹੈ ਹੈਂਡ ਟੂ ਮਸ਼ੀਨ, ਹੁਣ ਤਾਂ ਡਾਕਟਰਸ ਵੀ ਰਿਪਲੇਸ ਹੋ ਰਹੇ ਹਨ ਰੋਬੋਟਸ ਤੋਂ। ਸੋ ਅਗਰ ਅਸੀਂ ਪਿੱਛੇ ਜਾਈਏ ਟਾਈਮ ਦੇ ਵਿੱਚ, ਸਾਨੂੰ ਐਡਵਾਂਟੇਜਸ ਘੱਟ ਨੇ, ਡਿਸਐਡਵਾਂਟੇਜਸ ਜ਼ਿਆਦਾ ਹੈ। ਕੋਈ ਵੀ ਇੱਕ ਖੋਜ ਤੋਂ ਬਾਅਦ ਅਸੀਂ ਦੂਸਰਾ ਸਟੈਪ ਪਹੁੰਚਦੇ ਹਾਂ, ਰਿਸਰਚ ਹੁੰਦੀ ਹੈ, ਫਿਰ ਉਹ ਚੀਜ਼ ਲਾਂਚ ਕੀਤੀ ਜਾਂਦੀ ਹੈ, ਫਿਰ ਉਹਦੇ ਦੋਨੋਂ ਐਡਵਾਂਟੇਜ ਡਿਸਐਡਵਾਂਟੇਜਸ ਨਾਪੇ ਤੋਲੇ ਜਾਂਦੇ ਆ, ਫਿਰ ਉਹਨੂੰ ਅਸੀਂ ਇੰਪਲੀਮੈਂਟ ਕਰਦਾ ਹੈ। ਸੋ ਕਈ ਜਗ੍ਹਾ ਤੇ ਹੈਂਡ ਸਕੇਲਿੰਗ ਰਿਕਮੈਂਡਡ ਹੁੰਦੀ ਹੈ ਜਿੱਥੇ ਬਾਡੀ ਦੇ ਵਿੱਚ ਕੋਈ ਇਲੈਕਟ੍ਰੋਨਿਕ ਗੈਜਟ ਫਿਟਡ ਹੁੰਦਾ ਹੈ, ਉਹਨਾਂ ਨਾਲ ਸਾਡੀ ਵਾਈਬ੍ਰੇਸ਼ਨਸ ਮੈਚ ਨਹੀਂ ਕਰਦੀਆਂ। ਉਹਨਾਂ ਨੂੰ ਛੱਡ ਕੇ ਜਿਹੜੀ ਅਲਟਰਾਸੋਨਿਕ ਵਾਈਬ੍ਰੇਸ਼ਨਸ ਹੈ ਦੇ ਆਰ ਐਬਸੋਲਿਊਟਲੀ ਸੇਫ ਐਂਡ ਉਹ ਜਿਹੜੇ ਵਾਈਬ੍ਰੇਟਰਸ ਹੈ ਉਹ ਕੁਝ ਦੰਦ ਦੀਆਂ ਮਸੂੜਿਆਂ ਤੇ ਨੁਕਸਾਨ ਨਹੀਂ ਕਰਦੇ। ਸਾਡੇ ਪਹੁੰਚਣ 'ਚ ਇੰਨੀ ਕੁ ਦੇਰ ਹੋ ਚੁੱਕੀ ਹੁੰਦੀ ਹੈ ਕਿ ਜਿਹੜੇ ਸਾਡੇ ਦੰਦ ਔਰ ਗਮਸ ਦੇ ਵਿੱਚ ਗੈਪਸ ਡਿਵੈਲਪ ਕਰ ਚੁੱਕੇ ਹੁੰਦੇ ਆ। ਜਦੋਂ ਅਸੀਂ ਡਾਕਟਰ ਕੋਲ ਪਹੁੰਚਦੇ ਹਾਂ ਉਹ ਗੈਪਸ ਕਰੇੜੇ ਨਾਲ ਛੁਪੇ ਹੁੰਦੇ ਆ। ਠੀਕ ਹੈ, ਜਦੋਂ ਡਾਕਟਰ ਤੁਹਾਨੂੰ ਕਹਿੰਦਾ ਤੁਸੀਂ ਕਲੀਨਿੰਗ ਕਰਾ ਲਓ, ਉਦੋਂ ਅਸੀਂ ਜਦੋਂ ਸਾਫ਼ ਕਰਦੇ ਹਾਂ ਇਹ ਵਿੱਥਾਂ ਇਸ ਤਰ੍ਹਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ, ਬਟ ਫॉर ਓਨਲੀ ਸਮ ਟਾਈਮ। ਕਈ ਪੇਸ਼ੈਂਟਸ ਆਉਂਦੇ ਹੀ ਨਹੀਂ ਸੈਕਿੰਡ ਸਿਟਿੰਗ ਲਈ ਕਿ ਇਹ ਤਾਂ ਖਾਲੀ ਹੋ ਗਏ ਜੀ, ਦੰਦ ਤੋੜਤੇ, ਡੱਬ ਖੜੱਬੇ ਹੋ ਗਏ। ਇਹ ਸਭ ਬੇਫਜ਼ੂਲ ਦੀਆਂ ਚੀਜ਼ਾਂ ਨੇ। 2-3 ਵਾਰੀ ਦੀ ਸਿਟਿੰਗਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਹੜੇ ਮਸੂੜੇ ਕਰੇੜੇ ਤੇ ਜੰਮਣ ਕਰਕੇ ਪਿੱਛੇ ਹਟੇ ਹੁੰਦੇ ਆ, ਉਹ ਮਸਾਜਿੰਗ ਦੇ ਨਾਲ, ਟ੍ਰੀਟਮੈਂਟ ਦੇ ਨਾਲ ਭਰ ਜਾਂਦੇ ਆ। ਉਹ ਸਪੇਸ ਜਿਹੜੀ ਹੈ ਉਹ ਫ੍ਰੀਵੇ ਸਪੇਸ ਹੁੰਦੀ ਹੈ। ਜਦੋਂ ਅਸੀਂ ਕਰੂਲੀ ਕਰਦੇ ਹਾਂ ਪਾਣੀ ਅੰਦਰੋਂ ਬਾਹਰ, ਬਾਹਰੋਂ ਅੰਦਰ ਜਾਂਦਾ ਹੈ ਹਰ ਕਿਸੇ ਦੇ ਕੇਸ ਵਿੱਚ, ਕਿਉਂਕਿ 2 ਦੰਦਾਂ ਦੇ ਵਿੱਚ ਮਸੂੜੇ ਦੇ ਵਿੱਚ
2 mm ਸਪੇਸ ਹੁੰਦੀ ਹੈ ਜਿਹੜੀ ਕਲੀਨਿੰਗ ਸਪੇਸ ਹੁੰਦੀ ਹੈ। ਜੇ ਉਹ ਭਰ ਜਾਏ ਕਰੇੜੇ ਨਾਲ ਤਾਂ ਉਦੋਂ ਇਨਫੈਕਸ਼ਨ ਹੋਣੀ ਸ਼ੁਰੂ ਹੁੰਦੀ ਹੈ। ਉਦੋਂ ਚੁੱਲ੍ਹੇ ਦੇ ਰਾਹੀਂ ਪਾਣੀ ਸਵਿਸ਼ ਨਹੀਂ ਕਰਦਾ। ਜੇ ਸਵਿਸ਼ ਕਰਦਾ ਹੋਏਗਾ ਫਿਰ ਉਹ ਕਲੀਨ ਸਪੇਸ ਰਹਿੰਦੀ ਹੈ। ਇਸ ਲਈ ਇਦਾਂ ਦੀ ਸਪੇਸਿਸ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਰੂਟੀਨ 'ਚ ਸਭ ਲੋਕਾਂ ਨੂੰ ਰਾਈਟ ਫਰਮ ਚਾਈਲਡਹੁੱਡ ਵੱਡੇ ਹੋਣ ਤੱਕ ਛੋਟੇ ਬੱਚਿਆਂ ਨੂੰ ਜਦੋਂ ਫਰਸਟ ਟੀਥ ਤੋਂ ਲੈ ਕੇ till the baby is 12 years ਜਦੋਂ ਉਹਦੇ ਪੂਰੇ ਪਰਮਨੈਂਟ ਟੀਥ ਆ ਜਾਂਦੇ ਆ every 3 months ਬੱਚਿਆਂ ਨੂੰ ਲਿਆਉਣ ਲਈ ਕਹੀਦਾ। ਉਹਦੇ ਨਾਲ ਅਸੀਂ ਗਰੋਥ ਪਲੱਸ ਉਹਨਾਂ ਦੀ ਕਲੀਨਿੰਗ ਦਾ ਧਿਆਨ ਰੱਖਦੇ ਹਾਂ। 12 years ਤੋਂ ਬਾਅਦ ਐਡਲਟਹੁੱਡ ਤੱਕ ਜੀਡੀਆਟ੍ਰਿਕ ਸਟੇਜ ਤੱਕ ਬੈਡ ਰਿਡਨ ਪੇਸ਼ੈਂਟਸ ਤੱਕ ਅਸੀਂ ਕੋਸ਼ਿਸ਼ ਸਭ ਨੂੰ ਇਹ ਕਰੀਦੀ ਹੈ ਕਹੀਦਾ ਕਿ 6 months 'ਚ ਇੱਕ ਵਾਰੀ ਜ਼ਰੂਰ ਚੈੱਕਅਪ ਹੋਣਾ ਚਾਹੀਦਾ। ਜਿਹੜੇ ਬੈਡ ਰਿਡਨ ਪੇਸ਼ੈਂਟ ਹੈ ਉਹਨਾਂ ਦੀ ਕੇਅਰ ਅਟੈਂਡੈਂਟਸ ਨੂੰ ਬੋਲੀਦਾ ਕਿ ਆ ਕੇ ਸਿੱਖ ਕੇ ਜਾਓ ਜਾਂ ਇੱਦਾਂ ਦੇ ਵੀ ਅੱਜ ਕੱਲ੍ਹ ਮੁਹਿੰਮ ਚੱਲੀ ਹੋਈ ਹੈ ਕਿ ਮੋਬਾਈਲ ਵੈਨਸ ਹੈਗੀਆਂ ਨੇ ਜਿਹੜੇ ਪੇਸ਼ੈਂਟਸ ਨਹੀਂ ਆ ਸਕਦੇ ਉਹਨਾਂ ਨੂੰ ਜਾ ਕੇ ਵੀ ਅਟੈਂਡ ਕੀਤਾ ਜਾ ਸਕਦਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਬੱਚਿਆਂ ਤੋਂ ਪੁੱਛਿਆ ਤਾਂ ਕਈ ਜਿੱਦਾਂ ਹਸਪੀਟਲ ਬੈਡਸ 'ਤੇ ਨੇ ਪੇਸ਼ੈਂਟ ਉਹਨਾਂ ਦੀ ਓਰਲ ਕੇਅਰ ਹੋ ਗਈ, ਘਰ ਕੋਈ ਬਜ਼ੁਰਗ ਹੈ ਉਹਨਾਂ ਦੀ ਓਰਲ ਕੇਅਰ ਹੋ ਗਈ। ਇਟ ਇਜ਼ ਇਕੁਅਲੀ ਇੰਪੋਰਟੈਂਟ। ਉਹਦੇ ਨਾਲ ਉਹਨਾਂ ਦੀ ਰਿਕਵਰੀ ਥੋੜੀ ਫਾਸਟ ਹੋ ਜਾਂਦੀ ਹੈ। ਬਿਲਕੁਲ। ਸੋ ਵਨਸ ਇਨ 6 months right from the age of 12 years till 12 years 3 ਮਹੀਨੇ 'ਚ ਇੱਕ ਵਾਰੀ ਜੀ। ਐਂਡ ਇਹਦੇ ਲਈ ਇਹ ਵੀ ਦੱਸੋ ਕਿ ਹਰ ਬੰਦੇ ਦੇ ਲਈ ਸਕੇਲਿੰਗ ਜ਼ਰੂਰੀ ਹੈ ਐਂਡ ਕਿਹੜੀ ਏਜ ਤੋਂ ਉਹ ਸ਼ੁਰੂ ਕਰ ਸਕਦੇ ਨੇਗੇ? ਦੇਖੋ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਰੂਟੀਨ 'ਚ ਚੈੱਕਅਪ ਲਈ ਲੈ ਕੇ ਜਾਂਦੇ ਹਾਂ ਤਾਂ ਕੋਈ ਐਸੀ ਸਟੇਜ ਆਉਂਦੀ ਹੈ ਜਦੋਂ ਪੈਰੈਂਟਸ ਛੱਡਦੇ ਨੇ ਬੱਚੇ ਆਪਣਾ ਬ੍ਰਸ਼ ਆਪਣੇ ਹੱਥ 'ਚ ਫੜਦੇ ਆ। ਉਦੋਂ ਤੋਂ ਲੈ ਕੇ ਐਵਰੀ 3 months ਜਦੋਂ ਤੁਹਾਡੇ ਡਾਕਟਰ ਤੁਹਾਨੂੰ ਇੰਡੀਕੇਟ ਕਰਦੇ ਆ ਜਾਂ ਬੱਚੇ ਨੂੰ ਦਿਖਾਉਂਦੇ ਨੇ ਕਿ ਇੱਥੇ ਪਲਾਕ ਕਲੀਅਰ ਹੈ ਉਦੋਂ ਅਸੀਂ ਬੱਚੇ ਨੂੰ ਦੁਬਾਰਾ ਬੁਲਾਈਦਾ 2-3 ਵਾਰੀ ਐਨਾਲਾਈਜ਼ ਕਰਨ ਤੋਂ ਬਾਅਦ ਅਗਰ ਬੱਚਾ ਉਹ ਕਲੀਅਰ ਨਹੀਂ ਕਰ ਪਾ ਰਿਹਾ ਇਸ ਤੋਂ ਪਹਿਲੇ ਕਿ ਉਹ ਟਾਰਟਰ 'ਚ ਕਨਵਰਟ ਹੋਏ ਤਾਂ ਡੈਂਟਿਸਟ ਕਹਿ ਦਿੰਦੇ ਨੇ ਕਿ ਇਹਨਾਂ ਨੂੰ ਇੱਕ ਵਾਰੀ ਕਲੀਨ ਕਰਾ ਲੈਂਦੇ ਆ। ਤਾਂ ਪੈਰੈਂਟਸ ਨੂੰ ਉਦੋਂ ਚਾਹੀਦਾ ਕਿ ਉਦੋਂ ਉਹ ਕਲੀਨਿੰਗ ਕਰਾਉਣ ਔਰ ਆਪਣੇ ਬੱਚਿਆਂ ਨੂੰ ਰੈਗੂਲਰਲੀ ਆਪਣੀ ਸੁਪਰਵਿਜ਼ਨ ਦੇ ਵਿੱਚ ਥੋੜਾ ਟਾਈਮ ਬ੍ਰਸ਼ਿੰਗ ਕਰਾਉਣ। ਰਾਈਟ ਉਸ ਏਜ ਤੋਂ ਲੈ ਕੇ ਐਡਲਟਹੁੱਡ ਤੱਕ 12 years ਦੀ ਏਜ ਤੱਕ ਉਹਨਾਂ ਨੂੰ ਗਵਰਨਿੰਗ ਵਾਸਤੇ ਵਨਸ ਇਨ ਅ ਵਾਈਲ ਡਾਕਟਰ ਤੋਂ ਪੁੱਛ ਲੈਣਾ ਹੈ ਕਿ ਇਹਨਾਂ ਨੂੰ ਜ਼ਰੂਰਤ ਤਾਂ ਨਹੀਂ ਹੈ ਜਾਂ ਡਾਕਟਰ ਕੋਲ ਰੈਗੂਲਰਲੀ ਜਾਓਗੇ ਤਾਂ ਉਹ ਇੰਡੀਕੇਟ ਕਰ ਦੇਣਗੇ। ਵਨਸ ਇਨ 6 months ਵਾਲਾ ਜਿਹੜਾ ਕਨਸੈਪਟ ਹੈ ਉਹ ਸਕੇਲਿੰਗ ਦਾ ਉੱਥੋਂ ਆਇਆ ਕਿ ਆਪਾਂ ਜਦੋਂ ਰੂਟੀਨ ਚੈੱਕਅਪ ਲਈ ਜਾਣਾ ਹੈ ਅਗੇਨ ਡਾਕਟਰ ਐਨਾਲਾਈਜ਼ ਕਰਦੇ ਆ ਕਿ ਤੁਹਾਡੇ ਕੋਈ ਪਲਾਕ ਕਲੀਅਰ ਇੱਦਾਂ ਦੇ ਕਈ ਲਿਕਵਿਡਸ ਵੀ ਅਵੇਲੇਬਲ ਹੈ ਜਿਹੜੇ ਅਸੀਂ ਬੱਚਿਆਂ ਨੂੰ ਦੇਈਦੇ ਆ ਕਿ ਤੁਸੀਂ ਕਰੂਲੀ ਕਰੋ ਤੇ ਤੁਹਾਡੇ ਦੰਦਾਂ ਤੇ ਉਹ ਰੈੱਡ ਮਾਰਕਰ ਕਰ ਦਿੰਦੇ ਆ ਕਿ ਇੱਥੇ ਤੁਸੀਂ ਅੱਛੀ ਤਰ੍ਹਾਂ ਬ੍ਰਸ਼ ਨਹੀਂ ਕਰ ਪਾਏ ਹੋ। ਬਾਵਜੂਦ ਇਹ ਸਭ ਕਰਨ ਦੇ ਅਗਰ ਬੱਚਾ ਮੇਨਟੇਨ ਨਹੀਂ ਕਰ ਰਿਹਾ ਫਿਰ ਅਸੀਂ ਸਕੇਲਿੰਗ ਕਰੀਦੀ ਹੈ ਐਂਡ ਇਟ ਇਜ਼ ਐਬਸੋਲਿਊਟਲੀ ਸੇਫ ਚਾਹੇ ਉਹ ਬੱਚੇ ਹੋਣ ਜਾਂ ਬਜ਼ੁਰਗ ਹੋਣ। ਸਕੇਲਿੰਗ ਦਾ ਇੱਕ ਇੱਦਾਂ ਦਾ ਟ੍ਰੀਟਮੈਂਟ ਹੈ ਜਿਹੜਾ ਤੁਹਾਡੀ ਹੈਲਥ ਨੂੰ ਇੰਪਰੋਵਾਈਜ਼ ਕਰਦਾ ਹੈ ਤੁਹਾਨੂੰ ਇੱਕ ਬੈਟਰ ਹੈਲਥ ਦਿੰਦਾ ਹੈ। ਸੋ ਵਨਸ ਇਨ 6 months ਈਵਨ ਅਸੀਂ ਐਜ਼ ਅ ਡੈਂਟਿਸਟ ਵੀ ਇੱਕ ਦੂਸਰੇ ਦੀ ਚੇਅਰ ਤੇ ਬੈਠ ਕੇ ਆਪਣੇ ਦੰਦਾਂ ਦੀ ਸਕੇਲਿੰਗ ਕਰਾਈਦੇ ਆ ਰਾਈਟ ਫਰਮ ਦ ਈਅਰ ਵੀ ਪਾਸ ਆਊਟ till the age I am going to live। ਮੈਂ ਆਪਣੀ ਵੀ ਕਰਾਂਗੀ ਆਪਣੇ ਬੱਚਿਆਂ ਦੀ ਵੀ ਤੇ ਆਪਣੇ ਪੈਰੈਂਟਸ ਦੀ ਵੀ। ਜੇ ਸਾਡੀ 3 generations ਨੂੰ ਨੁਕਸਾਨ ਨਹੀਂ ਹੋਇਆ ਤਾਂ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ। ਰਾਈਟ ਤਰੀਕੇ ਨਾਲ ਡਾਕਟਰ ਦੀ ਐਡਵਾਈਸ ਫੋਲੋ ਕਰਨ ਨਾਲ ਜਿਹੜੀ ਵੀ ਸੈਂਸਿਟਿਵਿਟੀ ਜਾਂ ਕੁਝ ਪੇਨ ਦੀ ਪ੍ਰੋਬਲਮ ਹੁੰਦੀ ਹੈ ਜੋ ਕਿ ਕੁਝ ਹੀ ਦਿਨ ਲਾਸਟ ਕਰਦੀ ਹੈ 3 to 10 days ਡਿਪੈਂਡਿੰਗ ਅਪਨ ਕਿੰਨੀ ਕੰਪਲਿਕੇਟਡ ਸਟੇਜ ਵਿੱਚ ਤੁਸੀਂ ਆਏ ਹੋ ਕਰਾਉਣ ਵਾਸਤੇ ਔਰ ਕਿੰਨਾ ਲੇਟ ਤੁਸੀਂ ਆਏ ਹੋ। ਇਨੀਸ਼ੀਅਲ ਜਦੋਂ ਆਪਾਂ ਸਟਾਰਟ ਕਰਦੇ ਹਾਂ ਇਟ ਇਜ਼ ਅ ਕਾਮਨ ਥਿੰਗ ਸਭ ਨੂੰ ਫੇਸ ਕਰਨੀ ਹੁੰਦੀ ਹੈ। ਸੈਂਸਿਟਿਵਿਟੀ ਇੱਕ ਮੇਜਰ ਇਸ਼ੂ ਹੈ ਜਦੋਂ ਤੋਂ ਪੇਸ਼ੈਂਟਸ ਡਰਦੇ ਨੇ ਉਹਦੇ ਲਈ ਅਸੀਂ ਪੇਸਟ ਜਾਂ ਮਾਊਥ ਵਾਸ਼ ਐਡਵਾਈਸ ਕਰੀਦਾ। ਜਿੱਦਾਂ ਤੁਸੀਂ ਪੁੱਛਿਆ ਸੀ ਕਿ ਮਾਊਥ ਵਾਸ਼ ਕਦੋਂ ਕਰਨਾ ਚਾਹੀਦਾ ਉਸ ਟਾਈਮ ਦੇ ਵਿੱਚ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਅਸੀਂ ਮਾਊਥ ਵਾਸ਼ ਜ਼ਰੂਰ ਐਡਵਾਈਸ ਕਰਦੇ ਹਾਂ ਬਟ ਫॉर ਅ ਸਮਾਲ ਪੀਰੀਅਡ ਆਫ ਟਾਈਮ ਐਂਡ ਦੈਨ ਤੁਸੀਂ ਅਗਰ ਮੇਨਟੇਨ ਕਰਦੇ ਹੋ ਮਸਾਜ ਕਰਦੇ ਹੋ ਅੱਛੀ ਤਰ੍ਹਾਂ ਇੰਸਟਰਕਸ਼ਨ ਫੋਲੋ ਕਰਕੇ ਬ੍ਰਸ਼ ਕਰਨੀ ਸ਼ੁਰੂ ਕਰ ਦਿੰਦੇ ਹੋ ਇਹ ਪ੍ਰੋਬਲਮ ਦੁਬਾਰਾ ਨਹੀਂ ਆਉਂਦੀ। ਅਸੀਂ ਸਕੇਲਿੰਗ ਤੋਂ ਬਾਅਦ ਜਿੱਥੇ ਕਿਸੇ ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਹੈ ਉੱਥੇ ਉਹਨਾਂ ਨੂੰ ਰਿਕੁਐਸਟ ਕਰੀਦੀ ਹੈ ਹਫਤੇ ਬਾਅਦ 15 ਦਿਨ ਬਾਅਦ ਮਹੀਨੇ ਬਾਅਦ 3 ਮਹੀਨੇ ਬਾਅਦ 6 ਮਹੀਨੇ ਬਾਅਦ ਤੁਸੀਂ ਚੈੱਕ ਕਰਾਉਂਦੇ ਰਹਿਣਾ ਤਾਂ ਕਿ ਅਸੀਂ ਇਸ ਸਾਈਕਲ ਨੂੰ ਵੀ ਬ੍ਰੇਕ ਕਰ ਦਈਏ ਕਿ ਬਾਰ-ਬਾਰ ਤੁਹਾਡਾ ਟਾਰਟਰ ਜੰਮਣਾ ਵੀ ਬੰਦ ਹੋ ਜਾਏ। 6 ਮਹੀਨਿਆਂ 'ਚ ਇੱਕ ਵਾਰੀ ਜਿਹੜੀ ਹੈ ਉਹ ਜਿਸ ਤਰ੍ਹਾਂ ਤੁਸੀਂ ਕਹੋ ਕਿ ਆਪਣੇ ਆਪ ਆਪਣੀ ਹੈਲਥ ਨੂੰ ਬੂਸਟ ਅਪ ਕਰਨ ਦਾ ਇੱਕ ਤਰੀਕਾ ਹੈ ਸਕੇਲਿੰਗ। ਸੋ ਉਹ ਨੁਕਸਾਨਦੇਹ ਬਿਲਕੁਲ ਵੀ ਨਹੀਂ ਹੈ। ਇਹ ਕੁਐਸਚਨ ਵੈਸੇ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਸਕੇਲਿੰਗ ਜਿਵੇਂ ਹੁਣ ਆਪਣੀ ਹਰ ਤਰ੍ਹਾਂ ਦੀ ਆਡੀਅנס ਆ ਮੰਨ ਲਓ ਕਿ ਪਿੰਡ ਦੀ ਕੋਈ ਬਜ਼ੁਰਗ ਲੇਡੀ ਆਪਾਂ ਨੂੰ ਬੈਠੀ ਸੁਣ ਰਹੀ ਆ ਤਾਂ ਉਹਦੇ ਲਈ ਜੇ ਆਪਾਂ ਦੱਸਣਾ ਹੋ ਕਿ ਸਕੇਲਿੰਗ ਹੈ ਕੀ
ਸਕੇਲਿੰਗ ਵਾਸਤੇ, ਸਕੇਲਿੰਗ ਆਪਾਂ ਉਹਨੂੰ ਕਹਿੰਦੇ ਆ ਜਦੋਂ ਦੰਦਾਂ ਦੇ ਉੱਤੇ ਤੁਹਾਨੂੰ ਪੀਲੀ ਪਰਤ ਜਿਹੜੀ ਨਜ਼ਰ ਆਉਂਦੀ ਹੈ, ਜਿਹਨੂੰ ਆਪਾਂ ਕਰੇੜਾ ਜਾਂ ਟਾਟਰ ਆਮ ਭਾਸ਼ਾ 'ਚ ਕਹਿ ਦਿੰਦੇ ਆ ਵੀ ਕਰੇੜਾ ਜੰਮਿਆ ਹੋਇਆ ਹੈ, ਜਾਂ ਏਜ ਦੇ ਨਾਲ ਤੁਸੀਂ ਦੇਖਿਆ ਹੋਏਗਾ ਬਜ਼ੁਰਗਾਂ ਦੇ ਦੰਦ ਵੱਡੇ ਲੱਗਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਉਹ ਜਿਹੜੀ ਕਰੇੜਾ ਹੈਗਾ ਉਹ ਬਿਲਕੁਲ ਦੰਦ ਦੇ ਨਾਲ ਮੈਚ ਕਰਦਾ ਹੁੰਦਾ, ਉਸੇ ਰੰਗ ਦਾ ਹੁੰਦਾ ਜੋ ਖਾਦਾ ਪੀਤਾ ਉੱਤੇ ਦੇ ਉੱਤੇ ਜੰਮ ਕੇ ਉਹ ਲੇਅਰਸ ਬਣਾ ਲੈਂਦਾ। ਜਿਹੜੇ ਬਜ਼ੁਰਗ ਹੈਗੇ ਨੇ ਸਾਡੇ, ਉਹਨਾਂ ਨੂੰ ਇਹ ਚਾਹੀਦਾ ਕਿ ਜਿਹੜੀ ਇਹ ਚੀਜ਼ ਜੰਮਦੀ ਹੈ, ਕਈ ਤਾਂ ਇੰਨੇ ਅਵੇਅਰ ਹੁੰਦੇ ਆ ਕਿ ਚੁੰਨੀ ਦੇ ਕਿਨਾਰੇ ਨਾਲ ਕਿਸੇ ਚੀਜ਼ ਨਾਲ ਉਹਨੂੰ ਐਦਾਂ ਕੋਨਿਆਂ ਤੋਂ ਸਾਫ਼ ਕਰ ਲੈਂਦੇ ਨੇ। ਇਹ ਚੀਜ਼ ਫੀਲ ਜ਼ਰੂਰ ਹੁੰਦੀ ਹੈ। ਸਕੇਲਿੰਗ ਜਿਹੜੀ ਹੈ ਇਹ ਇੱਕ ਟੈਕਨੀਕ ਹੈ ਜਿਹਦੇ ਨਾਲ ਅਸੀਂ ਉਹ ਜੰਮੇ ਹੋਏ ਐਕਸਟਰਾ ਜਿਹੜੇ ਦੰਦ ਦੇ ਉੱਤੇ ਪਰਤ ਜੰਮੀ ਹੈ ਉਹਨੂੰ ਅਸੀਂ ਸਾਫ਼ ਕਰ ਦਈਦਾ, ਤਾਂ ਕਿ ਤੁਹਾਡੇ ਮਸੂੜੇ ਔਰ ਦੰਦ ਦੇ ਵਿੱਚ ਜਿਹੜਾ ਨੈਚੁਰਲ ਕਨੈਕਸ਼ਨ ਹੈ ਉਹ ਬਣ ਜਾਏ। ਜਦੋਂ ਪਰਤ ਜੰਮਦੀ ਹੈ ਉਹ ਮਸੂੜੇ ਨੂੰ ਪਰਾਂ ਹਟਾ ਦਿੰਦੀ ਹੈ, ਪਰਤ ਅੰਦਰ ਹੀ ਅੰਦਰ ਵੱਧਦੀ ਰਹਿੰਦੀ ਹੈ, ਜਿੱਦਾਂ ਥੱਲੇ ਵੱਲ ਵੱਧਦੀ ਹੈ ਉਨਾ ਹੀ ਅੰਦਰ ਵੀ ਵੱਧਦੀ ਹੈ, ਜਿੰਨਾ ਅੰਦਰ ਵੱਧਦੀ ਹੈ ਉਨੀ ਦੰਦ ਦੇ ਸਰਾਊਂਡਿੰਗ ਜਿਹੜੀ ਹੱਡੀ ਹੈ ਉਹਨੂੰ ਪਿੱਛਾ ਧਕੇਲ ਦਿੰਦੀ ਹੈ। ਐਜ਼ ਅ ਰਿਜ਼ਲਟ ਜਿਹਨੂੰ ਆਪਾਂ ਪਾਇਰੀਆ ਕਹਿੰਦੇ ਆ, ਜਾਂ ਦੰਦਾਂ 'ਚ ਬਦਬੂ ਆਉਣਾ ਕਹਿੰਦੇ ਆ, ਜਾਂ ਇੱਦਾਂ ਵੀਕਨੈਸ ਕਹਿੰਦੇ ਆ, ਉਹ ਦੰਦ ਜਿਹੜਾ ਹੈ ਇਟ ਇਜ਼ ਅ ਪੇਨਲੈਸ ਡਿਜ਼ੀਜ਼। ਕੋਈ ਤਕਲੀਫ ਨਹੀਂ ਹੁੰਦੀ ਪੇਸ਼ੈਂਟ ਨੂੰ, ਸਿਰਫ ਇਹ ਪੀਲੇ ਲੱਗਦੇ ਨੇ ਜਾਂ ਲੰਬੇ ਲੱਗਣੇ। ਪਿੰਡਾਂ 'ਚ ਆਮ ਤੌਰ 'ਤੇ ਸੋਚਿਆ ਜਾਂਦਾ ਹੈ ਕਿ ਵੱਡੇ ਹੋਣ ਨਾਲ ਇਹ ਹੋਣਾ ਹੀ ਹੈ, ਜਦ ਕਿ ਇਹ ਸਾਡੀ ਅਣਗਹਿਲੀ ਤੋਂ, ਇਹ ਬਿਨਾਂ ਇਲਾਜ ਤੋਂ ਜਾਂ ਬਹੁਤ ਦੇਰ ਤੱਕ ਨਾ ਦਿਖਾਉਣ ਕਰਕੇ, ਨਾ ਧਿਆਨ ਦੇਣ ਕਰਕੇ ਇਹ ਚੀਜ਼ਾਂ ਵੱਧਦੀਆਂ ਨੇ। ਉਹ ਸੋਚਦੇ ਨੇ ਕਿ ਨੈਚੁਰਲ ਤਰੀਕੇ ਵਧੀਆ ਨੇ, ਬ੍ਰਸ਼ ਕਰਦੇ ਆ ਤਾਂ ਦੰਦਾਂ 'ਚ ਕੀੜੇ ਲੱਗ ਜਾਂਦੇ, ਇੱਦਾਂ ਨਹੀਂ ਹੈ। ਦਾਤਨ ਕਰਨਾ ਅੱਛਾ ਹੈ ਲੇਕਿਨ ਬ੍ਰਸ਼ ਕਰਨਾ ਵੀ ਉਹਦੇ ਨਾਲ ਜ਼ਰੂਰੀ ਹੈ। ਸੋ ਇਸ ਲਈ ਸਕੇਲਿੰਗ ਜਿਹੜੀ ਹੈ ਸਿਰਫ ਇੱਕ ਟੈਕਨੀਕ ਹੈ ਜਿਹਦੇ ਨਾਲ ਅਸੀਂ ਇੱਕ ਮੈਟਲ ਦੀ ਟਿਪ ਨਾਲ ਵਾਈਬ੍ਰੇਸ਼ਨਸ ਦੇ ਕੇ ਉਹ ਕਰੇੜੇ ਨੂੰ, ਜੰਮੇ ਹੋਏ ਨੂੰ ਨਿਕਾਲ ਦਈਦਾ ਤੇ ਪੇਸ਼ੈਂਟ ਨੂੰ ਹੌਲੀ ਹੌਲੀ ਗਾਈਡ ਕਰੀਦੀ ਹੈ ਮਸਾਜ ਕਰਨ ਦੀ, ਤਾਂ ਕਿ ਜਿਹੜਾ ਮਸੂੜਾ ਖੁੱਲਿਆ ਸੀ ਉਹ ਵਾਪਸ ਆਪਣੇ ਦੰਦ ਨੂੰ ਕੁੱਟ ਕੇ ਨੱਪ ਕੇ ਫੜ ਲਏ। ਤੇ ਇੱਕ ਮੈਨੂੰ ਦੱਸੋ ਕਿ ਜਿੱਦਾਂ ਟੂਥਪੇਸਟ ਤਾਂ ਹੈਗੇ ਨੇ, ਤਾਂ ਮਾਰਕੀਟ 'ਚ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਮਾਊਥ ਫਰੈਸ਼ਨਰ ਵੀ ਨੇਗੇ, ਤਾਂ ਉਹ ਜਿਵੇਂ ਕਹਿੰਦੇ ਨੇ ਕੁਐਸਚਨ ਜੀ ਕਿ ਹਾਂਜੀ, ਉਹ ਜਿਹੜੇ ਫਰੈਸ਼ਨਰ ਔਰ ਮਾਊਥ ਵਾਸ਼ਸ ਨੇ ਦੇ ਆਰ ਕੈਮੀਕਲ ਬੇਸਡ, ਠੀਕ ਹੈ। ਇੱਕ ਕੈਮੀਕਲ ਬੈਕਟੀਰੀਆ ਨੂੰ ਕਿਲ ਕਰ ਸਕਦਾ ਹੈ ਤੇ ਉਹ ਸਾਰਿਆਂ ਨੂੰ ਕਿਲ ਕਰ ਦਿੰਦਾ ਜਿਹੜੇ ਮੂੰਹ 'ਚ ਹੈਗੇ ਨੇ। ਮੇ ਬੀ ਅਸੀਂ ਸਾਰੇ ਲੋਕ ਅਵੇਅਰ ਹਾਂ ਕਿ ਜਿਹੜੀ ਸਾਡੀ ਡਾਈਜੈਸ਼ਨ ਹੈਗੀ ਆ ਮੂੰਹ ਤੋਂ ਸਟਾਰਟ ਹੁੰਦੀ ਹੈ, ਦੈਟ ਮੀਨਸ ਕਿ ਉਹ ਡਾਈਜੈਸਟ ਕਰਨ ਵਾਲੇ ਜਿਹੜੇ ਬੈਕਟੀਰੀਆਜ਼ ਹੈ ਉਹ ਵੀ ਵਾਸ਼ ਹੋ ਜਾਂਦੇ ਨੇ। So overuse of any chemical without recommendation should not be done, be it a mouthwash or a mouth freshener. Mouth freshener ਦੀ ਲੋੜ ਉਦੋਂ ਪੈਂਦੀ ਹੈ ਜਦੋਂ ਅਸੀਂ ਉੱਠਦਿਆਂ ਹੀ ਬ੍ਰਸ਼ ਕਰਦੇ ਹਾਂ, ਫਿਰ ਖਾ ਪੀ ਲੈਂਦੇ ਹਾਂ, ਫਿਰ ਉਹ ਸਟਿੰਕ ਕਰਦਾ ਹੈ, ਲਸਣ ਦੀ ਸਮੈਲ ਆਉਂਦੀ ਹੈ, ਪਿਆਜ਼ ਦੀ ਸਮੈਲ ਆਉਂਦੀ ਹੈ, ਫਿਰ ਅਸੀਂ ਚੂਇੰਗ ਗਮ ਜਾਂ ਮਾਊਥ ਫਰੈਸ਼ਨਰ ਯੂਜ਼ ਕਰਦੇ ਹਾਂ। ਜੇ ਅਸੀਂ ਖਾਣਾ ਖਾਣ ਤੋਂ 15 ਮਿੰਟਸ ਬਾਅਦ ਬ੍ਰਸ਼ ਕਰਕੇ ਅੱਗੇ ਵਧੀਏ, ਪੂਰਾ ਦਿਨ ਕਦੀ ਹੋ ਹੀ ਨਹੀਂ ਸਕਦਾ ਕਿ ਬੈਡ ਬ੍ਰੈਥ ਆਏ। The other reason for bad breath is your throat infection. ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੀਏ, ਰਫੇਜ ਜ਼ਿਆਦਾ ਖਾਈਏ, ਸੈਲਡ ਹੋ ਗਏ, ਫਰੂਟਸ ਹੋ ਗਏ, ਇਹ ਸੈਲਫ ਕਲੀਨਜ਼ਿੰਗ ਵੀ ਹੁੰਦੇ ਆ, ਤੁਹਾਡੀ ਗਟ ਨੂੰ ਵੀ ਠੀਕ ਰੱਖਦੇ ਆ। ਥਰਡ ਰੀਜ਼ਨ ਫॉर ਬੈਡ ਬ੍ਰੈਥ ਇਜ਼ योर ਇੰਟੈਸਟਾਈਨਸ। ਜੇ ਤੁਹਾਡਾ ਪੇਟ ਸਾਫ਼ ਨਹੀਂ ਹੋਏਗਾ, ਅੰਦਰ ਕੁਝ ਪ੍ਰੋਬਲਮ ਹੈ, ਉਹਦੀ ਵੀ ਰਿਫਲੈਕਸ਼ਨ ਜਿਹੜੀ ਤੁਹਾਡੀ ਹੈਲਥ ਦਾ ਹੈ ਉਹ ਤੁਹਾਡਾ ਮੂੰਹ ਹੁੰਦਾ ਹੈ। ਕਈ ਵਾਰੀ ਡਾਇਬੀਟਿਕ ਪੇਸ਼ੈਂਟ ਹੈ, ਪ੍ਰੀ ਡਾਇਬੀਟਿਕ ਹੈ, ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸ਼ੂਗਰ ਹੋਣੀ ਹੈ, ਉਹਨਾਂ ਦੇ ਕੇਸਿਸ ਵਿੱਚ ਵੀ ਇੱਕ ਪੈਕਿਊਲਰ ਤਰ੍ਹਾਂ ਦੀ ਮੂੰਹ 'ਚੋਂ ਸਮੈਲ ਆਉਂਦੀ ਹੈ। ਕਿਡਨੀ ਪੇਸ਼ੈਂਟਸ ਜਿਨ੍ਹਾਂ ਦਾ ਕ੍ਰੀਏਟਿਨਿਨ ਹਾਈ ਹੈ, ਉਹਨਾਂ ਦੇ ਮੂੰਹ 'ਚੋਂ ਵੀ ਸਮੈਲ ਆਉਂਦੀ ਹੈ। ਮੂੰਹ 'ਚ ਸਮੈਲ ਆਉਣ ਦਾ ਮਤਲਬ ਹੈ ਤੁਹਾਨੂੰ ਕੁਝ ਸਿਸਟੈਮਿਕ ਪ੍ਰੋਬਲਮ ਵੀ ਹੋ ਸਕਦੀ ਹੈ। ਸੋ ਉਹਨੂੰ ਅਗਰ ਅਸੀਂ ਮਾਊਥ ਵਾਸ਼ ਜਾਂ ਫਰੈਸ਼ਨਰਸ ਨਾਲ ਮਾਸਕ ਕਰ ਲੈਂਦੇ ਹਾਂ, ਨਾ ਕੇਵਲ ਅਸੀਂ ਆਪਣੇ ਮੂੰਹ ਨੂੰ ਖਰਾਬ ਕਰਦੇ ਹਾਂ, ਬਟ ਆਉਣ ਵਾਲੀ ਪ੍ਰੋਬਲਮਸ ਦਾ ਜਿਹੜੀ ਇੰਡੀਕੇਸ਼ਨ ਹੈ ਅਸੀਂ ਉਹਨੂੰ ਵੀ ਸਟਾਪ ਕਰਕੇ ਉਹਨਾਂ ਨੂੰ ਵੀ ਵਧਾ ਲੈਂਦੇ ਹਾਂ। ਵੀ ਡੋਂਟ ਕਮ ਟੂ ਨੋ ਕਿ ਕੀ ਪ੍ਰੋਬਲਮ ਕਰਕੇ ਉਹ ਸਮੈਲ ਆ ਰਹੀ ਸੀ। ਬਿਲਕੁਲ। ਇੱਕ ਫਲॉस ਵੀ ਆਉਂਦੇ ਨੇ। ਫਲॉस ਮਤਲਬ ਇੱਕ ਬਰੀਕ ਜਿਹਾ ਧਾਗਾ ਹੁੰਦਾ, ਜਿਹੜੇ ਤਾਂ ਯੂਜ਼ ਕਰਦੇ ਨੇ ਉਹਨਾਂ ਨੂੰ ਪਤਾ ਹੋਊਗਾ। ਇੱਕ ਬਰੀਕ ਜਿਹਾ ਧਾਗਾ ਹੁੰਦਾ ਹੈ ਤੇ ਉਹਨੂੰ ਅਸੀਂ ਦੰਦਾਂ ਦੀਆਂ ਵਿਰਲਾਂ ਸਾਫ਼ ਕਰਨ ਦੇ ਲਈ ਯੂਜ਼ ਕਰਦੇ ਹਾਂ। ਇਹ ਸਾਡੇ ਇੱਕ ਵਿਅਰ ਦਾ ਕੁਐਸਚਨ ਸੀਗਾ, ਮੈਂ ਉਹਨੂੰ ਦੱਸਿਆ ਕਿ ਮੈਂ ਡੈਂਟਲ ਕੋਈ ਇੰਟਰਵਿਊ ਕਰਨ ਜਾ ਰਿਹਾ, ਤਾਂ ਉਹ ਕਹਿੰਦੇ ਕਿ ਜ਼ਰੂਰ ਪੁੱਛਿਓ ਕਿ ਫਲॉस ਯੂਜ਼ ਕਰਨੇ ਸਹੀ ਹੁੰਦੇ ਨੇ, ਧਾਗਾ ਵੀ ਬਾਰ-ਬਾਰ ਤੁਸੀਂ ਦੰਦਾਂ ਦੀ ਵਿਰਲਾਂ 'ਚ ਮਾਰਦੇ ਹੋ। ਤੇ ਜੀ ਦੇਖੋ, ਜਿਹੜੇ ਦੰਦ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਜਿਨ੍ਹਾਂ 'ਚ ਵਿਰਲ ਹੁੰਦੀ ਹੈ, ਇੱਕ ਜਿਨ੍ਹਾਂ 'ਚ ਨਹੀਂ ਹੁੰਦੀ। ਜਿਨ੍ਹਾਂ 'ਚ ਬਿਲਕੁਲ ਨਹੀਂ ਹੁੰਦੀ, ਟਾਈਟ ਕੰਟੈਕਟ ਹੁੰਦਾ ਹੈ, ਜਾਂ ਉੱਤੇ ਦੇ ਉੱਤੇ ਕੋਈ ਦੰਦ ਹੁੰਦੇ ਆ, ਉਹਨਾਂ ਨੂੰ ਕਲੀਨ ਕਰਨਾ ਬ੍ਰਸ਼ ਨਾਲ ਪੋਸੀਬਲ ਨਹੀਂ ਹੁੰਦਾ। ਅਸੀਂ ਨਾਰਮਲੀ ਉਹਨੂੰ ਕਰਾਊਡਿੰਗ ਬੋਲਦੇ ਹਾਂ ਜਾਂ ਕ੍ਰੂਕਡ ਟੀਥ ਬੋਲਦੇ ਹਾਂ, ਕਿ ਜਿਹੜੇ ਸਿੱਧੇ ਨਹੀਂ ਦਿਖਦੇ, ਉਹਨਾਂ ਦੇ ਸਾਫ਼ ਕਰਨ ਦਾ ਓਨਲੀ ਰਸਤਾ ਫਲॉस ਹੁੰਦੀ ਹੈ। ਜੇ ਨਾਰਮਲ ਡੈਂਟੇਸ਼ਨ ਹੈ, ਰਾਈਟ ਗੈਪਿੰਗ ਹੈ,
ਬਿਲਕੁਲ ਠੀਕ ਕੰਟੈਕਟ ਹੈ ਉਹਨਾਂ ਨੂੰ ਵੀ, ਜਿਹੜੇ ਲੋਕ ਬਹੁਤ ਪਰਟੀਕੂਲਰ ਹੈਗੇ ਨੇ, ਮਸੂੜੇ ਔਰ ਦੰਦ ਦਾ ਇੰਟਰਫੇਸ ਹੁੰਦਾ ਹੈ, ਇੱਕ ਦੋ ਦੰਦਾਂ ਦੇ ਵਿਚਕਾਰਲੀ ਜਗ੍ਹਾ ਹੁੰਦੀ ਹੈ, ਬ੍ਰਸ਼ ਤੁਹਾਡੇ ਉੱਪਰ ਜਾਂਦਾ ਹੈ ਜਾਂ ਨੀਚੇ ਜਾਂਦਾ ਹੈ, ਇਨ ਬਿਟਵੀਨ ਏਰੀਆਜ਼ ਨੂੰ ਕਲੀਨ ਕਰਨ ਦਾ ਰਸਤਾ ਇਸ ਡੈਂਟਲ ਫਲੌਸ, ਜਿਹੜਾ ਇੱਕ ਧਾਗਾ ਹੁੰਦਾ ਉਹਦੇ ਤੇ ਵੈਕਸ ਲੱਗੀ ਹੁੰਦੀ ਹੈ, ਉਹ ਬਹੁਤ ਜੈਂਟਲ ਹੁੰਦਾ, ਉਹਨੂੰ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ, ਉਹ ਸਿੱਖ ਕੇ ਰਾਈਟ ਤਰ੍ਹਾਂ ਨਾਲ ਯੂਜ਼ ਕੀਤਾ ਜਾਏ ਤਾਂ ਉਹ ਬਹੁਤ ਹੈਲਪਫੁਲ ਹੈ। ਜੇ ਅਸੀਂ ਕੋਈ ਵੀ ਸੂਈ ਧਾਗੇ ਵਾਲਾ ਧਾਗੇ ਨਾਲ ਕਰਾਂਗੇ ਤਾਂ ਗਮਸ ਉਖੜ ਜਾਣਗੇ, ਦੈਟ ਇਜ਼ ਨਾਟ ਐਡਵਾਈਜ਼ਡ। ਸੋ एवरीवन शुड डू ब्रशिंग और फ्लॉसिंग ਦਾ ਕੰਬੀਨੇਸ਼ਨ ਜਿਹੜਾ ਹੈ ਉਹ ਤੁਹਾਨੂੰ ਬਹੁਤ ਲੰਬੀ ਦੇਰ ਤੱਕ, ਫਲੌਸ ਜਿਹੜੀ ਆ ਮਸੂੜੇ ਦੀ ਹੈਲਥ ਲਈ ਬਹੁਤ ਇੰਪੋਰਟੈਂਟ ਹੈ, ਦੈਟਸ ਅ ਵੈਰੀ ਗੁੱਡ ਥਿੰਗ। ਬਟ ਜੇ ਆਪਾਂ ਦੰਦ ਕਲੀਨ ਨਹੀਂ ਕਰਾਏ, ਮਸੂੜਿਆਂ ਤੇ ਟਾਟਰ ਜੰਮਿਆ ਹੋਇਆ ਦੰਦਾਂ ਦੇ ਉੱਤੇ, ਤੇ ਆਪਾਂ ਧਾਗਾ ਯੂਜ਼ ਕਰ ਰਹੇ ਹਾਂ, ਦੈਟਸ ਨਾਟ ਅ ਗੁੱਡ ਆਈਡੀਆ। ਸਾਫ਼ ਕਰਨ ਤੋਂ ਬਾਅਦ ਜਦੋਂ ਵੀ ਡੈਂਟਿਸਟ ਕੋਲ ਆਪਾਂ ਸਕੇਲਿੰਗ ਲਈ ਜਾਂਦੇ ਹਾਂ, ਉਦੋਂ ਤੁਹਾਡੇ ਡੈਂਟਿਸਟ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੁਹਾਡੀ ਜ਼ਰੂਰਤ ਦੇ ਅਕੋਰਡਿੰਗਲੀ ਗਾਈਡ ਕਰ ਦਿੰਦੇ ਆ ਕਿ ਇਸ ਜਗ੍ਹਾ ਤੇ ਫਲੌਸ ਜਾਏਗੀ। ਜਿੱਦਾਂ ਫਲੌਸ ਹੈ ਇੱਦਾਂ ਇੱਕ ਇੰਟਰਡੈਂਟਲ ਬ੍ਰਸ਼ਸ ਆਉਂਦੇ ਆ ਜਿਹੜੇ ਐਲ ਸ਼ੇਪ ਹੁੰਦੇ ਆ, ਟੁੱਥਪਿਕ ਦੀ ਤਰ੍ਹਾਂ ਹੁੰਦੇ ਆ, ਛੋਟੀ ਜੀ ਬ੍ਰਿਸਲ ਅੱਗੇ ਲੱਗੀ ਹੁੰਦੀ ਹੈ। ਨਾਰਮਲੀ ਵੀ ਡੂ ਐਡਵਾਈਸ ਕਿ ਜਿੱਥੇ ਤੁਹਾਡੇ ਗੈਪ ਜ਼ਿਆਦਾ ਹੈ ਜਾਂ ਇੱਕ ਟੂਥ ਬਾਈ ਚਾਂਸ ਮਿਸਿੰਗ ਹੈਗਾ, ਉਹਦੀ ਸਾਈਡ ਵੀ ਕਲੀਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਖਾਣਾ ਨਾ ਠਹਿਰਨ ਵਾਸਤੇ ਇਹ ਦੋ ਚੀਜ਼ਾਂ ਇੰਡੀਕੇਟ ਕਰਦੇ ਹਾਂ ਅਸੀਂ। ਬਿਲਕੁਲ। ਇੱਕ ਅੱਜ ਕੱਲ੍ਹ ਜਿਵੇਂ ਪ੍ਰੀ ਬ੍ਰਾਈਡਲ ਹੁੰਦਾ ਆ, ਤਾਂ ਪ੍ਰੀ ਬ੍ਰਾਈਡਲ ਦੇ ਵਿੱਚ ਇੱਕ ਨਵੀਂ ਚੀਜ਼ ਆਈ ਆ ਅੱਜ ਤੋਂ 4-5 ਸਾਲ ਪਹਿਲਾਂ ਕਿ ਟੀਥ ਵਾਈਟਨਿੰਗ ਵੀ ਕਰਵਾਉਣੀ ਆ। ਸੋ ਟੀਥ ਵਾਈਟਨਿੰਗ ਜਦੋਂ ਜ਼ਰੂਰਤ ਆ ਉਦੋਂ ਹੀ ਹੋਣੀ ਚਾਹੀਦੀ ਆ, ਜਾਂ ਤੁਸੀਂ ਕਦੇ ਵੀ ਉਹਨੂੰ ਮਤਲਬ ਇੱਕ ਫੈਸ਼ਨ ਦੀ ਤਰ੍ਹਾਂ ਵੀ ਬਣਾ ਸਕਦੇ ਹੋ? ਵਾਈਟਨਿੰਗ ਇਜ਼ ਅ ਕਾਸਮੈਟਿਕ ਪ੍ਰੋਸੈਸ, ਠੀਕ ਹੈ। ਵੈਡਿੰਗ ਤੋਂ ਪਹਿਲੇ ਜਿਹੜੇ ਬ੍ਰਾਈਡਸ ਮੇਰੇ ਕੋਲ ਆਉਂਦੇ ਆ, ਮੈਂ ਉਹਨਾਂ ਨੂੰ ਸਕੇਲਿੰਗ ਲਈ ਗਾਈਡ ਕਰਦੀ ਹਾਂ, ਗਮ ਹੈਲਥ ਮੇਨਟੇਨ ਕਰਨ ਲਈ ਗਾਈਡ ਕਰਦੀ ਹਾਂ, ਉਹਨਾਂ ਨੂੰ ਬੋਲਦੀ ਹਾਂ ਆਪਣੇ ਪਾਰਟਨਰਸ ਨੂੰ ਵੀ ਬੋਲੋ। ਲੇਕਿਨ ਜਿਹੜੀ ਵਾਈਟਨਿੰਗ ਹੈ ਦੈਟ ਇਜ਼ ਅ ਬਲੀਚਿੰਗ। ਜਿੱਦਾਂ ਆਪਾਂ ਫੇਸ ਕੱਪੜੇ ਬਲੀਚ ਕਰੀਦਾ, ਇੱਦਾਂ ਹੀ ਦੰਦ ਬਲੀਚ ਕਰੀਦੇ ਆ। ਉਹਦੇ ਲਈ ਬਹੁਤ ਸਟਰੋਂਗ ਕੈਮੀਕਲ ਯੂਜ਼ ਹੁੰਦਾ ਔਰ ਉਹਦੇ ਸਾਈਡ ਇਫੈਕਟਸ ਵੀ ਹੁੰਦੇ ਆ, ਪਰ ਜੇ ਪ੍ਰੋਪਰ ਤਰ੍ਹਾਂ ਕੀਤਾ ਜਾਏ ਇੰਨੇ ਜ਼ਿਆਦਾ ਪ੍ਰੋਬਲਮਸ ਨਹੀਂ ਆਉਂਦੀਆਂ। ਬਟ ਇਟ ਇਜ਼ ਨਾਟ ਅ ਕੰਪਲਸ਼ਨ, ਇਟ ਵੋਂਟ ਗਿਵ ਯੂ ਕਿ ਤੁਹਾਡੀ ਹੈਲਥ ਬੈਟਰ ਕਰਨ 'ਚੋਂ ਹੈਲਪ ਨਹੀਂ ਕਰਦੀ। ਉਹ ਪਿਓਰਲੀ ਕਾਸਮੈਟਿਕ ਪ੍ਰੋਸੈਸ ਹੈ। ਜੇ ਕੋਈ ਸ਼ੋ ਬਿਜ਼ਨਸ 'ਚ ਹੈ, ਕੋਈ ਰਿਕੁਆਇਰਮੈਂਟ ਆਫ ਦ ਰੋਲ ਹੈ, ਕੁਛ ਇਸ ਤਰ੍ਹਾਂ ਦੀ ਹੈਗੀ ਆ, ਅਸੀਂ ਸਿਰਫ ਤਾਂ ਹੀ ਐਡਵਾਈਸ ਕਰਦੇ ਹਾਂ। ਬਟ ਫਿਰ ਵੀ ਅਗਰ ਕੋਈ ਕਰਾਉਣਾ ਚਾਹੁੰਦਾ ਹੈ, ਉਸ ਤੋਂ ਪਹਿਲੇ ਉਹਨੂੰ ਪਹਿਲੇ ਕਲੀਨਿੰਗ, ਗਮ ਹੈਲਥ, ਬੇਸਿਕ ਐਮਫੈਸਿਸ ਹੈਲਥ ਤੇ ਹੋਣਾ ਚਾਹੀਦਾ ਹੈ, ਨਾ ਕਿ ਟੀਥ ਦੇ ਕਲਰ ਦਾ। ਬੇਸਿਕਲੀ ਜਿਹੜਾ ਆਪਣਾ ਟੂਥ ਕਲਰ ਹੈ ਉਹ ਆਪਣੇ ਆਈ ਕਲਰ ਨਾਲ ਮੈਚ ਕਰਦਾ ਹੈ ਹਮੇਸ਼ਾ, ਹਰ ਇੰਡੀਵਿਜੂਅਲ ਦਾ। ਔਰ ਕਿਸੇ ਦੋ ਇੰਡੀਵਿਜੂਅਲ ਦਾ ਜਿੱਦਾਂ ਸਕਿਨ ਟੋਨ ਕਲਰ ਨਹੀਂ ਮੈਚ ਕਰਦਾ, ਇੱਦਾਂ ਟੂਥ ਦਾ ਕਲਰ ਔਰ ਟੋਨ ਨਹੀਂ ਮੈਚ ਕਰਦੀ। ਸੋ ਯੂ ਸ਼ੁੱਡ ਬੀ ਵੈਰੀ ਕੌਨਫੀਡੈਂਟ ਅਬਾਊਟ ਯੋਰ ਟੂਥ ਕਲਰ। ਅਗਰ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਖੜੇ ਹੋ ਕੇ ਦੇਖੋਗੇ, ਵਾਹਿਗੁਰੂ ਜੀ ਨੇ ਇੰਨੇ ਪਿਆਰ ਨਾਲ ਫਿਕਸ ਕੀਤਾ ਹੋਇਆ, ਦੇਰ ਇਜ਼ ਓਨਲੀ ਵਨ ਵਾਈਟ ਕਲਰ। ਅਗਰ ਆਪਾਂ ਸਮਾਈਲ ਕਰਦੇ ਹਾਂ ਤਾਂ ਮੇਰਾ ਆਈ ਕਲਰ ਮੇਰੇ ਟੂਥ ਕਲਰ ਨਾਲ ਮੈਚ ਕਰਦਾ ਹੈ। ਜੇ ਮੈਂ ਇਹਦੇ 'ਚ ਕੁਛ ਡਿਸਕ੍ਰਿਪੈਂਸੀ ਲਿਆਉਂਦੀ ਹਾਂ, ਉਹ ਨੋਟਿਸੇਬਲ ਹੋ ਜਾਂਦੀ ਹੈ। ਸਪੋਜ਼ ਆਈ ਗੋ ਫॉर 3 ਸ਼ੇਡਸ ਵਾਈਟਨਿੰਗ, ਮੈਂ ਆਪਣੇ ਆਪ ਨੂੰ ਜ਼ਿਆਦਾ ਕਲੀਨ ਦਿਖਾਉਣ ਲਈ ਜਾਂ ਵਾਈਟ ਦਿਖਾਉਣ ਲਈ ਇੱਦਾਂ ਕਰਦੀ ਹਾਂ, ਤਾਂ ਮਾਈ ਟੂਥ ਕਲਰ ਡਜ਼ ਨਾਟ ਮੈਚ ਵਿਦ ਮਾਈ ਆਈ ਕਲਰ। ਸੋ ਉਹ ਬੇਸਿਕਲੀ ਉਹ ਫੋਕਸ ਏਰੀਆ ਆਪਣੇ ਆਪ ਤੇ ਅਟੈਂਸ਼ਨ ਗੈਦਰ ਕਰਨ ਲਈ, ਯੈਸ ਯੂ ਕੈਨ ਡੂ, ਬਟ ਇਟ ਵੋਂਟ ਗਿਵ ਯੂ ਐਨੀ ਹੈਲਥ ਬੈਨੀਫਿਟਸ। ਬਿਲਕੁਲ। ਤੇ ਇੱਕ ਹੋਰ ਚੀਜ਼ ਸੀਗੀ ਕਿ ਬਹੁਤ ਸਾਰੇ ਲੋਕੀ ਨੇ ਜਿਹੜੇ ਕੋਈ ਨੈਚੁਰਲ ਚੀਜ਼ਾਂ ਕਰਦੇ ਨੇ, ਕਿ ਜਿੱਦਾਂ ਕਿ ਇੱਕ ਤਾਂ ਨੈਚੁਰਲ ਐਕਸਰਸਾਈਜ਼ ਹੋ ਗਈਆਂ, ਗੰਨਾ ਚੂਪ ਲਿਆ ਜਾਂ ਦਾਣੇ ਚੱਬ ਲਏ, ਹੈ ਨਾ। ਪਰ ਕਈ ਲੋਕੀ ਜਿਵੇਂ ਆਪਣੇ ਦੰਦ ਸਾਫ਼ ਕਰਨ ਲਈ ਬੇਕਿੰਗ ਸੋਡਾ ਪਲੱਸ ਆਇਲ ਪਲੱਸ ਹਲਦੀ ਮਿਕਸ ਕਰਕੇ ਉਹਦੀ ਬਰਸ਼ਿੰਗ ਕਰਦੇ ਜਾਂ ਪੇਸਟਿੰਗ ਕਰਦੇ ਨੇ, ਉਹ ਸਹੀ ਹੈ? ਸੀ ਇੰਡੀਆ ਇੱਦਾਂ ਦੀ ਜਗ੍ਹਾ ਹੈ ਜਿੱਥੇ ਆਯੁਰਵੇਦਾ ਸ਼ੁਰੂ ਹੋਇਆ ਸੀ। ਇਹ ਸਾਰੀਆਂ ਨੈਚੁਰਲ ਹਰਬਸ ਤੋਂ ਹੀ ਅਸੀਂ ਇਹ ਸਾਰੀਆਂ ਇਨੋਵੇਸ਼ਨਸ ਲੈ ਕੇ ਆਏ ਹਾਂ। ਹੁਣ ਅਸੀਂ ਟਾਈਮ 'ਚ ਵਾਪਸ ਜਾ ਕੇ ਜਿਹੜੇ ਸਾਡੇ ਵੱਡੇ ਲੋਕ ਯੂਜ਼ ਕਰਦੇ ਸੀ, ਕੁਝ ਚੀਜ਼ਾਂ ਤੇ ਬਹੁਤ ਸਾਇੰਟੀਫਿਕਲੀ ਰਿਸਰਚ ਹੋ ਰਹੀ ਹੈ। ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਦੇ ਪੇਸਟ ਵਿੱਚ ਨੀਮ ਔਰ ਬਾਕੀ ਚੀਜ਼ਾਂ ਐਡ ਕਰ ਰਹੇ ਨੇ। ਉਹ ਇਸ ਵਾਸਤੇ ਬਿਕਾਜ਼ ਕੁਝ ਜਿਹੜੇ ਨੈਚੁਰਲੀ ਕੁਦਰਤੀ ਕੈਮੀਕਲਸ ਉਹ ਰਿਲੀਜ਼ ਕਰਦੇ ਨੇ, ਉਹਨਾਂ 'ਚ ਕੁਝ ਇੱਦਾਂ ਦੀ ਚੀਜ਼ਾਂ ਹੁੰਦੀਆਂ, ਜਿਸ ਤਰ੍ਹਾਂ ਟਮਾਟਰ ਹੈ ਉਹ ਟੂਥ ਵਾਈਟਨਿੰਗ ਕਰਦਾ ਹੈ। ਜਿਹੜੇ ਪੀਅਰ ਅਸੀਂ ਖਾਂਦੇ ਹਾਂ, ਨਾਸ਼ਪਤੀ, ਉਹਦੇ ਦਾਣੇ ਜਿਹੜੇ ਨੇ ਉਹ ਤੁਹਾਡੇ ਦੰਦਾਂ ਨੂੰ ਕਲੀਨਜ਼ ਔਰ ਸਮੂਥਨਿੰਗ ਕਰਦੇ ਆ। ਨਿੰਮ ਜਿਹੜੀ ਹੈ ਉਹ ਕੀੜਾ ਲੱਗਣ ਤੋਂ ਰੋਕਦੀ ਹੈ। ਇਹਦਾ ਵੀ ਇੱਕ ਤਰੀਕਾ ਹੈ। ਜੇ ਆਪਾਂ ਸੋਚੀਏ ਕਿ ਆਯੁਰਵੈਦਿਕ ਪੇਸਟ ਜਾਂ ਕੁਝ ਇਹੀ ਚੀਜ਼ਾਂ ਦਾ ਪੇਸਟ ਘਰ ਬਣਾ ਕੇ ਕਰ ਲਈਏ, ਤਾਂ ਉਹ ਇਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਜਿਹੜਾ ਸਾਡਾ ਦੰਦ ਹੈਗਾ ਉਹਦਾ ਸਰਫੇਸ ਕੋਈ ਖੁਰਦਰੇ ਪਦਾਰਥ ਨਾਲ ਖਰਾਬ ਹੋ ਸਕਦਾ ਹੈ, ਉਹਦੇ ਤੇ ਕੈਵਿਟੀ ਜਨਰੇਟ ਹੋ ਸਕਦੀ ਹੈ। ਸੋ ਜਿਹੜੀ ਪੇਸਟ ਨੂੰ ਅਗਰ ਤੁਸੀਂ ਹੱਥ ਤੇ ਲੋਗੇ, ਉਹ ਬਹੁਤ ਹੀ ਸਮੂਥ ਬਣੀ ਹੁੰਦੀ ਹੈ। ਉਹਦੇ 'ਚ ਜਿਹੜਾ ਐਬਰੇਸਿਵ ਹੁੰਦਾ ਹੈ, ਸਿਲਿਕਾ ਦੀ ਜਿਹੜੀ ਕੁਆਂਟਿਟੀ ਹੁੰਦੀ ਹੈ, ਉਹ ਬਹੁਤ ਸੋਚ ਸਮਝ ਕੇ ਇੱਕ ਮਿਨੀਮਮ ਕੁਆਂਟਿਟੀ 'ਚ ਪਾਈ ਜਾਂਦੀ ਹੈ, ਜਿਹਦੇ ਨਾਲ ਸਮੂਥਨਿੰਗ ਤਾਂ ਆਉਂਦੀ ਹੈ, ਰਫਨੈਸ ਨਹੀਂ ਆਉਂਦੀ।
ਆਯੁਰਵੈਦਿਕ ਚੀਜ਼ਾਂ ਯੂਜ਼ ਕਰਨੀਆਂ ਜਾਂ ਉਹ ਕਰਨਾ ਉਹ ਬਿਲਕੁਲ ਕੰਟਰਾਇੰਡੀਕੇਟਡ ਨਹੀਂ ਹੈ, ਬਟ ਉਹਦੀ ਕੁਆਂਟੀਟੀ, ਉਹਦੀ ਜਿਹੜੀ ਪ੍ਰੋਪੋਰਸ਼ਨ ਹੈ ਉਹ ਬਹੁਤ ਨਾਪ ਤੋਲ ਕੇ ਸੋਚ ਸਮਝ ਕੇ ਹੀ ਯੂਜ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਪਹਿਲੇ ਜਿਹੜੇ ਲੋਕ ਨਿੰਮ ਦੀ ਦਾਤਨ ਯੂਜ਼ ਕਰਦੇ ਸੀ, ਤੁਸੀਂ ਕਿਹਾ ਕਿ ਹੁਣ ਅੱਜ ਕੱਲ੍ਹ ਸਾਨੂੰ ਵੱਡੇ ਹੋਣ ਤੱਕ ਕੈਵਿਟੀਜ਼ ਡਿਵੈਲਪ ਹੋ ਜਾਂਦੀਆਂ, ਉਹਦਾ ਰੀਜ਼ਨ ਹੈ ਸਾਡਾ ਫੂਡ ਹੈਬਿਟਸ ਚੇਂਜ ਹੋ ਗਈਆਂ। ਅਸੀਂ ਰॉ ਫਰੈਸ਼ ਵੈਜੀਟੇਬਲਸ ਜਾਂ ਸੈਲਡ ਨਹੀਂ ਯੂਜ਼ ਕਰਦੇ, ਕੱਟਿਆ ਹੋਇਆ ਯੂਜ਼ ਕਰਦੇ ਹਾਂ, ਸਮਾਲ ਪੀਸਸ ਵਿੱਚ ਯੂਜ਼ ਕਰਦੇ ਹਾਂ, ਜਿਹੜਾ ਨਾ ਤਾਂ ਸਾਡੇ ਦੰਦਾਂ ਨੂੰ ਫੋਰਸ ਸਪਲਾਈ ਕਰਨ ਦਿੰਦਾ ਹੈ, ਬਿਲਕੁਲ ਸੌਫਟ ਫੂਡ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਖਾ ਲੈਂਦੇ ਹਾਂ। ਨਾ ਹੀ ਸਾਡੀ ਉਹ ਐਕਸਰਸਾਈਜ਼ ਹੋ ਪਾਉਂਦੀ ਹੈ ਜਿਹੜੀ ਹਾਰਡ ਫੂਡ ਨੂੰ ਚਿਊ ਕਰਨ ਦੀ ਹੁੰਦੀ ਹੈ, ਨਾ ਹੀ ਸੈਲਫ ਕਲੀਨਜ਼ਿੰਗ ਹੁੰਦੀ ਹੈ ਜਿਹੜੀ ਰਫੇਜਸ ਨਾਲ ਹੁੰਦੀ ਹੈ। ਇਸ ਕਰਕੇ ਸਾਡੀ ਜਿਹੜੀ ਹੈਲਥ ਹੈ ਉਹ ਡਿਟੀਰੀਓਰੇਟ ਹੁੰਦੀ ਹੈ। ਪੁਰਾਣੇ ਲੋਕ ਨਿੰਮ ਦੀ ਦਾਤਨ ਕਰਦੇ ਸੀ, ਹਾਰਡ ਫੂਡ ਖਾਂਦੇ ਸੀ, ਸੈਲਫ ਕਲੀਨਜ਼ਿੰਗ ਹੋਈ ਜਾਂਦੀ ਸੀ, ਉਹਦੇ ਨਾਲ ਉਹਨਾਂ ਦੇ ਜੌਜ਼ ਔਰ ਗਮਸ ਦੋਨੋਂ ਮਜ਼ਬੂਤ ਰਹਿੰਦੇ ਸੀ। ਇਸ ਲਈ ਜਿਹੜੇ ਵੀ ਪੇਸ਼ੈਂਟਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਜਿਨ੍ਹਾਂ ਦਾ ਕੇਰੀਜ਼ ਇੰਡੈਕਸ ਹਾਈ ਹੁੰਦਾ, ਚਾਹੇ ਜੈਨੇਟਿਕਲੀ, ਚਾਹੇ ਪੀਐਚ ਲੈਵਲ ਤੋਂ, ਚਾਹੇ ਜਿੱਦਾਂ ਵੀ, ਅਪਾਰਟ ਉਹਨਾਂ ਦਾ ਜਦੋਂ ਅਸੀਂ ਇੱਕ ਹਾਈਜੀਨ ਮੇਨਟੇਨ ਕਰ ਦਈਦਾ, ਫਿਰ ਉਹਨਾਂ ਨੂੰ ਇਹ ਦੱਸੀਦਾ ਕਿ ਜਿਸ ਤਰ੍ਹਾਂ ਤੁਸੀਂ ਚਿਊਇੰਗਮ ਅੱਜ ਕੱਲ੍ਹ ਯੂਜ਼ ਕਰਦੇ ਹੋ, ਜਸਟ ਫॉर 2 to 5 ਮਿੰਟਸ ਸੌਫਟ ਦਾਤਨ ਤੋਂ ਸਟਾਰਟ ਕਰੋ, ਉਹ ਯੂਜ਼ ਕਰੋ। ਡਿਫਰੈਂਟ ਨਿੰਮ ਦੀ ਦਾਤਨ ਕੈਵਿਟੀਜ਼ ਨੂੰ ਰੋਕਦੀ ਹੈ, ਕਿੱਕਰ ਦੀ ਦਾਤਨ ਕਈ ਡਿਜ਼ੀਜ਼ਸ ਨੂੰ ਵੀ ਫਾਈਟ ਕਰਦੀ ਹੈ। ਸੋ ਇਟ ਇਜ਼ ਅ ਗੁੱਡ ਨੈਚੁਰਲ ਵੇ, ਉਹ ਤੁਸੀਂ ਇਨਕੋਰਪੋਰੇਟ ਕਰੋ, ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਪੁਰਾਣੇ ਲੋਕ ਦਾਤਨ ਦਾ ਬ੍ਰਸ਼ ਬਣਾ ਕੇ ਉਹ ਕਰਦੇ ਸੀ, ਜਿਹਦੇ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਸੀ। ਬਿਲਕੁਲ। ਸੋ ਨਾਓ ਡੇਜ਼ ਇਟ ਇਜ਼ ਅ ਕੰਬੀਨੇਸ਼ਨ, ਪੁਰਾਣੀਆਂ ਚੀਜ਼ਾਂ ਵੀ ਨਵੀਆਂ ਚੀਜ਼ਾਂ ਵੀ ਮਿਲ ਕੇ ਜਿਹੜੀ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਉਹ ਚੀਜ਼ ਆਪਾਂ ਨੂੰ ਰੂਟੀਨ 'ਚ ਇਨਕੋਰਪੋਰੇਟ ਕਰਨੀ ਚਾਹੀਦੀ ਹੈ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਜਿੱਥੇ ਹੈਲਥ ਬੈਨੀਫਿਟ ਦਿੰਦੇ ਆ, ਉੱਥੇ ਦੰਦਾਂ ਲਈ ਵੀ ਉਨੇ ਹੀ ਬੈਨੀਫੀਸ਼ੀਅਲ ਹੈ। ਜਿਸ ਤਰ੍ਹਾਂ ਨਮਕ ਤੁਸੀਂ ਕਹਿ ਰਹੇ ਹੋ, ਅਸੀਂ ਸਰੋਂ ਦੇ ਤੇਲ 'ਚ ਨਮਕ ਮਿਲਾ ਕੇ ਯੂਜ਼ ਕਰਨ ਨਾਲ, ਮਸਾਜ ਕਰਨ ਨਾਲ, ਗਮਸ ਦੀ ਜਿੱਥੇ ਹੈਲਥ ਅੱਛੀ ਹੁੰਦੀ ਹੈ, ਫਟਕੜੀ ਇੱਕ ਐਲਮ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਯੂਜ਼ ਕਰਨ ਨਾਲ ਜਿਹੜਾ ਉਹ ਐਸਟ੍ਰਿੰਜੈਂਟ ਦਾ ਕੰਮ ਕਰਦੀ ਹੈ, ਆਫਟਰ ਟਰੀਟਮੈਂਟ ਇਹ ਕੀਤਾ ਜਾਏ ਤਾਂ ਗਮਸ ਥੋੜੇ ਜਿਹੇ ਸ਼ਾਈਨੀ, ਹਾਰਡ ਔਰ ਸੁੱਕੜ ਜਾਂਦੇ ਆ, ਟਾਈਟਲੀ ਦੰਦਾਂ ਨੂੰ ਪਕੜ ਲੈਂਦੇ ਆ। ਦੇ ਹੈਲਪ ਡਿਫਰੈਂਟ ਚੀਜ਼ਾਂ ਦਾ ਡਿਫਰੈਂਟ ਐਡਵਾਂਟੇਜਸ ਹੈ। ਬਿਨਾਂ ਗੱਲਬਾਤ ਕੀਤੇ, ਬਿਨਾਂ ਜਾਣੇ ਕਿ ਤੁਹਾਡੇ ਲਈ ਕਿਹੜੀ ਚੀਜ਼ ਅੱਛੀ ਹੈ, ਕੁਝ ਵੀ ਇਸ ਤਰ੍ਹਾਂ ਦਾ ਯੂਜ਼ ਨਹੀਂ ਕਰਨਾ ਚਾਹੀਦਾ। ਨੈਚੁਰਲ ਚੀਜ਼ਾਂ ਦਾ ਨੁਕਸਾਨ ਘੱਟ ਹੁੰਦਾ ਹੈ, ਫਾਇਦਾ ਜ਼ਿਆਦਾ ਹੁੰਦਾ ਹੈ, ਪਰ ਤਰੀਕਾ ਇਜ਼ ਵਾਟ ਇਜ਼ ਵੈਰੀ ਇੰਪੋਰਟੈਂਟ। ਬਿਲਕੁਲ। ਫਟਕੜੀ ਨੂੰ ਜ਼ਿਆਦਾ ਯੂਜ਼ ਕਰੀਏ ਮੂੰਹ ਖਰਵਾ ਹੋ ਜਾਂਦਾ ਹੈ, ਉਹਨੂੰ ਕਿੱਦਾਂ ਯੂਜ਼ ਕਰਨਾ ਹੈ, ਕਿਹੜੀ ਚੀਜ਼ ਨੂੰ ਕਿਸ ਸਮੇਂ, ਦੈਟ ਇਜ਼ ਵੈਰੀ ਇੰਪੋਰਟੈਂਟ। ਮਾਤਰਾ ਤੇ ਤੁਹਾਡਾ ਢੰਗ ਇਹ ਬਹੁਤ ਮਾਇਨੇ ਰੱਖਦਾ ਹੈ। ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ, ਕਿਹੜੀ ਨਹੀਂ ਚਾਹੀਦੀ। ਜਿਸ ਤਰ੍ਹਾਂ ਸਾਡੇ ਦੋਵਾਂ ਦੀ ਹੈਲਥ ਰਿਕੁਆਇਰਮੈਂਟ, ਫੂਡ ਰਿਕੁਆਇਰਮੈਂਟ ਇੱਕੋ ਜਿਹੀ ਨਹੀਂ ਹੈ। ਸਿਮਿਲਰਲੀ ਜਿਹੜੀ ਚੀਜ਼ ਤੁਹਾਨੂੰ ਸੂਟ ਕਰੇਗੀ ਜ਼ਰੂਰੀ ਨਹੀਂ ਹੈ ਮੈਨੂੰ ਕਰਨੀ ਹੈ। ਲੋਕਾਂ ਦੀ ਸੁਣੀ ਗੱਲ ਡਾਕਟਰ ਤੋਂ ਕਨਫਰਮ ਕਰ ਲਓ, ਆਪਣੇ ਆਯੁਰਵੈਦਿਕ ਸਪੈਸ਼ਲਿਸਟ ਤੋਂ ਪੁੱਛ ਲਓ, ਦੈਨ ਯੂ ਕੈਨ ਪੁੱਟ ਇਟ ਇਨ ਯੋਰ ਡਾਈਟ ਐਂਡ ਰੂਟੀਨ। ਬਿਲਕੁਲ। ਇੱਕ ਬਹੁਤ ਸਾਰੇ ਲੋਕੀ ਮਾਊਥ ਆਇਲਿੰਗ ਕਰਦੇ ਨੇ, ਜਿਵੇਂ ਨਾਰੀਅਲ ਦੇ ਤੇਲ ਦੀ ਘੁੱਟ ਭਰੀ ਉਹਨੂੰ 1 ਮਿੰਟ ਤੱਕ ਮੂੰਹ 'ਚ ਘੁਮਾਉਂਦੇ ਰਹੇ, ਕਹਿੰਦੇ ਕਿ ਇਹ ਵੀ ਦੰਦਾਂ ਦੇ ਲਈ ਹੈਲਪ ਕਰਦੇ ਆ, ਵੀ ਦੰਦਾਂ ਦੇ ਲਈ ਚੰਗੀ ਹੁੰਦੀ ਹੈ। ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਆਇਲ ਪੂਲਿੰਗ ਲਈ ਮੈਂ ਬੇਸਿਕਲੀ ਰਿਸਰਚ ਨਹੀਂ ਕੀਤੀ ਹੈ। ਆਈ ਵਿਲ ਬੇਸਿਕਲੀ ਅਸੀਂ ਕੀ ਕਹੀਦਾ ਕਿ ਕੋਸੇ ਪਾਣੀ 'ਚ ਨਮਕ ਜਾਂ ਫਟਕੜੀ ਪਾ ਕੇ ਉਹਨੂੰ ਅਗਰ ਅਸੀਂ ਸਵਿਸ਼ ਕਰੀਏ ਤਾਂ ਉਹ ਸੈਲਫ ਕਲੀਨਜ਼ਿੰਗ ਹੁੰਦੀ ਹੈ। ਜਿੱਥੋਂ ਤੱਕ ਆਇਲ ਦਾ ਕੰਸਰਨ ਹੈ, ਅਗਰ ਦੰਦਾਂ ਦੇ ਵਿੱਚ ਵਿੱਥਾਂ ਸਾਫ਼ ਨਹੀਂ ਹੈਗੀਆਂ ਤਾਂ ਜਦੋਂ ਤੁਸੀਂ ਸਵਿਸ਼ ਕਰੋਗੇ ਵੀ, ਪੂਲਿੰਗ ਕਰੋਗੇ ਵੀ, ਤਾਂ ਅੰਦਰੋਂ ਬਾਹਰੋਂ ਕ੍ਰਾਸ ਨਹੀਂ ਹੋਏਗਾ ਉਹ। ਔਰ ਉਹ ਜਿਹੜਾ ਮੂੰਹ 'ਚ ਆਇਲ ਹੈ ਉਹਦਾ ਕਿੰਨਾ ਕੁ ਬੈਨੀਫਿਟ ਹੈ, ਹਾਲੇ ਤੱਕ ਇਸ 'ਤੇ ਰਿਸਰਚ ਪੇਪਰ ਨਹੀਂ ਆਇਆ ਹੈ ਸਾਡੇ ਕੋਲ, ਰਾਈਟ। ਸੋ ਬੇਸਿਕਲੀ ਸਾਇੰਟੀਫਿਕਲੀ ਜਦੋਂ ਰਿਸਰਚ ਹੋ ਕੇ ਕੋਈ ਚੀਜ਼ ਸਾਹਮਣੇ ਆਉਂਦੀ ਹੈ, ਉਹਦਾ ਸਾਨੂੰ ਫਾਇਦਾ ਨੁਕਸਾਨ ਬੈਟਰ ਪਤਾ ਚੱਲਦਾ ਹੈ। ਤੋ ਰਾਈਟ ਨਾਓ ਆਈ ਕਾਂਟ ਕਮੈਂਟ ਔਨ ਦਿਸ, ਪਰ ਜਿਹੜੇ ਲੋਕ ਕਰਦੇ ਨੇ, ਕਈਆਂ ਨੂੰ ਲੱਗਦਾ ਹੈ ਕਿ ਇਹ ਸਭ ਕਰਨ ਨਾਲ ਡਾਕਟਰ ਦੀ ਰਿਕੁਆਇਰਮੈਂਟ ਘੱਟ ਜਾਂਦੀ ਹੈ। ਬਟ ਇੱਕੋ ਹੀ ਰਿਕੁਐਸਟ ਹੈ ਕਿ ਜਿਹੜਾ ਡੈਂਟਿਸਟ ਹੈ ਉਹਨੂੰ ਤੁਸੀਂ ਰਿਕੁਆਇਰਮੈਂਟ 'ਤੇ ਨਹੀਂ ਜਾਣਾ। ਡੈਂਟਲ ਪ੍ਰੋਬਲਮ ਨੂੰ ਅਵੋਇਡ ਕਰਨ ਵਾਸਤੇ ਇੱਕੋ ਹੀ ਵੇ ਹੈ ਕਿ ਡੈਂਟਲ ਵਿਜ਼ਿਟ ਕਰਨੀ ਹੈ, ਚੈੱਕਅਪ ਵਿਜ਼ਿਟ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਹੈਲੋ ਵਿਜ਼ਿਟ ਕਹੀਦਾ। ਹਰ 6 ਮਹੀਨੇ ਪ੍ਰੀਵੈਂਟਿਵ, that is a preventive treatment. Basically dentistry is preventive. ਕਿ ਤੁਹਾਨੂੰ ਪ੍ਰੋਬਲਮ ਨਾ ਆਏ, ਉੱਥੇ ਤੱਕ ਕੋਈ ਛੋਟੀ ਪ੍ਰੋਬਲਮ ਹੈ ਉੱਥੇ ਹੀ ਖਤਮ ਹੋ ਜਾਏ, that is the only reason why ਅਸੀਂ ਇਸੀ ਗੱਲ ਤੇ ਜ਼ੋਰ ਪਾਈਦਾ ਕਿ ਵਿਜ਼ਿਟ ਕਰੋ, ਚੈੱਕਅਪ ਜ਼ਰੂਰ ਕਰਾਓ। ਇੱਦਾਂ ਦੀ ਚੀਜ਼ਾਂ ਜੋ ਵੀ ਯੂਜ਼ ਕਰ ਰਹੇ ਹੋ, ਕੁਝ ਕਿ ਫਾਇਦਾ ਲੱਗਦਾ ਕਰ ਸਕਦੇ ਹੋ, ਉਹਦਾ ਕੋਈ ਨੁਕਸਾਨ ਨਹੀਂ ਹੈ। ਪਰ ਉਹ ਚੀਜ਼ਾਂ ਨੂੰ ਯੂਜ਼ ਕਰਕੇ ਇਹ ਸਮਝੋ ਕਿ ਹੁਣ ਮੈਨੂੰ ਡਾਕਟਰ ਦੀ ਲੋੜ ਨਹੀਂ ਹੈ, that is a bad thing. ਫਿਰ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਹੈ। ਆਖਰੀ ਸਵਾਲ ਹੈ ਕਿ ਮੰਨ ਲਓ ਕਿ ਕਿਸੇ ਨੂੰ 30 ਸਾਲ ਤੱਕ ਕੈਵਿਟੀ ਜਾਂ ਦੰਦਾਂ ਨੂੰ ਕੀੜਾ ਨਹੀਂ ਲੱਗਿਆ ਹੈਗਾ, ਤੇ ਉਸ ਤੋਂ ਬਾਅਦ 30 ਜਾਂ 40 ਦੀ ਉਮਰ ਤੋਂ ਬਾਅਦ ਜਾ ਕੇ ਉਹਦੇ ਦੰਦਾਂ ਨੂੰ ਕੀੜਾ ਲੱਗਣਾ ਵੀ ਸ਼ੁਰੂ ਹੋ ਗਿਆ, ਕੈਵਿਟੀ ਹੋ ਗਈ ਆ, ਤੇ ਉਹਦੇ ਮੂੰਹ 'ਚੋਂ ਸਮੈਲ ਵੀ ਆਉਂਦੀ ਆ, ਹਾਲਾਂਕਿ
ਉਹ ਕਹਿੰਦੇ ਨੇ ਕਿ ਅਸੀਂ ਦਿਨ 'ਚ 2 ਵਾਰ ਬ੍ਰਸ਼ ਕਰਦੇ ਹਾਂ, ਸਵੇਰੇ ਉੱਠਦਿਆਂ ਵੀ ਤੇ ਰਾਤ ਨੂੰ ਬੈੱਡ ਤੇ ਜਾਣ ਤੋਂ ਬਾਅਦ ਵੀ, ਬੈੱਡ ਤੇ ਜਾਣ ਤੋਂ ਪਹਿਲਾਂ। ਤਾਂ ਉਹ 30 ਜਾਂ 40 ਦੀ ਉਮਰ ਦੇ ਵਿੱਚ ਜਾ ਕੇ ਇਹ ਕੈਵਿਟੀ ਦੀ ਇਹ ਦਿੱਕਤ ਕਿਉਂ ਆਉਣੀ ਸ਼ੁਰੂ ਹੁੰਦੀ ਹੈ? ਦੇਖੋ ਇਸ ਤਰ੍ਹਾਂ 30 ਇਅਰਸ ਦੀ ਏਜ ਤੱਕ ਅਸੀਂ ਰੇਸ ਵਿੱਚ ਫਸੇ ਹੁੰਦੇ ਹਾਂ, ਕਦੀ ਆਪਣੇ ਕਰੀਅਰ ਨੂੰ ਲੈ ਕੇ, ਕਦੀ ਜੌਬਸ ਨੂੰ ਲੈ ਕੇ। ਜਿੰਨੀ ਵੀ ਅਸੀਂ ਕੇਅਰ ਕਰਦੇ ਹਾਂ, ਜੋ ਸਾਡੇ ਪੈਰੈਂਟਸ ਨੇ ਸਿਖਾਈ ਉਹਨਾਂ ਪਾਰਟ ਹੁੰਦਾ ਹੈ। ਕੁਛ ਅਸੀਂ ਕਰਦੇ ਹਾਂ, ਕੁਛ ਅਸੀਂ ਅਵੋਇਡ ਕਰ ਦਿੰਦੇ ਹਾਂ ਕਿ ਕਾਹਲੀ ਹੈਗੀ ਹੈ, ਫਟਾਫਟ ਕੀਤਾ ਨਹੀਂ ਕੀਤਾ। 30 ਇਅਰਸ ਤੱਕ ਸਾਡੀ ਬਾਡੀ ਵਿੱਚ ਗਰੋਥ ਹੁੰਦੀ ਹੀ ਰਹਿੰਦੀ ਹੈ, ਜਿਹੜੇ ਸੈਲਸ ਡੈਮੇਜ ਹੋਏ ਬਣ ਜਾਂਦੇ ਨੇ। ਆਫਟਰ 30 ਗਰੋਇੰਗ ਸੈਲਸ ਖਤਮ ਹੋਣੇ ਸ਼ੁਰੂ ਹੁੰਦੇ ਆ, 40 ਤੱਕ ਆ ਕੇ ਕੰਪਲੀਟਲੀ ਆਫ ਹੋ ਜਾਂਦੇ ਆ। ਜੋ ਸਾਡੇ ਕੋਲ ਹੈ ਉਹੀ ਰਿਪੇਅਰ ਹੁੰਦਾ ਰਹਿੰਦਾ। ਸੋ ਜਦੋਂ ਅਸੀਂ ਇਸ ਏਜ ਗਰੁੱਪ ਵਿੱਚ ਆਉਂਦੇ ਆ ਜਿੱਥੇ ਰਿਪੇਅਰ ਹੋ ਰਹੀ ਹੈ, ਗਰੋਥ ਨਹੀਂ ਹੋ ਰਹੀ ਹੈ, ਉਸ ਏਜ ਦੇ ਵਿੱਚ ਸਾਨੂੰ ਪ੍ਰੋਬਲਮਸ ਸਾਹਮਣੇ ਆ ਜਾਂਦੀਆਂ, ਕਿਉਂਕਿ ਜੋ ਸੀ ਉਹ ਖਤਮ ਹੋ ਗਿਆ। ਜਿਹੜੀ ਗੁੱਡ ਹੈਲਥ ਸਾਨੂੰ ਬਚਪਨ ਤੋਂ ਮਿਲੀ ਹੋਈ ਸੀ, ਅਸੀਂ ਉਹਨੂੰ ਨਹੀਂ ਸੰਭਾਲ ਪਾਏ, ਸਿਰਫ ਉਦੋਂ ਪ੍ਰੋਬਲਮ ਆਉਂਦੀ ਹੈ। ਬ੍ਰਸ਼ਿੰਗ ਅਸੀਂ ਉਦੋਂ 2 ਵਾਰੀ ਕਰਦੇ ਹਾਂ ਜਦੋਂ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਜੀ। ਅਰਲੀਅਰ ਤਾਂ ਅਸੀਂ ਭਾਜੜ 'ਚ ਕਰਦੇ ਹਾਂ। ਇੱਕ ਰੀਜ਼ਨ ਇਹ ਹੈ ਕਿ ਅਸੀਂ ਪ੍ਰੋਪਰ ਕੇਅਰ ਨਹੀਂ ਕਰਦੇ। ਦੂਸਰਾ ਰੀਜ਼ਨ ਮੈਂ ਦੱਸਿਆ ਤੁਹਾਨੂੰ ਡਾਈਟ ਦਾ ਹੈ ਕਿ ਅਸੀਂ ਸੌਫਟ ਡਾਈਟ ਜ਼ਿਆਦਾ ਲੈਂਦੇ ਹਾਂ, ਬੱਚਿਆਂ ਨੂੰ ਵੀ ਉੱਦਾਂ ਹੀ ਦੇਈਦੀ ਹੈ। ਕਲੀਨਿੰਗ 'ਤੇ ਉਨਾ ਐਮਫੋਸਿਸ ਨਹੀਂ ਥੀ, ਥੈਂਕਸ ਟੂ ਕਰੋਨਾ, ਕਿ ਅਸੀਂ ਆਪਣਾ ਹੈਂਡ ਹਾਈਜੀਨ ਇੰਪਰੂਵ ਕਰ ਲਿਆ ਐਟਲੀਸਟ। ਜਿਹੜੀ ਹੱਥਾਂ ਦੇ ਰਾਹੀਂ ਜਿਹੜੀ ਇਨਫੈਕਸ਼ਨ ਮੂੰਹ 'ਚ ਜਾ ਰਹੀ ਸੀ ਉਹ ਕਾਫੀ ਹੱਦ ਤੱਕ ਬੈਟਰ ਹੋਈ ਹੈ। ਤੇ ਸੈਕਿੰਡ ਥਿੰਗ ਇਜ਼ ਕਿ ਜਿਹੜੇ ਕੁਆਲਿਟੀ ਬ੍ਰਸ਼ਸ ਦੀ ਜਿਹੜੀ ਨਵੀਆਂ ਚੀਜ਼ਾਂ ਅਸੀਂ ਮਾਰਕੀਟ 'ਚ ਦੇਖਦੇ ਹਾਂ ਕਿ ਕਈ ਹਾਰਡ ਤਰ੍ਹਾਂ ਦੇ ਬ੍ਰਸ਼ ਹੈ, ਕਈ ਮੀਡੀਅਮ ਹੈ, ਕਈ ਸੌਫਟ ਹੈ। ਨਹੀਂ ਪਤਾ ਹੁੰਦਾ ਸ਼ੁਰੂ 'ਚ ਮੀਡੀਅਮ ਕਰਨਾ, ਹਾਰਡ ਕਰਨਾ, ਜਿਹੜਾ ਦੇਖਿਆ ਵਧੀਆ ਲੱਗਦਾ ਸੀ ਉਹ ਯੂਜ਼ ਕਰ ਲੈਂਦੇ ਆ। ਉਹ ਕੁਛ ਨਾ ਕੁਛ ਡੈਮੇਜ ਅਗਰ ਕਿਸੇ ਇੱਦਾਂ ਦੀ ਚੀਜ਼ ਤੋਂ ਇਨਸਟੀਗੇਟ ਹੋ ਗਿਆ ਹੋਇਆ ਦੰਦ 'ਤੇ, ਤਾਂ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਉਸ ਏਜ ਵਿੱਚ। ਥਰਡ ਥਿੰਗ, ਜਿਸ ਤਰ੍ਹਾਂ ਤੁਸੀਂ ਕਿਹਾ ਸਮੈਲ ਆਉਂਦੀ ਹੈ ਜਦੋਂ ਗਮਸ ਖਰਾਬ ਹੋ ਜਾਂਦੇ ਆ। ਤਾਂ ਬਿਲਕੁਲ ਗਮਸ ਕਿਸੇ ਡਿਜ਼ੀਜ਼ ਦਾ ਔਨਸੈਟ ਵੀ ਹੋ ਸਕਦੇ ਆ, ਖਰਾਬ ਹੋਣਾ। ਕੋਈ ਅਗਰ ਅਸੀਂ ਦਵਾਈ ਖਾਂਦੇ ਆ ਉਹਦਾ ਰਿਜ਼ਲਟ ਵੀ ਹੋ ਸਕਦਾ ਹੈ। ਗਰਲਸ ਜਾਂ ਲੇਡੀਜ਼ ਵਿੱਚ ਹਾਰਮੋਨਲ ਪ੍ਰੋਬਲਮ ਕਰਕੇ ਵੀ ਹੋ ਸਕਦਾ ਹੈ। ਡਿਫਰੈਂਟ ਸਟੇਜਸ ਤੇ ਜਿਹੜਾ ਗਮਸ ਜਾਂ ਓਰਲ ਕੈਵਿਟੀ ਹੈ ਉਹ ਤੁਹਾਡੀ ਹੈਲਥ ਦਾ ਵੀ ਇੰਡੀਕੇਟਰ ਹੁੰਦੀ ਹੈ। ਸੋ ਅਗਰ ਗਮਸ ਦੀ ਕੋਈ ਪ੍ਰੋਬਲਮ ਹੈ, ਸਮੈਲ ਹੈ, ਉਹ ਉਹਦੇ ਕਰਕੇ ਵੀ ਆ ਸਕਦੀ ਹੈ। ਫੋਰਥ ਥਿੰਗ ਇਜ਼ ਕਿ ਅਸੀਂ ਇੱਕ ਏਜ ਵਿੱਚ ਆ ਕੇ ਜਦੋਂ ਸਾਨੂੰ ਰਿਅਲਾਈਜ਼ ਹੁੰਦਾ ਹੈ ਕਿ ਮੈਂ ਇਸ ਸਾਈਡ ਤੋਂ ਰੋਟੀ ਨਹੀਂ ਖਾ ਪਾ ਰਿਹਾ ਜਾਂ ਮੈਨੂੰ ਰੂਟੀਨ 'ਚ ਬੜੀ ਪ੍ਰੋਬਲਮ ਆ ਰਹੀ ਹੈ, ਉਦੋਂ ਅਸੀਂ ਨੋਟਿਸ ਕਰਦੇ ਹਾਂ ਇਹ ਚੀਜ਼ਾਂ ਕਿ ਕੈਵਿਟੀ ਹੋ ਗਈ ਹੈ। ਕੈਵਿਟੀ ਤਾਂ ਬੜੀ ਦੇਰ ਲੱਗਦੀ ਹੈ ਅਜਵਾਇਨ ਦੇ ਦਾਣੇ ਤੋਂ ਮਟਰ ਦੇ ਦਾਣੇ ਤੱਕ ਪਹੁੰਚਣ 'ਚ, ਕਈ ਸਾਲ ਲੱਗ ਜਾਂਦੇ ਆ। ਅਸੀਂ ਇਗਨੋਰ ਕਰਦੇ ਰਹਿੰਦੇ ਹਾਂ। ਬੇਸਿਕਲੀ ਡੈਂਟਿਸਟ ਕੋਲ ਨਾ ਜਾਣਾ, ਖੁਦ ਉਹਨਾਂ ਧਿਆਨ ਨਾ ਦੇ ਪਾਣਾ, ਇਹ ਸਭ ਚੀਜ਼ਾਂ ਇੱਦਾਂ ਰਿਜ਼ਲਟ ਕਰਦੀਆਂ ਜੀ। ਬਿਲਕੁਲ। ਸੋ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਅਤੇ ਦੰਦਾਂ ਦੀ ਸੰਭਾਲ ਦੇ ਉੱਪਰ ਸਾਡੇ ਨਾਲ ਗੱਲਾਂ ਕੀਤੀਆਂ। ਤੇ ਜਿਹੜੇ ਕੁਝ ਕੁ ਮਿਥ ਸੀਗੇ ਜਾਂ ਕੁਝ ਕੁ ਬੇਸਿਕ ਚੀਜ਼ਾਂ ਨੇ, ਕਈ ਵਾਰੀ ਸਾਨੂੰ ਅੱਗੇ ਦੀ ਇਨਫੋਰਮੇਸ਼ਨ ਦਾ ਬਾਅਦ ਦੀ ਗੱਲ ਹੈ, ਸਾਨੂੰ ਬੇਸਿਕ ਹੀ ਨਹੀਂ ਪਤਾ ਹੁੰਦੇ, ਤੇ ਉਹਦੇ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ। ਤੁਸੀਂ ਇਹ ਇਸ਼ੂ ਰੇਜ਼ ਕੀਤਾ ਐਂਡ ਯੂ ਆਰ ਕੰਟਰੀਬਿਊਟਿੰਗ ਟੂ ਦੀ ਅਵੇਅਰਨੈਸ। ਆਈ ਥਿੰਕ ਐਵਰੀਵਨ ਆਫ ਅਸ ਵਿਲ ਬੀ ਅਵੇਅਰਡ ਵਨ ਡੇ ਐਂਡ we will not avoid our dentist ਬਿਲਕੁਲ checkup visits. Thank you so much. ਇਹ ਸਨ ਸਾਡੇ ਨਾਲ ਡੈਂਟਲ ਸਰਜਨ ਡਾਕਟਰ ਮਨਦੀਪ ਕੌਰ। ਇਹਨਾਂ ਦੇ ਨਾਲ ਅਸੀਂ ਖਾਸ ਤੌਰ ਤੇ ਦੰਦਾਂ ਦੀ ਸੰਭਾਲ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਪਹੁੰਚੇ ਸੀ। ਸੋ ਉਮੀਦ ਹੈ ਕਿ ਕੁਝ ਸਵਾਲ ਜੋ ਮੇਰੇ ਮਨ 'ਚ ਸੀਗੇ ਜਾਂ ਇਸ ਇੰਟਰਵਿਊ ਨੂੰ ਦੇਖਦੇ ਹੋਏ ਤੁਹਾਡੇ ਮਨ 'ਚ ਆਏ ਹੋਣਗੇ, ਉਹਨਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲੇ ਹੋਣਗੇ। ਸੋ ਜਿਵੇਂ ਅਸੀਂ ਬਾਕੀ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ, ਦੰਦਾਂ ਦਾ ਧਿਆਨ ਰੱਖਣਾ ਵੀ, ਦੰਦਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਮੀਦ ਹੈ ਅੱਜ ਦੀ ਇੰਟਰਵਿਊ ਤੁਹਾਡੇ ਲਈ ਲਾਹੇਵੰਦ ਹੋਵੇਗੀ। ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।